ਹੈਲੋ ਸਟੂਡੈਂਟਸ। ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ੇ 'ਤੇ ਗੱਲ ਕਰਨ ਲੱਗੇ ਹਾਂ। ਐਲਗੋਰਿਦਮ ਐਨਾਲਿਸਿਸ ਦੇ ਵਿੱਚ ਜਿਹੜੀਆਂ ਆਪਾਂ ਪ੍ਰੋਬਲਮ ਡਿਸਕਸ ਕਰਦੇ ਹਾਂ, ਉਹਨਾਂ ਪ੍ਰੋਬਲਮ ਦੀ ਜੋ ਕਲਾਸੀਫਿਕੇਸ਼ਨ ਹੈ, ਦੋ ਤਰ੍ਹਾਂ ਦੀਆਂ ਪ੍ਰੋਬਲਮ ਦੋਨਾਂ ਦੇ ਵਿੱਚ ਮੰਨੀਆਂ ਜਾਂਦੀਆਂ ਨੇ। ਇੱਕ ਉਹ ਪ੍ਰੋਬਲਮ ਜਿਹੜੀਆਂ ਕਿ ਪੀ ਕੈਟੇਗਰੀ ਦੇ ਵਿੱਚ ਆਉਂਦੀਆਂ ਨੇ, ਇੱਕ ਉਹ ਪ੍ਰੋਬਲਮ ਜਿਹੜੀਆਂ ਕਿ ਐਨ ਪੀ ਕੈਟੇਗਰੀ ਦੇ ਵਿੱਚ ਆਉਂਦੀਆਂ ਨੇ। ਸੋ ਇਹ ਪੀ ਪ੍ਰੋਬਲਮਸ ਔਰ ਐਨ ਪੀ ਪ੍ਰੋਬਲਮਸ ਕੀ ਨੇ, ਇਹਨਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ। ਆਓ ਜਾਣਦੇ ਹਾਂ ਕਿ ਪੀ ਪ੍ਰੋਬਲਮਸ ਕਿਹਨਾਂ ਨੂੰ ਕਿਹਾ ਜਾਂਦਾ ਹੈ ਤੇ ਐਨ ਪੀ ਪ੍ਰੋਬਲਮਸ ਕਿਹਨਾਂ ਨੂੰ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਇਹ ਸਮਝਾਂਗੇ ਕਿ ਪ੍ਰੋਬਲਮ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਪ੍ਰੋਬਲਮ ਦੀ ਇੱਕ ਤਰ੍ਹਾਂ ਦੀ ਕਲਾਸੀਫਿਕੇਸ਼ਨ ਹੈ ਕਿ ਉਹ ਵਾਲੀਆਂ ਪ੍ਰੋਬਲਮ ਜਿਹੜੀਆਂ ਕਿ ਡਿਸੀਜਨ ਕੈਟੇਗਰੀ ਦੇ ਅੰਦਰ ਆਉਂਦੀਆਂ ਨੇ, ਤੇ ਉਹ ਵਾਲੀਆਂ ਪ੍ਰੋਬਲਮ ਜਿਹੜੀਆਂ ਕਿ ਆਪਟੀਮਾਈਜੇਸ਼ਨ ਦੀਆਂ ਕੈਟੇਗਰੀ ਦੇ ਅੰਦਰ ਆਉਂਦੀਆਂ ਨੇ। ਕੁਝ ਪ੍ਰੋਬਲਮਸ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਡਿਸੀਜਨ ਪ੍ਰੋਬਲਮ ਕਹਿੰਦੇ ਆ, ਕੁਝ ਪ੍ਰੋਬਲਮਸ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਆਪਟੀਮਾਈਜੇਸ਼ਨ ਪ੍ਰੋਬਲਮ ਕਹਿੰਦੇ ਆ। ਡਿਸੀਜਨ ਪ੍ਰੋਬਲਮ ਦਾ ਭਾਵ ਕੀ ਹੈ ਕਿ ਉਹਨਾਂ ਪ੍ਰੋਬਲਮ ਦਾ ਜੋ ਜਵਾਬ ਹੈ ਉਹ ਜਾਂ ਤਾਂ ਯੈਸ ਹੋਏਗਾ ਜਾਂ ਨੋ ਹੋਏਗਾ। ਠੀਕ, ਜਿਵੇਂ ਕਿ ਮੈਂ ਕੁਐਸਚਨ ਪੁੱਛਾਂ ਕਿ ਕੀ ਆਪਾਂ ਅੱਜ ਦਿੱਲੀ ਜਾਣਾ ਹੈ, ਆਨਸਰ ਹੋਏਗਾ ਜਾਂ ਤਾਂ ਹਾਂਜੀ ਤੇ ਜਾਂ ਹੋਏਗਾ ਨਾ ਜੀ। ਠੀਕ ਹੈ। ਸੋ ਇਸੇ ਤਰ੍ਹਾਂ ਬਹੁਤ ਸਾਰੇ ਕੁਐਸਚਨ ਹੁੰਦੇ ਨੇ ਜਿਨ੍ਹਾਂ ਦਾ ਆਨਸਰ ਹਾਂ ਜਾਂ ਨਾ ਦੇ ਵਿੱਚ ਬਣਦਾ ਹੈ। ਜਿਵੇਂ ਕਿ ਅੱਜ ਛੁੱਟੀ ਹੈ, ਹਾਂਜੀ ਜਾਂ ਨਾ ਜੀ। ਕੀ ਅੱਜ ਪੇਪਰ ਹੈ, ਹਾਂਜੀ ਜਾਂ ਨਾ ਜੀ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਇਹੋ ਜਿਹੀਆਂ ਨੇ ਜਿੱਥੇ ਆਪਾਂ ਡਿਸੀਜਨ ਲੈਣਾ ਹੁੰਦਾ ਹੈ, ਔਰ ਉਹਨਾਂ ਪ੍ਰੋਬਲਮ ਨੂੰ ਆਪਾਂ ਕਹਿੰਦੇ ਆ ਡਿਸੀਜਨ ਪ੍ਰੋਬਲਮਸ। ਇਸੇ ਤਰ੍ਹਾਂ ਹੀ ਕੁਝ ਇਹੋ ਜਿਹੀਆਂ ਪ੍ਰੋਬਲਮ ਨੇ ਜਿੱਥੇ ਆਪਾਂ ਆਪਟੀਮਾਈਜੇਸ਼ਨ ਕਰਨੀ ਹੁੰਦੀ ਹੈ, ਆਪਾਂ ਨੇ ਬੈਸਟ ਸੋਲੂਸ਼ਨ, ਬੈਸਟ ਵੈਲਿਊ ਫਾਈਂਡ ਆਊਟ ਕਰਨੀ ਹੁੰਦੀ ਹੈ, ਤਾਂ ਉਹੋ ਜਿਹੀਆਂ ਪ੍ਰੋਬਲਮ ਨੂੰ ਆਪਾਂ ਕਹਿੰਦੇ ਆ ਆਪਟੀਮਾਈਜੇਸ਼ਨ ਪ੍ਰੋਬਲਮ। ਜਿਵੇਂ ਕਿ ਜੇ ਮੈਂ ਪਟਿਆਲੇ ਤੋਂ ਦਿੱਲੀ ਜਾਣਾ ਹੋਵੇ ਤਾਂ ਮੈਂ ਇਹ ਪੁੱਛ ਸਕਦਾ ਕਿ ਬੈਸਟ ਪੋਸੀਬਲ ਰੂਟ ਕਿਹੜਾ ਹੈ। ਬੈਸਟ ਤੋਂ ਇੱਥੇ ਮਤਲਬ ਕੀ ਹੈ ਕਿ ਇਹੋ ਜਿਹਾ ਰੂਟ ਜਿਹੜਾ ਕਿ ਸਭ ਤੋਂ ਮਿਨੀਮਮ ਟਾਈਮ ਲੈਂਦਾ ਹੋਵੇ, ਜਾਂ ਮਿਨੀਮਮ ਡਿਸਟੈਂਸ ਵਾਲਾ ਹੋਵੇ, ਜਾਂ ਜਿੱਥੇ ਮਿਨੀਮਮ ਕਾਸਟ ਆਉਂਦੀ ਹੋਵੇ। ਉਸ ਕੇਸ ਦੇ ਵਿੱਚ ਮੇਰੇ ਜਿਹੜੀ ਬੈਸਟ ਦੀ ਪਰਿਭਾਸ਼ਾ ਹੈ ਉਹ ਮਿਨੀਮਮ ਵਾਲੇ ਪਾਸੇ ਹੈ। ਤੋ ਕਿਸੇ ਵੇਲੇ ਆਪਾਂ ਮੈਕਸਿਮਮ ਵਾਲੇ ਪਾਸੇ ਵੀ ਫਾਈਂਡ ਆਊਟ ਕਰਨਾ ਹੁੰਦਾ। ਜਿਵੇਂ ਆਪਾਂ ਪ੍ਰੋਫਿਟ ਦੀ ਗੱਲ ਕਰੀਏ, ਜੇ ਆਪਾਂ ਨੇ ਪ੍ਰੋਫਿਟ ਕਮਾਉਣਾ ਹੋਵੇ ਤਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਉਹ ਕਿਹੋ ਜਿਹਾ ਤਰੀਕਾ ਹੋਏਗਾ ਜਿਹਦੇ ਨਾਲ ਆਪਾਂ ਬੈਸਟ ਪ੍ਰੋਫਿਟ ਕਮਾ ਸਕਦੇ ਹਾਂ। ਸੋ ਇੱਥੇ ਬੈਸਟ ਦਾ ਮਤਲਬ ਮੈਕਸੀਮਾਈਜ਼ ਕਰਨ ਤੋਂ ਹੈ, ਭਾਵ ਪ੍ਰੋਬਲਮ ਟੂ ਪ੍ਰੋਬਲਮ ਜਿਹੜੀ ਬੈਸਟ ਦੀ ਡੈਫੀਨੇਸ਼ਨ ਹੈ ਉਹ ਆਪਣੀ ਚੇਂਜ ਹੋ ਜਾਂਦੀ ਹੈ। ਸੋ ਕਿਸੇ ਪ੍ਰੋਬਲਮ ਦੇ ਵਿੱਚ ਬੈਸਟ ਜਿਹੜਾ ਹੈ ਉਹ ਮਿਨੀਮਮ ਨੂੰ ਫਾਈਂਡ ਆਊਟ ਕਰਨ ਦੇ ਵਿੱਚ ਹੁੰਦਾ ਹੈ, ਕਿਸੇ ਪ੍ਰੋਬਲਮ ਦੇ ਵਿੱਚ ਬੈਸਟ ਜੋ ਹੈ ਉਹ ਮੈਕਸਿਮਮ ਵੈਲਿਊ ਨੂੰ ਫਾਈਂਡ ਆਊਟ ਕਰਨ ਦੇ ਵਿੱਚ ਹੁੰਦਾ। ਸੋ ਬੈਸਟ ਵੈਲਿਊ ਜਿਹੜੀ ਹੈ ਉਹ ਆਪਾਂ ਉਸ ਕੇਸ ਦੇ ਵਿੱਚ ਫਾਈਂਡ ਆਊਟ ਕਰਨੀ ਹੈ, ਤਾਂ ਇਹੋ ਜਿਹੀਆਂ ਪ੍ਰੋਬਲਮਸ ਨੂੰ ਆਪਾਂ ਕਹਿੰਦੇ ਆ ਆਪਟੀਮਾਈਜੇਸ਼ਨ ਪ੍ਰੋਬਲਮ। ਸੋ ਆਪਟੀਮਾਈਜੇਸ਼ਨ ਪ੍ਰੋਬਲਮ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਡਿਸੀਜਨ ਪ੍ਰੋਬਲਮ ਦੇ ਤੌਰ 'ਤੇ ਵੀ ਦੇਖ ਸਕਦੇ ਹਾਂ। ਔਰ ਡਿਸੀਜਨ ਪ੍ਰੋਬਲਮ ਜਿਹੜੀਆਂ ਨੇ ਉਹਨਾਂ ਨੂੰ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਸਟੱਡੀ ਜੋ ਹੈ, ਉਹਨਾਂ ਨੂੰ ਜੋ ਪੜ੍ਹਨਾ ਹੈ, ਉਹਨਾਂ ਬਾਰੇ ਸਮਝਣਾ ਹੈ, ਉਹ ਸੌਖਾ ਹੁੰਦਾ ਹੈ ਆਪਟੀਮਾਈਜੇਸ਼ਨ ਪ੍ਰੋਬਲਮ ਦੇ ਮੁਕਾਬਲੇ। ਫੋਰ ਐਗਜ਼ਾਮਪਲ, ਜੇ ਆਪਾਂ ਸ਼ਾਰਟੈਸਟ ਪਾਥ ਦੀ ਗੱਲ ਕਰੀਏ ਤਾਂ ਜੇ ਮੇਰੇ ਕੋਲ ਇੱਕ ਗ੍ਰਾਫ ਹੋਵੇ ਜੀ, ਜਿਹੜਾ ਕਿ ਅਨਵੇਟਡ ਡਾਇਰੈਕਟਡ ਗ੍ਰਾਫ ਹੋਏਗਾ, ਤਾਂ ਜੇ ਮੈਂ ਇੱਕ ਇਸ ਤਰ੍ਹਾਂ ਦਾ ਕੁਐਸਚਨ ਪੁੱਛਾਂ ਕਿ ਫਾਈਂਡ ਅ ਪਾਥ ਬਿਟਵੀਨ ਯੂ ਐਂਡ ਵੀ ਦੈਟ ਯੂਜ਼ਸ ਦ ਫਿਊਐਸਟ ਐਜਿਸ, ਕਿ ਮੈਂ ਇਹ ਪੁੱਛ ਰਿਹਾ ਕਿ ਮੈਂ ਇੱਕ ਪਾਥ ਲੱਭਣਾ ਹੈ ਜਿਹੜਾ ਕਿ ਯੂ ਤੋਂ ਵੀ ਤੱਕ। ਫੋਰ ਐਗਜ਼ਾਮਪਲ, ਯੂ ਮੰਨ ਲਓ ਆਪਾਂ ਪਟਿਆਲਾ ਸਿਟੀ ਹੈ, ਵੀ ਮੰਨ ਲਓ ਆਪਣਾ ਦਿੱਲੀ ਸਿਟੀ ਹੈ। ਤਾਂ ਪਟਿਆਲਾ ਸਿਟੀ ਤੋਂ ਦਿੱਲੀ ਸਿਟੀ ਤੱਕ ਮੈਂ ਪਹੁੰਚਣਾ ਹੈ, ਤਾਂ ਮਿਨੀਮਮ ਐਜਿਸ, ਸਭ ਤੋਂ ਘੱਟ ਕਿੰਨੀਆਂ ਐਜਿਸ ਮੈਂ ਆਪਣੇ ਗ੍ਰਾਫ ਦੇ ਵਿੱਚ ਜੋੜਾਂ ਤਾਂ ਕਿ ਮੇਰਾ ਪਾਥ ਇੱਕ ਕ੍ਰੀਏਟ ਹੋ ਜਾਵੇ ਜਿਹੜਾ ਕਿ ਮੈਨੂੰ ਯੂ ਨੋਡ ਤੋਂ ਵੀ ਨੋਡ ਤੱਕ ਲੈ ਜਾਵੇ। ਠੀਕ, ਸੋ ਇਹ ਤਾਂ ਹੋ ਗਈ ਆਪਣੀ ਆਪਟੀਮਾਈਜੇਸ਼ਨ ਪ੍ਰੋਬਲਮ। ਆਪਟੀਮਾਈਜ਼ ਕਰਨਾ ਕਿਉਂਕਿ ਆਪਾਂ ਨੇ ਇੱਕ ਇਹੋ ਜਿਹਾ ਰੂਟ ਫਾਈਂਡ ਆਊਟ ਕਰਨਾ ਜਿਹੜਾ ਕਿ ਸਭ ਤੋਂ ਘੱਟ ਜਾਂ ਮਿਨੀਮਮ ਐਜਿਸ ਨੂੰ ਯੂਜ਼ ਕਰੇ। ਇਸੇ ਕੁਐਸਚਨ ਨੂੰ ਜੇ ਮੈਂ ਹੁਣ ਦੂਸਰੇ ਤਰੀਕੇ ਨਾਲ ਪੁੱਛਾਂ, ਦੂਸਰਾ ਤਰੀਕਾ ਕੀ ਹੋਏਗਾ ਕਿ ਯੂ ਤੋਂ ਵੀ ਤੱਕ ਕੋਈ ਪਾਥ ਐਗਜ਼ਿਸਟ ਕਰ ਰਿਹਾ ਜਿਹਦੀ ਕਿ ਕਾਸਟ ਜਿਹੜੀ ਹੈ ਮੈਕਸਿਮਮ ਕੇ ਐਜਿਸ ਦੀ ਹੋਵੇ। ਠੀਕ, ਸੋ ਘੱਟੋ ਘੱਟ ਇੱਕ ਪਾਥ ਮੈਂ ਇਹ ਪੁੱਛ ਲਿਆ ਕਿ ਡਜ਼ ਅ ਪਾਥ ਐਗਜ਼ਿਸਟ ਫਰੋਮ ਯੂ ਟੂ ਵੀ, ਕੀ ਯੂ ਤੋਂ ਲੈ ਕੇ ਵੀ ਤੱਕ ਇੱਕ ਪਾਥ ਐਗਜ਼ਿਸਟ ਕਰ ਰਿਹਾ ਵਿਦ ਕੰਡੀਸ਼ਨ ਕੀ ਹੈ ਕਿ ਘੱਟੋ ਘੱਟ ਐਟ ਮੋਸਟ ਕੇ ਐਜਿਸ, ਵੱਧ ਤੋਂ ਵੱਧ ਕੇ ਐਜਿਸ ਹੀ ਹੋਣ, ਉਹਦੇ ਵਿੱਚ ਕੇ ਤੋਂ ਵੱਧ ਵਾਲੀਆਂ ਐਜਿਸ ਨਾ ਹੋਣ। ਕੇ ਇੱਥੇ 5 ਹੋ ਸਕਦਾ, 10 ਹੋ ਸਕਦਾ। ਸੋ ਮੈਂ ਇਹ ਕਹਾਂ ਕਿ ਮੈਂ ਪਟਿਆਲਾ ਤੋਂ ਦਿੱਲੀ ਜਾਣਾ ਹੈ ਜਿਹਦੇ ਵਿੱਚ ਵੱਧ ਤੋਂ ਵੱਧ 6 ਸ਼ਹਿਰ ਆਣ, ਤਾਂ ਕੀ ਇਹੋ ਜਿਹਾ ਕੋਈ ਪਾਥ ਹੈ ਜਿਹਦੇ ਵਿੱਚ ਵੱਧ ਤੋਂ ਵੱਧ 6 ਸ਼ਹਿਰ ਆਣ, ਜਾਂ ਜਿਹਦੇ ਵਿੱਚ ਵੱਧ ਤੋਂ ਵੱਧ 10 ਸ਼ਹਿਰ ਆਣ। ਸੋ ਜਦੋਂ ਮੈਂ ਇੱਕ ਲਿਮਿਟ ਲਗਾਤੀ, ਕੇ ਵੈਲਿਊ ਆਪਣੀ ਦੱਸਤੀ ਕਿ ਮੈਂ ਇਹੋ ਜਿਹਾ ਪਾਥ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਵਿੱਚ ਵੱਧ ਤੋਂ ਵੱਧ
ਕੇ ਨੰਬਰ ਆਫ ਐਜਿਸ ਉਹਦੇ ਵਿੱਚ ਆਣ ਜਾਂ ਕੇ ਨੰਬਰ ਆਫ ਸਿਟੀਜ਼ ਉਹਦੇ ਵਿੱਚ ਆਣ ਤਾਂ ਕੀ ਇਹੋ ਜਿਹਾ ਪਾਥ ਐਗਜ਼ਿਸਟ ਕਰ ਰਿਹਾ। ਹੁਣ ਇਹ ਕੁਐਸਚਨ ਨੂੰ ਪੁੱਛਣ ਦਾ ਤਰੀਕਾ ਡਿਫਰੈਂਟ ਹੈ। ਹੁਣ ਜਦੋਂ ਮੈਂ ਇਹੋ ਜਿਹਾ ਕੁਐਸਚਨ ਪੁੱਛਿਆ ਕਿ ਕੀ ਪਾਥ ਐਗਜ਼ਿਸਟ ਕਰ ਰਿਹਾ ਤਾਂ ਇਹਦੇ ਜਵਾਬ ਦੇ ਵਿੱਚ ਆਨਸਰ ਹੋਏਗਾ ਹਾਂ ਜਾਂ ਨਾ, ਯੈਸ ਔਰ ਨੋ। ਸੋ ਇਹ ਜਿਹੜੀ ਪ੍ਰੋਬਲਮ ਬਣ ਗਈ ਇਹ ਆਪਣੀ ਡਿਸੀਜ਼ਨ ਦੀ ਪ੍ਰੋਬਲਮ ਬਣ ਗਈ, ਔਰ ਜਿਹੜੀ ਪਹਿਲੀ ਪ੍ਰੋਬਲਮ ਸੀ ਇਹ ਆਪਣੀ ਆਪਟੀਮਾਈਜ਼ੇਸ਼ਨ ਦੀ ਪ੍ਰੋਬਲਮ ਬਣ ਗਈ। ਸੋ ਤੁਸੀਂ ਦੇਖੋਗੇ ਕਿ ਪ੍ਰੋਬਲਮ ਤਾਂ ਸੇਮ ਹੀ ਹੈ। ਸੋ ਸੇਮ ਪ੍ਰੋਬਲਮ ਨੂੰ ਮੈਂ ਦੋ ਅਲੱਗ-ਅਲੱਗ ਤਰੀਕਿਆਂ ਨਾਲ ਪੁੱਛ ਸਕਦਾ ਹਾਂ। ਜਦੋਂ ਮੈਂ ਵੈਲਿਊ ਬਾਰੇ ਪੁੱਛਾਂ, ਹੁਣ ਤੁਸੀਂ ਦੇਖੋ ਪਹਿਲਾ ਜਿਹੜਾ ਕੁਐਸਚਨ ਸੀਗਾ ਇਹਦੇ ਆਨਸਰ ਦੇ ਵਿੱਚ ਮੇਰੇ ਕੋਲ ਕੁਝ ਵੈਲਿਊਜ਼ ਆਉਣਗੀਆਂ, ਜਦ ਕਿ ਦੂਸਰੇ ਕੁਐਸਚਨ ਦੇ ਆਨਸਰ ਦੇ ਵਿੱਚ ਮੇਰੇ ਕੋਲ ਯੈਸ ਔਰ ਨੋ ਆਏਗਾ। ਔਰ ਹਾਲਾਂਕਿ ਦੋਨੋਂ ਹੀ ਸੇਮ ਤਰ੍ਹਾਂ ਦੀ ਪ੍ਰੋਬਲਮ ਨੂੰ, ਸੇਮ ਇਨਫੋਰਮੇਸ਼ਨ ਨੂੰ ਸੋਲਵ ਕਰ ਰਹੇ ਹੈ। ਸੋ ਇੱਕ ਕੁਐਸਚਨ ਨੂੰ, ਇੱਕ ਪ੍ਰੋਬਲਮ ਨੂੰ ਪੁੱਛਣ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਆ। ਤੋ ਇਸ ਚੀਜ਼ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਆਪਾਂ ਕੀ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੀ ਮੈਂ ਡਿਸੀਜ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਕੀ ਮੈਂ ਆਪਟੀਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਆਪਟੀਮਾਈਜ਼ੇਸ਼ਨ ਵਾਲੀਆਂ ਪ੍ਰੋਬਲਮ ਦੇ ਆਨਸਰ ਦੇ ਵਿੱਚ ਮੇਰੇ ਕੋਲ ਕੁਝ ਵੈਲਿਊਜ਼ ਆਉਣਗੀਆਂ ਤੇ ਡਿਸੀਜ਼ਨ ਵਾਲੇ ਕੁਐਸਚਨ ਦੇ ਆਨਸਰ ਦੇ ਵਿੱਚ ਮੇਰੇ ਕੋਲ ਯੈਸ ਔਰ ਨੋ ਨਿਕਲ ਕੇ ਆਏਗਾ। ਸੋ ਇਸ ਤਰ੍ਹਾਂ ਕਰਕੇ ਆਪਾਂ ਆਪਣੀ ਪ੍ਰੋਬਲਮ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਜਾਂ ਤਾਂ ਆਪਟੀਮਾਈਜ਼ੇਸ਼ਨ ਪ੍ਰੋਬਲਮ ਤੇ ਜਾਂ ਫਿਰ ਡਿਸੀਜ਼ਨ ਪ੍ਰੋਬਲਮ। ਸੋ ਇੱਕ ਵਾਰੀ ਆਪਾਂ ਨੂੰ ਪ੍ਰੋਬਲਮ ਦੀ ਸਮਝ ਲੱਗ ਗਈ, ਨੈਕਸਟ ਆਪਾਂ ਇਹ ਸਮਝਾਂਗੇ ਕਿ ਕੰਪਲੈਕਸਿਟੀ ਕਿਵੇਂ ਹੈ, ਕੰਪਲੈਕਸਿਟੀ ਕੀ ਚੀਜ਼ ਹੈ ਔਰ ਉਹਨਾਂ ਦਾ ਪ੍ਰੋਬਲਮ ਦੇ ਨਾਲ ਜਾਂ ਐਲਗੋਰਿਦਮ ਦੇ ਨਾਲ ਕੀ ਸੰਬੰਧ ਹੈ। ਸੋ ਐਲਗੋਰਿਦਮ ਦੋ ਤਰ੍ਹਾਂ ਦੀਆਂ ਆਪਣੀਆਂ ਕੰਪਲੈਕਸਿਟੀਜ਼ ਨੇ, ਇੱਕ ਤਾਂ ਐਲਗੋਰਿਦਮਿਕ ਕੰਪਲੈਕਸਿਟੀ ਹੈ, ਇੱਕ ਪ੍ਰੋਬਲਮ ਕੰਪਲੈਕਸਿਟੀ ਹੈ। ਐਲਗੋਰਿਦਮਿਕ ਕੰਪਲੈਕਸਿਟੀ ਉਹ ਕੰਪਲੈਕਸਿਟੀ ਹੈ ਜਿਹੜੀ ਕਿ ਹੁਣ ਤੱਕ ਆਪਾਂ ਪੜ੍ਹਦੇ ਆਏ ਹਾਂ। ਸੋ ਐਲਗੋਰਿਦਮਿਕ ਕੰਪਲੈਕਸਿਟੀ ਆਪਾਂ ਨੂੰ ਇਹ ਦੱਸਦੀ ਹੈ ਕਿ ਕੋਈ ਵੀ ਐਲਗੋਰਿਦਮ ਕਿੰਨਾ ਕੁ ਮੁਸ਼ਕਿਲ ਹੈ ਕਿਸੇ ਵੀ ਕੰਪਿਊਟਰ ਤੇ ਉਹਨੂੰ ਐਗਜ਼ੀਕਿਊਟ ਕਰਨਾ। ਹੁਣ ਉਹ ਜਿਹੜੀ ਮੁਸ਼ਕਿਲ ਹੈ, ਜਿਹੜੀ ਡਿਫਿਕਲਟੀ ਹੈ, ਜੋ ਉਸ ਨੂੰ ਆਪਾਂ ਦੋ ਤਰੀਕਿਆਂ ਨਾਲ ਮੇਜ਼ਰ ਕਰ ਸਕਦੇ ਹਾਂ। ਇੱਕ ਤਾਂ ਤਰੀਕਾ ਹੈ ਆਪਣਾ ਟਾਈਮ ਦਾ ਤੇ ਦੂਸਰਾ ਤਰੀਕਾ ਹੈ ਆਪਣਾ ਸਪੇਸ ਦਾ। ਸੋ ਆਪਾਂ ਇਹ ਚੀਜ਼ਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਸੋ ਬਿਗ ਓ ਨੋਟੇਸ਼ਨ ਸਭ ਨੇ ਸੁਣੀ ਹੋਏਗੀ। ਸੋ ਉਹ ਬਿਗ ਓ ਨੋਟੇਸ਼ਨ ਹੈ ਤਰੀਕਾ, ਇੱਕ ਜ਼ਰੀਆ ਐਲਗੋਰਿਦਮਿਕ ਕੰਪਲੈਕਸਿਟੀ ਨੂੰ ਮੇਜ਼ਰ ਕਰਨ ਦਾ, ਉਹਦੀ ਕੰਪਲੈਕਸਿਟੀ ਨੂੰ ਫਾਈਂਡ ਆਊਟ ਕਰਨ ਦਾ। ਸੋ ਐਲਗੋਰਿਦਮਿਕ ਕੰਪਲੈਕਸਿਟੀ ਨੂੰ ਆਪਾਂ ਫਾਈਂਡ ਆਊਟ ਕਰਕੇ ਟਾਈਮ ਦੇ ਹਿਸਾਬ ਨਾਲ ਜਾਂ ਸਪੇਸ ਦੇ ਹਿਸਾਬ ਨਾਲ ਆਪਾਂ ਦੋ ਅਲੱਗ-ਅਲੱਗ ਐਲਗੋਰਿਦਮ ਨੂੰ ਕੰਪੇਅਰ ਕਰ ਸਕਦੇ ਹਾਂ, ਔਰ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਆਪਾਂ ਕਿਹੜਾ ਐਲਗੋਰਿਦਮ ਕਿਸੇ ਪਰਟੀਕੂਲਰ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਹੈ। ਡਿਸਾਈਡ ਕਰਨ ਵਾਸਤੇ ਆਪਾਂ ਐਲਗੋਰਿਦਮਿਕ ਕੰਪਲੈਕਸਿਟੀ ਨੂੰ ਯੂਜ਼ ਕਰਦੇ ਹਾਂ। ਇਸ ਤੋਂ ਇਲਾਵਾ ਇੱਕ ਹੋਰ ਤਰ੍ਹਾਂ ਦੀ ਕੰਪਲੈਕਸਿਟੀ ਵੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰੋਬਲਮ ਕੰਪਲੈਕਸਿਟੀ। ਪ੍ਰੋਬਲਮ ਕੰਪਲੈਕਸਿਟੀ ਐਲਗੋਰਿਦਮਿਕ ਕੰਪਲੈਕਸਿਟੀ ਇੱਕ ਐਲਗੋਰਿਦਮ ਦੇ ਨਾਲ ਡੀਲ ਕਰਦੀ ਹੈ, ਬਲਕਿ ਜਦੋਂ ਕਿ ਜਿਹੜੀ ਪ੍ਰੋਬਲਮ ਕੰਪਲੈਕਸਿਟੀ ਹੈ ਉਹ ਡੀਲ ਕਰਦੀ ਹੈ ਪ੍ਰੋਬਲਮਸ ਦੇ ਨਾਲ। ਉਹ ਕਲਾਸੀਫਾਈ ਕਰੇਗੀ ਪ੍ਰੋਬਲਮ ਨੂੰ। ਐਲਗੋਰਿਦਮਿਕ ਕੰਪਲੈਕਸਿਟੀ ਇਹ ਦੱਸਦੀ ਹੈ ਕਿ ਐਲਗੋਰਿਦਮ ਕਿੰਨਾ ਕੁ ਡਿਫਿਕਲਟ ਹੈ, ਪ੍ਰੋਬਲਮ ਕੰਪਲੈਕਸਿਟੀ ਇਹ ਦੱਸਦੀ ਹੈ ਕਿ ਪ੍ਰੋਬਲਮ ਕਿੰਨੀ ਕੁ ਡਿਫਿਕਲਟ ਹੈ। ਇੱਕ ਪ੍ਰੋਬਲਮ ਨੂੰ, ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਕੀ ਹੈ ਕਿ ਇੱਕ ਪ੍ਰੋਬਲਮ ਨੂੰ ਸੋਲਵ ਕਰਨ ਦੇ ਬਹੁਤ ਸਾਰੇ ਐਲਗੋਰਿਦਮ ਹੋ ਸਕਦੇ ਆ। ਸੋ ਪਹਿਲਾ ਐਲਗੋਰਿਦਮ 1, ਦੂਸਰਾ ਐਲਗੋਰਿਦਮ 2, ਐਲਗੋਰਿਦਮ 3 ਐਂਡ ਸੋ ਔਨ। ਇੱਕ ਪ੍ਰੋਬਲਮ ਨੂੰ ਸੋਲਵ ਕਰਨ ਦੇ ਬਹੁਤ ਸਾਰੇ ਐਲਗੋਰਿਦਮ ਹੋ ਸਕਦੇ। ਜਦੋਂ ਇਹਨਾਂ ਨੂੰ ਆਪਸ ਦੇ ਵਿੱਚ ਕੰਪੇਅਰ ਕਰਨਾ ਹੈ ਤਾਂ ਆਪਾਂ ਯੂਜ਼ ਕਰਾਂਗੇ ਬਿਗ ਓ ਨੋਟੇਸ਼ਨ। ਠੀਕ ਹੈ, ਸੋ ਆਪਾਂ ਕੰਪੇਅਰ ਕਰਾਂਗੇ ਬਿਗ ਓ ਨੋਟੇਸ਼ਨ ਦੇ ਨਾਲ। ਜਦ ਉਸ ਤੋਂ ਦੂਸਰੇ ਪਾਸੇ ਹੁਣ ਜੇ ਆਪਾਂ ਧਿਆਨ ਦਈਏ ਤਾਂ ਆਪਣੇ ਕੋਲ ਪ੍ਰੋਬਲਮ ਵੀ ਬਹੁਤ ਸਾਰੀਆਂ ਨੇ। ਇੱਕ ਪ੍ਰੋਬਲਮ 1 ਹੈ, ਇੱਕ ਪ੍ਰੋਬਲਮ 2 ਹੈ, ਇੱਕ ਪ੍ਰੋਬਲਮ 3 ਹੈ, ਪ੍ਰੋਬਲਮ 4 ਹੈ, ਅਪ ਟੂ ਦੇਰ ਆਰ ਐਨ ਨੰਬਰ ਆਫ ਪ੍ਰੋਬਲਮ। ਫੋਰ ਐਗਜ਼ਾਮਪਲ ਕੁਛ ਪ੍ਰੋਬਲਮ ਜਿਹੜੀਆਂ ਨੇ ਉਹ ਈਜ਼ੀ ਹੁੰਦੀਆਂ ਨੇ, ਕੁਛ ਪ੍ਰੋਬਲਮ ਜਿਹੜੀਆਂ ਨੇ ਉਹ ਹਾਰਡ ਹੁੰਦੀਆਂ ਨੇ। ਜਿਵੇਂ ਕਿ ਜੇ ਆਪਾਂ ਮੈਟ੍ਰਿਕਸ ਮਲਟੀਪਲੀਕੇਸ਼ਨ ਕਰਨੀ ਹੋਵੇ ਤਾਂ ਇੱਕ ਈਜ਼ੀ ਪ੍ਰੋਗਰਾਮ ਹੈ। ਠੀਕ ਹੈ, ਜੇ ਆਪਾਂ ਸਰਚਿੰਗ ਕਰਨੀ ਹੋਵੇ ਤਾਂ ਉਹ ਵੀ ਇੱਕ ਈਜ਼ੀ ਪ੍ਰੋਗਰਾਮ ਹੈ। ਬਟ ਜੇ ਆਪਾਂ ਸ਼ੈਡਿਊਲਿੰਗ ਕਰਨੀ ਹੋਵੇ ਕਿਸੇ ਜੌਬ ਦੀ, ਇੱਕ ਕੰਪਿਊਟਰ ਦੇ ਉੱਪਰ ਮੇਰੇ ਕੋਲ 5 ਜੌਬਸ ਆ ਗਈਆਂ ਤਾਂ 5 ਜੌਬ ਨੂੰ ਮੈਂ ਸ਼ੈਡਿਊਲ ਕਰਨਾ ਹੈ। ਤਾਂ ਸ਼ੈਡਿਊਲਿੰਗ ਕਰਨੀ ਹੋਵੇ ਦੈਨ ਇਟ ਵਿਲ ਬੀ ਲਿਟਲ ਬਿਟ ਹਾਰਡਰ ਦੈਨ ਦਾ ਅਰਲੀਅਰ ਪ੍ਰੋਬਲਮ, ਕਿ ਸਰਚਿੰਗ ਕਰਨੀ ਹੈ ਜਾਂ ਸੌਰਟਿੰਗ ਕਰਨੀ ਹੈ ਤੇ ਇੱਕ ਜੌਬ ਨੂੰ ਸ਼ੈਡਿਊਲ ਕਰਨਾ। ਦੋਨਾਂ ਦੇ ਵਿੱਚ ਬਹੁਤ ਤਰ੍ਹਾਂ ਦਾ ਫਰਕ ਹੈ। ਸੋ ਆਪਾਂ ਪ੍ਰੋਬਲਮ ਨੂੰ ਵੀ ਕੈਟੇਗਰਾਈਜ਼ ਕਰ ਸਕਦੇ ਹਾਂ ਉਹਨਾਂ ਦੀ ਹਾਰਡਨੈਸ ਦੇ ਬੇਸ ਦੇ ਉੱਪਰ, ਕਿ ਕੁਝ ਪ੍ਰੋਬਲਮ ਜਿਹੜੀਆਂ ਨੇ ਉਹ ਈਜ਼ੀ ਹੁੰਦੀਆਂ ਨੇ, ਕੁਝ ਪ੍ਰੋਬਲਮ ਜਿਹੜੀਆਂ ਨੇ ਹਾਰਡ ਹੁੰਦੀਆਂ ਨੇ। ਹੁਣ ਕਿਸ ਤਰ੍ਹਾਂ ਪਤਾ ਲੱਗੇ, ਕਿਸ ਤਰ੍ਹਾਂ ਕੰਪੇਅਰ ਕਰੀਏ ਕਿ ਕਿਹੜੀ ਪ੍ਰੋਬਲਮ ਈਜ਼ੀ ਹੈ, ਕਿਹੜੀ ਪ੍ਰੋਬਲਮ ਹਾਰਡ ਹੈ, ਕਿਹੜੀ ਪ੍ਰੋਬਲਮ ਕਿਹੜੀ ਕੈਟੇਗਰੀ ਦੇ ਵਿੱਚ ਫਾਲ ਕਰਦੀ ਹੈ। ਠੀਕ, ਸੋ ਆਪਾਂ ਇੱਕ ਨਵਾਂ ਮੇਜ਼ਰ ਫਾਈਂਡ ਆਊਟ ਕਰਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ
ਪ੍ਰੋਬਲਮ ਕੰਪਲੈਕਸਿਟੀ, ਜਿਵੇਂ ਐਲਗੋਰਿਦਮਿਕ ਕੰਪਲੈਕਸਿਟੀ ਨੂੰ ਮੇਜ਼ਰ ਕਰਨ ਲਈ ਆਪਣੇ ਕੋਲ ਬਿਗ O ਹੈ, ਉਸੇ ਤਰ੍ਹਾਂ ਪ੍ਰੋਬਲਮ ਨੂੰ ਵੀ ਆਪਾਂ ਮੇਜ਼ਰ ਕਰ ਸਕਦੇ ਹਾਂ। ਪ੍ਰੋਬਲਮ ਕੰਪਲੈਕਸਿਟੀ ਦੀ ਸਟੱਡੀ ਕਰਕੇ ਆਪਾਂ ਨੂੰ ਇਹ ਪਤਾ ਲੱਗੇਗਾ ਕਿ ਮੇਰੇ ਕੋਲ ਕੋਈ ਕੱਲ ਨੂੰ ਨਵੀਂ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਪ੍ਰੋਬਲਮ ਈਜ਼ੀ ਵਾਲੀ ਕੈਟੇਗਰੀ ਦੀ ਹੈ ਕਿ ਉਹ ਪ੍ਰੋਬਲਮ ਹਾਰਡ ਵਾਲੀ ਕੈਟੇਗਰੀ ਦੀ ਹੈ। ਸੋ ਅਕੋਰਡਿੰਗਲੀ ਪ੍ਰੋਬਲਮ ਕੰਪਲੈਕਸਿਟੀ ਆਪਾਂ ਨੂੰ ਇਹ ਹੈਲਪ ਕਰਦੀ ਹੈ ਕਿ ਉਹ ਪ੍ਰੋਬਲਮ ਕਿੰਨੀ ਕੁ ਹਾਰਡ ਹੈ ਜਾਂ ਕਿੰਨੀ ਕੁ ਈਜ਼ੀ ਹੈ। ਹੁਣ ਜੇ ਆਪਾਂ ਐਲਗੋਰਿਦਮਿਕ ਕੰਪਲੈਕਸਿਟੀ ਦੀ ਗੱਲ ਕਰੀਏ ਤਾਂ ਐਲਗੋਰਿਦਮਿਕ ਕੰਪਲੈਕਸਿਟੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਉਹਨੂੰ ਆਪਾਂ ਮੇਜ਼ਰ ਕਰਨ ਲਈ ਬਿਗ O ਨੋਟੇਸ਼ਨ ਨੂੰ ਯੂਜ਼ ਕਰਦੇ ਹਾਂ। ਸੋ ਬਿਗ O ਇਜ਼ ਜਨਰਲੀ ਯੂਜ਼ ਟੂ ਐਨਾਲਾਈਜ਼ ਐਂਡ ਕੰਪੇਅਰ ਦ ਡਿਫਰੈਂਟ ਐਲਗੋਰਿਦਮਸ ਐਂਡ ਸਮ ਐਲਗੋਰਿਦਮਸ ਆਰ ਪੋਲੀਨੋਮੀਅਲ ਇਨ ਟਾਈਮ। ਹੁਣ ਉਹਦੇ ਜਦੋਂ ਆਪਾਂ ਐਲਗੋਰਿਦਮ ਨੂੰ ਕੰਪੇਅਰ ਕੀਤਾ ਤਾਂ ਆਪਾਂ ਕੁਝ ਸਟੈਂਡਰਡ ਫੰਕਸ਼ਨ ਬਣਾਏ ਹੋਏ ਨੇ, ਮੇ ਬੀ ਤੁਸੀਂ ਇਹ ਸਾਰੀਆਂ ਚੀਜ਼ਾਂ ਪੜ੍ਹੀਆਂ ਹੋਣ ਪਹਿਲਾਂ, ਕਿ ਐਲਗੋਰਿਦਮ ਨੂੰ ਮੇਜ਼ਰ ਕਰਨ ਵਾਸਤੇ, ਉਹਦੀ ਕੰਪਲੈਕਸਿਟੀ ਨੂੰ ਮੇਜ਼ਰ ਕਰਨ ਵਾਸਤੇ ਕੁਝ ਸਟੈਂਡਰਡ ਐਲਗੋਰਿਦਮ ਬਣੇ ਹੋਏ ਆ, ਕੁਝ ਸਟੈਂਡਰਡ ਟਾਈਮ ਕੰਪਲੈਕਸਿਟੀਜ਼ ਬਣੀਆਂ ਹੋਈਆਂ ਨੇ। ਉਹਨਾਂ ਨੂੰ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਕੁਝ ਕੰਪਲੈਕਸਿਟੀ ਤੁਸੀਂ ਉਹਦੇ ਵਿੱਚ ਦੇਖੋਗੇ ਕਿ ਉਹ ਪੋਲੀਨੋਮੀਅਲ ਹੁੰਦੀਆਂ ਨੇ ਤੇ ਕੁਝ ਕੰਪਲੈਕਸਿਟੀ ਜਿਹੜੀਆਂ ਨੇ ਉਹ ਐਕਸਪੋਨੈਂਸ਼ੀਅਲ, ਜਿਨ੍ਹਾਂ ਦਾ ਮਤਲਬ ਕੀ ਹੈ ਕਿ ਨੌਨ ਪੋਲੀਨੋਮੀਅਲ ਹੁੰਦੀਆਂ ਨੇ। ਐਗਜ਼ਾਮਪਲ ਹੈ ਪੋਲੀਨੋਮੀਅਲ ਦੀ n ਸਕੁਅਰ, n ਕਿਊਬ, ਕਾਂਸਟੈਂਟ ਟਾਈਮ, n log n ਔਰ n ਓਨਲੀ। ਠੀਕ ਹੈ, ਸੋ ਇਹ ਸਾਰੀਆਂ ਜਿਹੜੀਆਂ ਕੰਪਲੈਕਸਿਟੀਜ਼ ਆ ਦੀਜ਼ ਆਰ ਕਾਲਡ ਪੋਲੀਨੋਮੀਅਲ ਟਾਈਮ। ਸੋ ਜਦੋਂ ਆਪਾਂ ਦੇਖੀਏ ਜੇ ਉਹਦੇ ਹਿਸਾਬ ਨਾਲ, ਇੱਕ ਕੰਪਲੈਕਸਿਟੀ ਚਾਰਟ ਦੇ ਹਿਸਾਬ ਨਾਲ, ਤਾਂ ਸਭ ਤੋਂ ਬੈਸਟ ਜਿਹੜੀ ਕੰਪਲੈਕਸਿਟੀ ਮੰਨੀ ਜਾਂਦੀ ਹੈ ਦੈਟ ਇਜ਼ ਕਾਂਸਟੈਂਟ ਟਾਈਮ। ਉਸ ਤੋਂ ਬਾਅਦ ਜਿਹੜੀ ਮੰਨੀ ਜਾਂਦੀ ਹੈ ਦੈਟ ਇਜ਼ log n। ਉਸ ਤੋਂ ਬਾਅਦ ਜਿਹੜੀ ਮੰਨੀ ਜਾਂਦੀ ਹੈ ਦੈਟ ਇਜ਼ n log n। ਫਿਰ ਆ ਜਾਂਦੀ ਹੈ n, ਠੀਕ ਹੈ, ਦੈਨ n ਸਕੁਅਰ, ਦੈਨ n ਕਿਊਬ, n4 ਅਪ ਟੂ n raised to power n ਦੀ ਪਾਵਰ 5 and c, ਕੁਛ ਵੀ ਹੋ ਸਕਦਾ। ਸੋ ਆਲ these are called polynomial. so these are the polynomial time complexities. after that ਉਸ ਤੋਂ ਬਾਅਦ ਕੀ ਆ ਜਾਂਦਾ, ਆਪਣੇ ਕੋਲ ਆ ਜਾਂਦੀਆਂ ਨੇ 2 raised to power n, n raised to power n, n factorial. ਆਲ these are non polynomial time complexities ਜਿਹੜੀਆਂ ਕਿ ਵਰਸਟ ਮੰਨੀਆਂ ਜਾਂਦੀਆਂ ਨੇ। ਸੋ ਇਹਨਾਂ ਦੋਨਾਂ ਕੰਪਲੈਕਸਿਟੀ ਦੇ ਵਿੱਚੋਂ ਜਿਹੜੀਆਂ ਇਹ ਕੰਪਲੈਕਸਿਟੀਜ਼ ਹੈ ਇਹ ਵਧੀਆ ਮੰਨੀਆਂ ਜਾਂਦੀਆਂ ਨੇ, ਔਰ ਜਿਹੜੀਆਂ ਇਹ ਕੰਪਲੈਕਸਿਟੀਜ਼ ਹੈ ਇਹਨਾਂ ਨੂੰ ਆਪਾਂ ਖਰਾਬ ਕੰਪਲੈਕਸਿਟੀ ਜਾਂ ਮਾੜੀਆਂ ਕੰਪਲੈਕਸਿਟੀਜ਼ ਮੰਨਦੇ ਹਾਂ। ਮਤਲਬ ਕਿ ਜੇ ਕੋਈ ਐਲਗੋਰਿਦਮ n ਫੈਕਟੋਰੀਅਲ ਟਾਈਮ ਲੈਂਦਾ ਹੈ ਜਾਂ ਜੇ ਕੋਈ ਐਲਗੋਰਿਦਮ 2 raised to power n ਟਾਈਮ ਲੈਂਦਾ ਹੈ ਤਾਂ ਉਸ ਐਲਗੋਰਿਦਮ ਨੂੰ ਆਪਾਂ ਮਾੜਾ ਐਲਗੋਰਿਦਮ ਸਮਝਦੇ ਹਾਂ ਜਾਂ ਬੈਡ ਐਲਗੋਰਿਦਮ ਸਮਝਦੇ ਹਾਂ। ਬਟ ਜੇ ਕੋਈ ਐਲਗੋਰਿਦਮ n ਸਕੁਅਰ ਟਾਈਮ ਲੈਂਦਾ ਹੈ ਤਾਂ ਉਹਨੂੰ ਆਪਾਂ ਚੰਗਾ ਐਲਗੋਰਿਦਮ ਸਮਝਦੇ ਹਾਂ। ਸੋ ਇੱਥੇ ਸਮਝਣ ਵਾਲੀ ਗੱਲ, ਜਿਹੜੀ ਧਿਆਨ ਦੇਣ ਵਾਲੀ ਗੱਲ ਕੀ ਹੈ ਕਿ ਪੋਲੀਨੋਮੀਅਲ ਟਾਈਮ ਜਿਹੜੇ ਨੇ ਦੈਟ ਆਰ ਬੈਟਰ ਦੈਨ ਦਾ ਐਕਸਪੋਨੈਂਸ਼ੀਅਲ ਟਾਈਮ ਈਵਨ ਫॉर ਦਾ ਹਾਇਰ ਵੈਲਿਊਜ਼ ਆਫ n। ਫॉर एग्जांपल x raised to power 100 is much better than 2 raised to power 100. so 2 raised to power 100 means कि n ਦੀ ਵੈਲਿਊ 100 ਹੈ। ਸੋ ਆਪਾਂ ਇੱਥੇ 2 raised to power n ਦਾ ਫਾਰਮੂਲਾ ਯੂਜ਼ ਕਰ ਰਹੇ ਹਾਂ। ਇੱਥੇ x raised to power n that is polynomial। ਠੀਕ ਹੈ, ਸੋ ਪੋਲੀਨੋਮੀਅਲ ਜੇ n ਦੀ ਵੈਲਿਊ 100 ਵੀ ਹੋ ਜਾਵੇ ਤਾਂ x ਦੀ ਪਾਵਰ 100 is much better than 2 raised to power 100. so 2 raised to power 100 ਤਾਂ ਇੰਨੀ ਵੱਡੀ ਵੈਲਿਊ ਹੈ ਜਿਹੜੀ ਕਿ ਆਪਾਂ ਸਦੀਆਂ ਦੇ ਵਿੱਚ ਵੀ ਕੰਪਿਊਟ ਨਹੀਂ ਕਰ ਸਕਦੇ। ਇੰਨਾ ਟਾਈਮ ਜ਼ਿਆਦਾ ਲੱਗੇਗਾ ਕਿ ਆਪਾਂ ਨੂੰ ਸੈਂਚੁਰੀਜ਼ ਲੱਗ ਜਾਣਗੀਆਂ ਉਹਨੂੰ ਕੰਪਿਊਟ ਕਰਦੇ ਕਰਦੇ, ਤਾਂ ਵੀ ਹੋ ਸਕਦਾ ਉਹ ਆਪਣਾ ਆਨਸਰ ਜਿਹੜਾ ਹੈ ਕੰਪਿਊਟ ਨਾ ਕਰ ਪਾਉਣ। ਸੋ ਜਿਹੜੇ ਵੀ ਕਰੰਟ ਕੰਪਿਊਟਰਸ ਹੈਗੇ ਨੇ, ਐਗਜ਼ਿਸਟਿੰਗ ਕੰਪਿਊਟਰ ਹੈਗੇ ਨੇ, ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਸੋ ਅਲਟੀਮੇਟਲੀ ਬਿਗ O ਨੋਟੇਸ਼ਨ ਦੇ ਵਿੱਚ ਆਪਾਂ ਕੰਪੇਅਰ ਕਰਦੇ ਹਾਂ ਕਿ ਬਿਗ O ਨੋਟੇਸ਼ਨ ਦੇ ਵਿੱਚ ਆਪਣੇ ਕੋਲ ਦੋ ਤਰ੍ਹਾਂ ਦੇ ਐਲਗੋਰਿਦਮ ਹੁੰਦੇ ਨੇ, ਇੱਕ ਹੈ ਪੋਲੀਨੋਮੀਅਲ ਤੇ ਇੱਕ ਨੌਨ ਪੋਲੀਨੋਮੀਅਲ। ਸੋ ਪੋਲੀਨੋਮੀਅਲ ਐਲਗੋਰਿਦਮ ਨੂੰ ਬੈਟਰ ਮੰਨਿਆ ਜਾਂਦਾ ਹੈ ਨੌਨ ਪੋਲੀਨੋਮੀਅਲ ਐਲਗੋਰਿਦਮ ਦੇ ਨਾਲੋਂ। ਹੁਣ ਇਸ ਚੀਜ਼ ਨੂੰ ਸਮਝਣ ਵਾਸਤੇ ਆਪਾਂ ਇਹ ਦੇਖਾਂਗੇ ਕਿ ਇੱਕ ਟੇਬਲ ਦੀ ਐਗਜ਼ਾਮਪਲ ਦੇ ਨਾਲ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿਵੇਂ ਇੱਕ ਪੋਲੀਨੋਮੀਅਲ ਟਾਈਮ ਜਿਹੜਾ ਹੈ ਉਹ ਐਕਸਪੋਨੈਂਸ਼ੀਅਲ ਟਾਈਮ ਤੋਂ ਬੈਟਰ ਹੈ। ਸੋ ਸਪੋਜ਼ ਆ ਮੈਂ ਇੱਕ ਟੇਬਲ ਬਣਾ ਲਿਆ, ਇੱਕ ਕੰਪਿਊਟਰ ਲੈ ਲਿਆ। ਉਹ ਕੰਪਿਊਟਰ ਦੀ ਕੀ ਖਾਸੀਅਤ ਹੈ ਕਿ ਉਹ ਇੱਕ ਇੰਸਟਰਕਸ਼ਨ 1 ਮਾਈਕਰੋ ਸੈਕਿੰਡ ਦੇ ਵਿੱਚ, ਮਾਈਕਰੋ ਸੈਕਿੰਡ ਦਾ ਮਤਲਬ ਕੀ ਹੈ ਕਿ 1 ਸੈਕਿੰਡ ਦਾ 1000ਵਾਂ ਹਿੱਸਾ, 1 ਸੈਕਿੰਡ ਦੇ 1000ਵੇਂ ਹਿੱਸੇ ਦੇ ਵਿੱਚ ਜੇ ਮੇਰਾ ਕੰਪਿਊਟਰ ਇੱਕ ਇੰਸਟਰਕਸ਼ਨ ਐਗਜ਼ੀਕਿਊਟ ਕਰ ਦਿੰਦਾ ਹੈ ਤਾਂ ਉਹਦਾ ਨੰਬਰ ਆਫ ਇੰਸਟਰਕਸ਼ਨ, ਪੋਲੀਨੋਮੀਅਲ ਨੰਬਰ ਆਫ ਸਾਈਜ਼ ਡਾਟਾ ਆਈਟਮ ਤੇ ਐਲਗੋਰਿਦਮ ਦੀ ਕੰਪਲੈਕਸਿਟੀ ਦੇ ਨਾਲ ਆਪਾਂ ਇਹ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮੇਰੇ ਡੇਟਾ ਆਈਟਮ ਦੇ ਉੱਪਰ ਉਹ ਕਿੰਨਾ ਟਾਈਮ ਲਏਗਾ। ਫੋਰ ਐਗਜ਼ਾਮਪਲ ਜੇ ਮੇਰੇ ਕੋਲ ਪੋਲੀਨੋਮੀਅਲ ਕੁਆਡਰੈਟਿਕ ਇਕੁਏਸ਼ਨ ਹੈ, ਮੇਰੀ ਕੰਪਲੈਕਸਿਟੀ ਐਲਗੋਰਿਦਮ ਦੀ ਕੁਆਡਰੈਟਿਕ ਹੈ ਔਰ ਇਨਪੁਟ ਦਾ ਸਾਈਜ਼ 10
ਯੂਨਿਟ ਹੈ, ਦੈਟ ਮੀਨਸ ਉਹਦੇ 'ਚ 10 ਡਾਟਾ ਆਈਟਮਸ ਹੈਗੀਆਂ ਨੇ, ਤਾਂ 10 ਡਾਟਾ ਆਈਟਮ ਨੂੰ ਐਨ ਸਕੇਅਰ ਵਾਲਾ ਐਲਗੋਰਿਦਮ ਐਗਜ਼ੀਕਿਊਟ ਕਰਨ ਲਈ 1 ਸੈਕਿੰਡ ਦਾ 10,000ਵਾਂ ਹਿੱਸਾ ਲਏਗਾ। 1 ਸੈਕਿੰਡ ਦੇ 10,000ਵੇਂ ਹਿੱਸੇ ਦੇ ਵਿੱਚ ਉਹ 10 ਵੈਲਿਊ ਨੂੰ ਪ੍ਰੋਸੈਸ ਕਰ ਦੇਗਾ। ਪਰ ਜੇ ਮੈਂ ਹੁਣ ਵੈਲਿਊ ਨੂੰ 10 ਤੋਂ 20 ਇਨਕਰੀਜ਼ ਕਰਾਂ ਤਾਂ ਉਹ 1 ਸੈਕਿੰਡ ਦੇ 2500ਵੇਂ ਹਿੱਸੇ ਦੇ ਵਿੱਚ ਉਹਨੂੰ ਕੰਪਲੀਟ ਕਰ ਦੇਗਾ। ਔਰ ਜੇ ਮੈਂ 50 ਕਰਦੇ ਹਾਂ ਤਾਂ 1 ਸੈਕਿੰਡ ਦੇ 400ਵੇਂ ਹਿੱਸੇ ਦੇ ਵਿੱਚ ਉਹ ਸਾਰੀਆਂ ਡਾਟਾ ਨੂੰ ਪ੍ਰੋਸੈਸ ਕਰ ਦੇਗਾ। ਔਰ ਜੇ ਮੈਂ ਡਾਟਾ ਵੈਲਿਊਜ਼ 100 ਕਰਦੇ ਹਾਂ ਤਾਂ 1 ਸੈਕਿੰਡ ਦੇ 100ਵੇਂ ਹਿੱਸੇ ਦੇ ਵਿੱਚ ਉਹ ਸਾਰੀਆਂ ਵੈਲਿਊਜ਼ ਨੂੰ ਪ੍ਰੋਸੈਸ ਕਰ ਦੇਗਾ। ਔਰ ਜੇ ਮੈਂ ਉਹ ਵੈਲਿਊਜ਼ 300 ਕਰਦੇ ਹਾਂ 300 ਕਰਦੇ ਹਾਂ ਤਾਂ ਉਹ 9/10 ਸੈਕਿੰਡ ਲਏਗਾ ਉਹਨਾਂ ਸਾਰੀਆਂ ਡਾਟਾ ਨੂੰ ਪ੍ਰੋਸੈਸ ਕਰਨ ਦੇ ਵਿੱਚ। ਹੁਣ ਆਪਾਂ ਦੇਖਦੇ ਹਾਂ ਕਿ ਜੇ ਮੈਂ n5 ਵਾਲਾ ਐਲਗੋਰਿਦਮ ਲੈਣਾ, ਜੇ ਮੇਰਾ ਐਲਗੋਰਿਦਮ n⁵5 ਟਾਈਮ ਲੈਂਦਾ ਹੈਗਾ, ਇਹ ਵੀ ਪੋਲੀਨੋਮੀਅਲ ਹੀ ਹੈ, ਤਾਂ ਤੁਸੀਂ ਦੇਖੋਗੇ ਕਿ 10 ਆਈਟਮ ਨੂੰ ਪ੍ਰੋਸੈਸ ਕਰਨ ਲਈ ਉਹ 10ਵਾਂ ਹਿੱਸਾ ਲਏਗਾ 1 ਸੈਕਿੰਡ ਦਾ। ਉਸ ਤੋਂ ਬਾਅਦ ਜਿਉਂ ਹੀ ਆਪਾਂ ਆਈਟਮਸ 20 ਕੀਤੀਆਂ ਤਾਂ ਉਹਦਾ ਟਾਈਮ ਜਿਹੜਾ ਹੈ 3.2 ਸੈਕਿੰਡ ਹੋ ਗਿਆ। 50 ਆਈਟਮਸ ਦੇ ਨਾਲ ਉਹ 5.2 ਹੋ ਗਿਆ। 100 ਆਈਟਮ ਦੇ ਨਾਲ 2.8 ਆਵਰਸ ਲੈਣ ਲੱਗ ਗਿਆ। ਉਹ 300 ਆਈਟਮ 300 ਡਾਟਾ ਵੈਲਿਊ ਜੇ ਮੈਂ ਦੇਵਾਂ ਤਾਂ ਉਹ ਘੱਟੋ ਘੱਟ 28 ਦਿਨ ਲਏਗਾ ਉਹਨੂੰ ਪ੍ਰੋਸੈਸ ਕਰਨ ਲਈ। ਤੁਸੀਂ ਆਪਾਂ ਈਜ਼ੀਲੀ ਦੇਖ ਸਕਦੇ ਹਾਂ ਕਿ ਜੇ ਮੇਰਾ ਐਲਗੋਰਿਦਮ ਦੀ ਕੰਪਲੈਕਸਿਟੀ ਇਨਕਰੀਜ਼ ਹੁੰਦੀ ਹੈ, ਹੈਗੀ ਇਹ ਵੀ ਪੋਲੀਨੋਮੀਅਲ ਹੀ ਹੈ, ਤਾਂ ਜਿਉਂ-ਜਿਉਂ ਮੈਂ ਆਈਟਮ ਆਪਣੇ ਡਾਟਾ ਵੈਲਿਊਜ਼ ਦਾ ਸਾਈਜ਼ ਇਨਕਰੀਜ਼ ਕਰ ਰਿਹਾ ਤਾਂ ਮੇਰਾ ਟਾਈਮ ਜੋ ਹੈ ਉਹ ਵੀ ਇਨਕਰੀਜ਼ ਹੋ ਰਿਹਾ ਹੈ। ਔਰ 300 ਵੈਲਿਊਜ਼ 'ਤੇ ਜਾ ਕੇ ਜਿਹੜਾ ਟਾਈਮ ਹੈ ਉਹ ਘੱਟੋ ਘੱਟ 28 ਜਾਂ 29 ਦਿਨ ਮੈਨੂੰ ਲੱਗਣਗੇ। ਠੀਕ, ਹੁਣ ਆਪਾਂ ਆ ਜਾਈਏ, ਇਹ ਤਾਂ ਸੀਗੀਆਂ ਪੋਲੀਨੋਮੀਅਲ। ਇਸ ਤੋਂ ਬਾਅਦ ਜਿਹੜੀਆਂ ਨੈਕਸਟ ਦੋ ਲਿਖੀਆਂ ਹੋਈਆਂ ਨੇ ਇਹ ਮੈਂ ਐਕਸਪੋਨੈਂਸ਼ੀਅਲ ਲਿਖੀਆਂ ਹੋਈਆਂ ਨੇ। ਐਕਸਪੋਨੈਂਸ਼ੀਅਲ ਦੇ ਵਿੱਚ ਮੈਂ ਦੋ ਕੈਟੇਗਰੀਜ਼ ਕੰਸੀਡਰ ਕਰ ਰਿਹਾ, 2⁻n ਤੇ n⁻n। ਸੋ ਦੇਖੋ ਜੇ ਆਪਾਂ 10 ਡਾਟਾ ਵੈਲਿਊ ਤੇ ਐਲਗੋਰਿਦਮ ਚਲਾਉਂਦੇ ਆ ਤਾਂ ਇਹ 1 ਸੈਕਿੰਡ ਦਾ 1000ਵਾਂ ਹਿੱਸਾ ਲੈਂਦਾ ਹੈ, ਜਦ ਕਿ n⁻n ਵਾਲਾ 2.8 ਆਵਰਸ 2.8 ਆਵਰਸ, ਦੈਟ ਮੀਨਸ ਲਗਭਗ 3 ਘੰਟੇ ਹੋ ਗਏ। ਸਿਰਫ 10 ਵੈਲਿਊ ਨੂੰ ਪ੍ਰੋਸੈਸ ਕਰਨ ਲਈ ਉਹਨੂੰ 3 ਘੰਟੇ ਲੱਗਣਗੇ। ਹੁਣ ਆਪਾਂ ਵੈਲਿਊਜ਼ ਇਨਕਰੀਜ਼ ਕਰ ਦਈਏ 20, ਜਦ ਕਿ 2⁻n ਵਾਲਾ ਲੈ ਰਿਹਾ 1 ਸੈਕਿੰਡ, ਤਾਂ n⁻n ਵਾਲਾ 20 ਵੈਲਿਊ ਨੂੰ ਪ੍ਰੋਸੈਸ ਕਰਨ ਲਈ 3.3 ਟ੍ਰਿਲੀਅਨ ਈਅਰਸ ਲਏਗਾ, ਜਿਹੜੇ ਕਿ ਤੁਸੀਂ ਆਪਣੀ ਲਾਈਫ ਟਾਈਮ ਦੇ ਵਿੱਚ ਕਦੇ ਨਹੀਂ ਦੇਖ ਪਾਓਗੇ। ਸੋ ਜੇ ਤੁਸੀਂ ਅੱਜ ਐਲਗੋਰਿਦਮ ਨੂੰ ਚਲਾ ਦਿੰਦੇ ਹੋ ਤਾਂ ਤੁਹਾਡੀ ਸਾਰੀ ਜ਼ਿੰਦਗੀ ਖਤਮ ਹੋ ਜਾਏਗੀ, ਤੁਹਾਡੀ ਅਗਲੀਆਂ ਪੁਸ਼ਤਾਂ ਵੀ ਖਤਮ ਹੋ ਜਾਣਗੀਆਂ। ਉਸ ਤੋਂ ਬਾਅਦ ਜਾ ਕੇ ਕਿਤੇ ਉਹਦਾ ਆਨਸਰ ਆਏਗਾ, ਜਿਹੜੀਆਂ ਕਿ ਤੁਹਾਡੀਆਂ ਅਗਲੀਆਂ 8-10 ਪੁਸ਼ਤਾਂ ਬਾਅਦ ਦਿਖੇਗਾ। ਇਸੇ ਤਰ੍ਹਾਂ ਉਹ ਵੀ ਤਾਂ ਜੇ ਮਤਲਬ ਕੰਪਿਊਟਰ ਕੰਟੀਨਿਊਸਲੀ ਇੰਨਾ ਟਾਈਮ ਚੱਲਦਾ ਰਹਿ ਪਾਵੇ। ਸੋ ਹਾਲੇ ਤੱਕ ਇਹੋ ਜਿਹੀ ਟੈਕਨੋਲੋਜੀ ਡਿਵੈਲਪ ਨਹੀਂ ਹੋਈ ਹੈ। ਸੋ ਜੇ ਆਪਾਂ 50 ਵੈਲਿਊਜ਼ ਕਰਤੀਆਂ, ਇਨਪੁਟ ਦਾ ਸਾਈਜ਼ ਮੇਰਾ 50 ਹੋ ਗਿਆ, ਤਾਂ ਤੁਸੀਂ ਦੇਖੋਗੇ ਕਿ ਐਕਸਪੋਨੈਂਸ਼ੀਅਲ 2⁻n ਵਾਲਾ ਜਿਹੜਾ ਐਲਗੋਰਿਦਮ ਹੈ ਉਹ 35 ਸਾਲ ਲਏਗਾ। ਔਰ ਜਦੋਂ ਕਿ n⁻n ਵਾਲਾ ਜਿਹੜਾ ਐਲਗੋਰਿਦਮ ਹੈ ਉਹ 70 ਡਿਜਿਟ ਨੰਬਰ ਆਫ ਸੈਂਚੁਰੀਜ਼, ਇੰਨੀਆਂ ਸੈਂਚੁਰੀਜ਼ ਜਿਹੜੀਆਂ ਕਿ 70 ਡਿਜਿਟ ਨੰਬਰ ਦੇ ਨਾਲ ਮਿਲ ਕੇ ਬਣਦੀਆਂ ਨੇ, ਉਨੀਆਂ ਸੈਂਚੁਰੀਜ਼ ਲਏਗਾ। ਸੋ ਇਸੇ ਤਰ੍ਹਾਂ ਜੇ 100 ਕਰ ਦਿੰਦੇ ਆ ਤਾਂ ਵੈਲਿਊਜ਼, ਔਰ ਤੁਸੀਂ ਦੇਖੋਗੇ ਕਿ ਆਹ ਜਿਹੜੀਆਂ ਵੈਲਿਊਜ਼ ਨੇ ਜਿਉਂ-ਜਿਉਂ ਮੈਂ ਇਨਪੁਟ ਦਾ ਸਾਈਜ਼ ਇਨਕਰੀਜ਼ ਕਰ ਰਿਹਾ ਹਾਂ, ਜੋ ਮੇਰੀ ਆਊਟਪੁੱਟ ਹੈ ਟਾਈਮ ਜੋ ਲੈ ਰਿਹਾ ਹੈ ਪੋਲੀਨੋਮੀਅਲ ਟਾਈਮ ਦੇ ਵਿੱਚ, ਤਾਂ ਫਿਰ ਵੀ ਪੋਸੀਬਲ ਹੈ ਕਿ ਮੈਂ ਉਹਦਾ ਆਨਸਰ ਦੇਖ ਪਾਵਾਂਗਾ ਆਪਣੀ ਜ਼ਿੰਦਗੀ ਦੇ ਵਿੱਚ। ਬਟ ਜਿਹੜਾ ਐਕਸਪੋਨੈਂਸ਼ੀਅਲ ਐਲਗੋਰਿਦਮ ਹੈ ਉਹਨਾਂ ਦੇ ਵਿੱਚ ਮੈਨੂੰ श्योर है कि मैं अपनी लाइफ के ਤਾਂ ਕਿ ਮੇਰੀਆਂ ਅਗਲੀਆਂ 20 ਪੁਸ਼ਤਾਂ ਵੀ ਆ ਜਾਣ ਉਹ ਵੀ ਇਸ ਕੁਐਸਚਨ ਦਾ ਆਨਸਰ ਨਹੀਂ ਦੇਖ ਪਾਣਗੀਆਂ। ਸੋ ਇਹ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜਿਹੜਾ ਪੋਲੀਨੋਮੀਅਲ ਟਾਈਮ ਹੈ ਉਹ ਬੈਟਰ ਹੈ ਤੇ ਜਿਹੜਾ ਐਕਸਪੋਨੈਂਸ਼ੀਅਲ ਟਾਈਮ ਹੈ ਉਹ ਹੁਣ ਉਹ ਚੰਗਾ ਨਹੀਂ ਹੈ, ਉਹ ਮਾੜਾ ਟਾਈਮ ਹੈ। ਸੋ ਜੇ ਕੋਈ ਐਲਗੋਰਿਦਮ ਐਕਸਪੋਨੈਂਸ਼ੀਅਲ ਟਾਈਮ ਲੈਂਦਾ ਹੈ ਤਾਂ ਆਪਾਂ ਇਹ ਕਹਿੰਦੇ ਆ ਕਿ ਉਹ ਐਲਗੋਰਿਦਮ ਬੇਕਾਰ ਐਲਗੋਰਿਦਮ ਹੈ ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦਾ ਪੋਲੀਨੋਮੀਅਲ ਟਾਈਮ ਵਾਲਾ ਐਲਗੋਰਿਦਮ ਲੱਭੀਏ ਜਾਂ ਇਹੋ ਜਿਹਾ ਐਲਗੋਰਿਦਮ ਲੱਭੀਏ ਜਿਹੜਾ ਕਿ ਪੋਲੀਨੋਮੀਅਲ ਟਾਈਮ ਲਏਗਾ। ਸੋ ਇੱਥੋਂ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਐਲਗੋਰਿਦਮ ਨੂੰ ਆਪਾਂ ਐਫੀਸ਼ੀਐਂਟ ਮੰਨਾਂਗੇ, ਐਲਗੋਰਿਦਮ ਨੂੰ ਆਪਾਂ ਐਫੀਸ਼ੀਐਂਟ ਕਵਾਂਗੇ ਜੇ ਕੀ ਹੋਏਗਾ ਇਹਦੀ ਟਾਈਮ ਕੰਪਲੈਕਸਿਟੀ ਜਿਹੜੀ ਆ ਉਹ ਪੋਲੀਨੋਮੀਅਲ ਫੰਕਸ਼ਨ ਹੋਏਗੀ ਤਾਂ ਆਪਾਂ ਐਲਗੋਰਿਦਮ ਨੂੰ ਐਫੀਸ਼ੀਐਂਟ ਕਹਿੰਦੇ ਆ। ਐਗਜ਼ਾਮਪਲ ਹੋ ਗਈ ਆਪਣੀ n ਸਕੁਅਰ, n ਕਿਊਬ, log n, n log n, n5, all these are the polynomial function. So our algorithm is we can say that our algorithm is efficient. But ਜੇ ਆਪਣੇ ਕੋ ਜਿਹੜਾ ਫੰਕਸ਼ਨ ਹੈ ਐਕਸਪੋਨੈਂਸ਼ੀਅਲ ਫੰਕਸ਼ਨ ਨਿਕਲ ਕੇ ਆ ਰਿਹਾ ਟਾਈਮ ਕੰਪਲੈਕਸਿਟੀ ਦਾ, ਤਾਂ ਆਪਾਂ ਕਵਾਂਗੇ
कि दिस इज़ इनएफिशिएंट। जे अपनी टाइम कंपलैक्सिटी का फंक्शन एक्सपोनेंशियल निकल के आ रहा है तो आप सीधे तौर पर साफ साफ तरीके नाल कह सकते हैं कि मेरा एल्गोरिदम इनएफिशिएंट है। ਉਹਦੀ ਜਿਹੜੀ एग्जाम्पल है 2 रेज़ टू पावर n, n इंटू 2 रेज़ टू पावर n, 3 रेज़ टू पावर n रेज़ टू पावर n, 2 फैक्टोरियल, 5 फैक्टोरियल, n फैक्टोरियल, all these are the inefficient algorithm and these algorithms are infeasible for large number of n। ਜਿਉਂ ਜਿਉਂ ਆਪਾਂ n ਦਾ ਸਾਈਜ਼ ਇਨਕਰੀਜ਼ ਕਰਾਂਗੇ ਇਹ ਐਲਗੋਰਿਦਮ ਦੀ ਆਊਟਪੁੱਟ ਲੈਣੀ ਬਹੁਤ ਮੁਸ਼ਕਿਲ ਹੋ ਜਾਏਗੀ। ਉਹ ਆਪਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਦਿਸ ਇਜ਼ ਇਨਫੀਜ਼ੀਬਲ, ਕਿ ਹੋ ਨਹੀਂ ਸਕਦਾ, ਇਟ ਇਜ਼ ਨਾਟ ਪੋਸੀਬਲ ਇਨ ਮਾਈ ਲਾਈਫ ਟਾਈਮ। ਮੇਰੀ ਜ਼ਿੰਦਗੀ ਦੇ ਵਿੱਚ ਤਾਂ ਨਹੀਂ ਹੋਏਗਾ, ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਹੋ ਜਾਵੇ ਤਾਂ ਕਹਿ ਨਹੀਂ ਸਕਦੇ, ਤਾਂ ਮੇਰੀਆਂ ਅਗਲੀਆਂ ਪੁਸ਼ਤਾਂ ਦੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਕਿ ਹੋ ਜਾਵੇ। ਬਟ ਜਿਉਂ ਜਿਉਂ ਆਪਾਂ n ਦਾ ਸਾਈਜ਼ ਇਨਕਰੀਜ਼ ਕਰਾਂਗੇ ਤਾਂ ਆਪਾਂ ਇਸ ਵਿੱਚੋਂ ਆਨਸਰ ਨਹੀਂ ਲੈ ਸਕਦੇ। ਸੋ ਇਸ ਗੱਲ ਤੋਂ ਦੋ ਗੱਲਾਂ ਕਲੀਅਰ ਹੋ ਗਈਆਂ ਕਿ ਆਪਣੇ ਜਿਹੜੇ ਐਲਗੋਰਿਦਮ ਹੈ ਉਹ ज़्यादा एफिशिएंट हो सकते हैं ਜਾਂ इनएफिशिएंट हो सकते हैं। डिपेंड करता है कि आप किस तरह का फंक्शन ਉਹਦਾ ਆਪਾਂ जनरेट करते हैं, ਜਿਹੜੀ ਉਹਦੀ टाइम कंपलैक्सिटी ਉਹ किस तरह की जनरेट होके आती है। सो ਇਹਨਾਂ ਸਾਰੀਆਂ ਗੱਲਾਂ ਦੇ ਬੇਸ ਤੇ ਇਹਨਾਂ ਸਾਰੀਆਂ ਗੱਲਾਂ ਦੇ ਬੇਸ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਮੇਰੀਆਂ ਪ੍ਰੋਬਲਮਸ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੁੰਦੀਆਂ ਨੇ। ਉਹਨਾਂ ਨੂੰ ਆਪਾਂ ਕਹਿੰਦੇ ਇੱਕ ਟਰੈਕਟੇਬਲ ਪ੍ਰੋਬਲਮ ਤੇ ਇਨਟਰੈਕਟੇਬਲ ਪ੍ਰੋਬਲਮ। ਟਰੈਕਟੇਬਲ ਪ੍ਰੋਬਲਮ ਉਹ ਨੇ ਜਿਹੜੀਆਂ ਕਿ ਪੋਲੀਨੋਮੀਅਲ ਟਾਈਮ ਦੇ ਵਿੱਚ ਸੋਲਵ ਹੋ ਜਾਂਦੀਆਂ ਨੇ, ਉਹਨਾਂ ਨੂੰ ਆਪਾਂ ਕਹਿੰਦੇ ਆ ਟਰੈਕਟੇਬਲ ਪ੍ਰੋਬਲਮ। ਦੈਟ ਮੀਨਸ ਅਪਰ ਬਾਉਂਡ ਇਜ਼ ਪੋਲੀਨੋਮੀਅਲ, ਕਿ ਉਸ ਤੋਂ ਘੱਟ ਟਾਈਮ ਦੇ ਵਿੱਚ ਜਾਂ ਮੈਕਸਿਮਮ ਜਿਹੜਾ ਪੋਲੀਨੋਮੀਅਲ ਨੇ ਟਾਈਮ ਲੈਣਾ ਹੈ ਉਸ ਟਾਈਮ ਦੇ ਵਿੱਚ ਜਿਹੜੀਆਂ ਪ੍ਰੋਬਲਮ ਸੋਲਵ ਹੋ ਸਕਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਟਰੈਕਟੇਬਲ ਪ੍ਰੋਬਲਮ। ਔਰ ਪ੍ਰੋਬਲਮ ਦੈਟ ਕੈਨ ਨਾਟ ਬੀ solved by polynomial time algorithm ਉਹਨਾਂ ਨੂੰ ਆਪਾਂ ਕਹਿੰਦੇ ਆ intractable problem। ਸੋ ਟਰੈਕਟੇਬਲ ਐਂਡ ਇਨਟਰੈਕਟੇਬਲ ਦੇ ਵਿੱਚ ਦੋ ਤਰ੍ਹਾਂ ਦੀਆਂ ਆਪਣੀਆਂ ਪ੍ਰੋਬਲਮ ਨਿਕਲ ਕੇ ਆ ਰਹੀਆਂ ਨੇ। ਬਟ ਕੁਝ ਪ੍ਰੋਬਲਮ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਇਹਨਾਂ ਦੋਨਾਂ ਦੇ ਵਿਚਕਾਰ ਪਈਆਂ ਨੇ। ਦੇ ਆਰ lying in between these two kind of problem। so in fact we can say that there are three broad classes। ਕੁਝ ਉਹ ਪ੍ਰੋਬਲਮ ਜਿਨ੍ਹਾਂ ਦਾ ਪੋਲੀਨੋਮੀਅਲ ਟਾਈਮ ਐਲਗੋਰਿਦਮ ਆਪਾਂ ਨੂੰ ਪਤਾ ਹੈ, that is the first kind of problem। second ਉਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਕਿ ਪ੍ਰੂਵੇਬਲੀ ਇੰਟਰੈਕਟੇਬਲ, ਮਤਲਬ ਕਿ ਉਹਨਾਂ ਨੂੰ ਪ੍ਰੂਵ ਹੋ ਚੁੱਕਾ ਕਿ ਉਹਨਾਂ ਦਾ ਕੋਈ ਵੀ ਪੋਲੀਨੋਮੀਅਲ ਟਾਈਮ ਐਲਗੋਰਿਦਮ ਐਗਜ਼ਿਸਟ ਨਹੀਂ ਕਰ ਰਿਹਾ। ਠੀਕ। ਤੀਸਰੀ ਤਰ੍ਹਾਂ ਦੀਆਂ ਉਹ ਪ੍ਰੋਬਲਮ ਨੇ ਜਿਹੜੀਆਂ ਕਿ ਫਿਲਹਾਲ ਆਪਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਕੋਈ ਪੋਲੀਨੋਮੀਅਲ ਟਾਈਮ ਐਲਗੋਰਿਦਮ ਹੈ, पर यह भी आप साबित नहीं कर पाए कि उन्होंने पॉलीनोमियल टाइम एल्गोरिदम नहीं होएगा। सो आप इन बिटवीन वाला केस आ गया कि ना तो अपने को हले वह पॉलीनोमियल टाइम वाला एल्गोरिदम हैगा आ, ते ना ही आप ये प्रूव कर पाए हैं कि वह इन फ्यूचर पॉलीनोमियल टाइम एल्गोरिदम नहीं लभ्या जा सकता। सो ये आप उम्मीद के बैठे हैं, इस आस के बैठे हैं कि कुछ प्रॉब्लम यहो जिहियां हैगियां ने जिन्हां दा फ्यूचर के हो सकता है पॉलीनोमियल टाइम एल्गोरिदम निकल आवे, पर हाल की घड़ी वो पॉलीनोमियल नहीं हैगा। तो आप उन्होंने कहने हैगियां ये भी इंटरैक्टेबल ने अज की डेट के पहली सैकेंड भी इंटरैक्टेबल है, थर्ड भी इंटरैक्टेबल है। दिस वन इज़ ट्रैक्टेबल। ट्रैक्टेबल का मतलब की है कि जड़ियाँ कि पॉलीनोमियल टाइम के सॉल्व हो सकती हैं, उन्होंने बारे तो कोई रौला ही है नहीं गा, उन्होंने बारे कोई लड़ाई नहीं हैगी। बट ਜਿਹੜੀਆਂ ਪਿੱਛੇ ਇੰਟਰੈਕਟੇਬਲ ਬਚ ਗਈਆਂ ਉਹਦੀਆਂ ਵੀ ਅੱਗੇ ਦੋ ਕਿਸਮਾਂ ਨੇ। ਇੱਕ ਉਹ ਇੰਟਰੈਕਟੇਬਲ ਜਿਹੜੀਆਂ ਕਿ ਪ੍ਰੂਵ ਹੋ ਚੁੱਕੀਆਂ ਨੇ ਕਿ ਜਿਨ੍ਹਾਂ ਦਾ ਪੋਲੀਨੋਮੀਅਲ ਟਾਈਮ ਐਲਗੋਰਿਦਮ ਹੋ ਹੀ ਨਹੀਂ ਸਕਦਾ, ਤੇ ਇੱਕ ਉਹ ਇੰਟਰੈਕਟੇਬਲ ਜਿਨ੍ਹਾਂ ਦੇ ਬਾਰੇ ਹੱਲੇ ਤੱਕ ਇਹ ਸਾਬਿਤ ਨਹੀਂ ਹੋ ਪਾਇਆ ਕਿ ਉਹਨਾਂ ਦਾ ਪੋਲੀਨੋਮੀਅਲ ਟਾਈਮ ਐਲਗੋਰਿਦਮ ਨਹੀਂ ਹੋਏਗਾ। ਇਨ ਫਿਊਚਰ ਹੋ ਸਕਦਾ ਕਿ ਉਹਨਾਂ ਦਾ ਕੋਈ ਨਿਕਲ ਆਵੇ, ਜਾਂ ਆਪਾਂ ਇਹ ਵੀ ਸਾਬਿਤ ਨਹੀਂ ਕਰ ਪਾਏ ਕਿ ਇਹਨਾਂ ਦਾ ਪੋਲੀਨੋਮੀਅਲ ਟਾਈਮ ਨਹੀਂ ਹੈਗਾ, ਐਲਗੋਰਿਦਮ ਐਗਜ਼ਿਸਟ ਨਹੀਂ ਕਰਦਾ, ਇਹ ਵੀ ਹੱਲੇ ਆਪਾਂ ਪ੍ਰੂਵ ਨਹੀਂ ਕਰ ਪਾਏ। ਹੁਣ ਆਪਾਂ ਆਉਂਦੇ ਹਾਂ ਇੱਕ ਅਲੱਗ ਤਰ੍ਹਾਂ ਦੀ ਡੈਫੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਡਿਟਰਮਿਨਿਸਟਿਕ ਤੇ ਨਾਨ ਡਿਟਰਮਿਨਿਸਟਿਕ। ਐਲਗੋਰਿਦਮ ਦੀ ਡੈਫੀਨੇਸ਼ਨ ਹੈ ਐਲਗੋਰਿਦਮ ਜਿਹੜੇ ਨੇ ਉਹ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ ਨੇ, ਡਿਟਰਮਿਨਿਸਟਿਕ ਤੇ ਨਾਨ ਡਿਟਰਮਿਨਿਸਟਿਕ। ਹੁਣ ਤੱਕ ਜੋ ਆਪਾਂ ਪੜ੍ਹਿਆ ਕਿ ਐਲਗੋਰਿਦਮ ਜਿਹੜੇ ਆ ਉਹ ਡਿਸੀਜਨ ਟਾਈਪ ਦੇ ਐਲਗੋਰਿਦਮ ਨੇ, ਪ੍ਰੋਬਲਮ ਨੇ, ਜਾਂ ਜਿਹੜੀਆਂ ਆਪਾਂ ਪਹਿਲਾਂ ਗੱਲ ਕੀਤੀ ਉਹ ਪ੍ਰੋਬਲਮ ਦੀ ਸੀ। ਸੋ ਹੁਣ ਤੱਕ ਆਪਾਂ ਪ੍ਰੋਬਲਮ ਦੀ ਗੱਲ ਕਰ ਲਈ। ਪ੍ਰੋਬਲਮ ਦੇ ਵਿੱਚ ਆਪਾਂ ਇਹ ਦੇਖਿਆ ਕਿ ਦੋ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਨੇ, ਕੁਝ ਡਿਸੀਜਨ ਮੇਕਿੰਗ ਪ੍ਰੋਬਲਮ ਹੁੰਦੀਆਂ ਨੇ, ਕੁਝ ਆਪਣੀਆਂ ਆਪਟੀਮਾਈਜੇਸ਼ਨ ਪ੍ਰੋਬਲਮ ਹੁੰਦੀਆਂ ਨੇ। ਹਰ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਕਈ ਐਲਗੋਰਿਦਮ ਹੋ ਸਕਦੇ ਨੇ, ਇੱਕ ਪ੍ਰੋਬਲਮ ਮਲਟੀਪਲ ਐਲਗੋਰਿਦਮ। ਹੁਣ ਉਹਨਾਂ ਐਲਗੋਰਿਦਮ ਦੇ ਵਿੱਚ ਵੀ ਅੱਗੇ ਫਰਦਰ ਫਿਰ ਕਲਾਸੀਫਿਕੇਸ਼ਨ ਹੈ ਕਿ ਕੁਝ ਐਲਗੋਰਿਦਮ ਪੋਲੀਨੋਮੀਅਲ ਵਾਲੇ ਨੇ, ਕੁਝ ਐਲਗੋਰਿਦਮ ਐਕਸਪੋਨੈਂਸ਼ੀਅਲ ਟਾਈਮ ਲੈਂਦੇ ਨੇ। ਉਹ ਜਿਹੜੇ ਪੋਲੀਨੋਮੀਅਲ ਟਾਈਮ ਤੇ ਐਕਸਪੋਨੈਂਸ਼ੀਅਲ ਟਾਈਮ ਹੈ ਉਹ ਉਹਨਾਂ ਦਾ ਟਾਈਮ ਕੰਪਲੈਕਸਿਟੀ ਦੇ ਹਿਸਾਬ ਨਾਲ ਹੈ।
ਇਸੇ ਤਰ੍ਹਾਂ ਉਹਨਾਂ ਦੀ ਐਲਗੋਰਿਦਮ ਦੀ ਇੱਕ ਹੋਰ ਕਲਾਸੀਫਿਕੇਸ਼ਨ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਡਿਟਰਮਿਨਿਸਟਿਕ ਤੇ ਨਾਨ ਡਿਟਰਮਿਨਿਸਟਿਕ। ਐਲਗੋਰਿਦਮ ਜਿਹੜੇ ਨੇ ਉਹ ਡਿਟਰਮਿਨਿਸਟਿਕ ਵੀ ਹੋ ਸਕਦੇ ਨੇ, ਐਲਗੋਰਿਦਮ ਜਿਹੜੇ ਆ ਨਾਨ ਡਿਟਰਮਿਨਿਸਟਿਕ ਵੀ ਹੋ ਸਕਦੇ ਨੇ। ਹੁਣ ਡਿਟਰਮਿਨਿਸਟਿਕ ਦਾ ਕੀ ਮਤਲਬ ਹੈ? ਡਿਟਰਮਿਨਿਸਟਿਕ ਮੀਨਸ ਡਿਟਰਮਾਈਨ, ਜਿਨ੍ਹਾਂ ਦੇ ਬਾਰੇ ਆਪਾਂ ਨੂੰ ਇਨਫੋਰਮੇਸ਼ਨ ਹੈ, ਵੀ ਆਰ ਡਿਟਰਮਿਨਿਸਟਿਕ, ਜਿਨ੍ਹਾਂ ਦੀ ਆਊਟਕਮ ਫਿਕਸਡ ਹੈ। ਸੋ ਡਿਟਰਮਿਨਿਸਟਿਕ ਐਲਗੋਰਿਦਮ ਉਹ ਐਲਗੋਰਿਦਮ ਹੈ ਜਿਨ੍ਹਾਂ ਦੀ ਆਊਟਕਮ ਫਿਕਸਡ ਹੈ, ਦੈਟ ਇਜ਼ ਵੀ ਕੈਨ ਡਿਟਰਮਾਈਨ ਦਾ ਆਊਟਕਮ ਆਫ ਦੀ ਐਲਗੋਰਿਦਮ। ਆਪਾਂ ਨੂੰ ਪਤਾ ਲੱਗ ਸਕਦਾ, ਆਪਾਂ ਐਲਗੋਰਿਦਮ ਦੇਖਦੇ ਹਾਂ, ਆਪਾਂ ਆਪਣੇ ਮਾਈਂਡ ਦੇ ਵਿੱਚ ਐਲਗੋਰਿਦਮ ਨੂੰ ਚਲਾਈਏ ਸਟੈਪ ਬਾਏ ਸਟੈਪ, ਤਾਂ ਆਪਾਂ ਪਤਾ ਕਰ ਸਕਦੇ ਹਾਂ ਕਿ ਇਸ ਸਟੈਪ ਤੋਂ ਬਾਅਦ ਕੀ ਆਊਟਪੁੱਟ ਆਏਗੀ, ਅਗਲੇ ਸਟੈਪ ਤੋਂ ਬਾਅਦ ਕੀ ਆਊਟਪੁੱਟ ਆਏਗੀ, ਉਸ ਤੋਂ ਬਾਅਦ ਕੀ ਆਏਗੀ, ਔਰ ਫਾਈਨਲੀ ਕੀ ਆਊਟਪੁੱਟ ਆਣੀ ਹੈ। ਤੋ ਹਰ ਸਟੈਪ ਦਾ ਆਪਾਂ ਨੂੰ ਕਲੈਰਿਟੀ ਹੈ, ਹਰ ਸਟੈਪ ਦੇ ਬਾਰੇ ਆਪਾਂ ਦੀ ਉਹਦੀ ਇਨਪੁੱਟ ਵੀ ਪਤਾ ਹੈ, ਹਰ ਸਟੈਪ ਦੇ ਆਪਾਂ ਨੂੰ ਆਊਟਪੁੱਟ ਵੀ ਪਤਾ ਹੈ। ਤਾਂ ਇਹੋ ਜਿਹੇ ਐਲਗੋਰਿਦਮ ਨੂੰ ਆਪਾਂ ਕਹਿੰਦੇ ਹਾਂ ਡਿਟਰਮਿਨਿਸਟਿਕ ਐਲਗੋਰਿਦਮ, ਜਿੱਥੇ ਆਊਟਕਮ ਫਿਕਸਡ ਹੈ। ਜਿੰਨੀ ਵਾਰ ਤੁਸੀਂ ਉਸ ਪ੍ਰੋਗਰਾਮ ਨੂੰ ਚਲਾ ਲਓ, ਜਿੰਨੀ ਵਾਰ ਤੁਸੀਂ ਉਸ ਐਲਗੋਰਿਦਮ ਨੂੰ ਸੇਮ ਇਨਪੁੱਟ ਦੇ ਲਈ ਉਹ ਸੇਮ ਆਊਟਪੁੱਟ ਪ੍ਰੋਡਿਊਸ ਕਰੇਗਾ। ਸੋ ਜੇ ਆਪਾਂ ਕੋਈ ਇਨਪੁੱਟ ਦਿੰਦੇ ਹਾਂ ਪਹਿਲੀ ਵਾਰੀ, ਤਾਂ ਜੋ ਆਊਟਪੁੱਟ ਫਸਟ ਟਾਈਮ ਆਉਂਦੀ ਹੈ, ਸੈਕਿੰਡ ਟਾਈਮ ਵੀ ਜੇ ਸੇਮ ਇਨਪੁੱਟ ਦਈਏ ਤਾਂ ਸੇਮ ਹੀ ਆਊਟਪੁੱਟ ਆਏਗੀ, ਥਰਡ ਟਾਈਮ ਉਹੀ ਇਨਪੁੱਟ ਦਈਏ ਤਾਂ ਅਗੇਨ ਸੇਮ ਆਊਟਪੁੱਟ ਆਏਗੀ। ਸੋ ਇੱਥੇ ਜਿਹੜਾ ਆਪਾਂ ਡਿਟਰਮਾਈਨ ਕਰ ਸਕਦੇ ਹਾਂ ਕਿ ਇਸ ਇਨਪੁੱਟ ਦੇ ਲਈ ਕਿਹੜੀ ਆਊਟਪੁੱਟ ਆਏਗੀ। ਫੋਰ ਐਗਜ਼ਾਮਪਲ ਲੀਨੀਅਰ ਸਰਚ ਐਲਗੋਰਿਦਮ ਹੈ, ਬਾਈਨਰੀ ਸਰਚ ਐਲਗੋਰਿਦਮ ਹੈ, ਜਿੰਨੇ ਵੀ ਸੌਰਟਿੰਗ ਐਲਗੋਰਿਦਮ ਹੈ, ਜਿੰਨੇ ਮਲਟੀਪਲੀਕੇਸ਼ਨ ਐਲਗੋਰਿਦਮ ਹੈ, ਮੈਟ੍ਰਿਕਸ ਨੂੰ ਮਲਟੀਪਲਾਈ ਕਰਨਾ ਹੈ, ਸੋ ਉਹ ਸਾਰੇ ਐਲਗੋਰਿਦਮ ਜਿਹੜੇ ਨੇ ਉਹ ਡਿਟਰਮਿਨਿਸਟਿਕ ਹੈ। ਡਿਟਰਮਿਨਿਸਟਿਕ ਦਾ ਮਤਲਬ ਕੀ ਹੈ ਕਿ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਜੇ ਲੀਨੀਅਰ ਸਰਚ ਦੇ ਵਿੱਚ ਮੈਂ ਕੋਈ ਵੈਲਿਊ ਫਾਈਂਡ ਆਊਟ ਕਰ ਰਿਹਾ, ਤਾਂ ਜੇ ਫਸਟ ਟਾਈਮ ਮੈਨੂੰ ਉਹ ਵੈਲਿਊ ਦੂਸਰੇ ਇੰਡੈਕਸ ਨੰਬਰ ਤੇ ਮਿਲ ਗਈ ਤਾਂ ਸੈਕਿੰਡ ਟਾਈਮ ਵੀ ਉਹ ਮਿਲ ਜਾਏਗੀ, ਥਰਡ ਟਾਈਮ ਵੀ ਮਿਲ ਜਾਏਗੀ, 1000ਵੀਂ ਵਾਰ ਵੀ ਉਹ ਮਿਲ ਜਾਏਗੀ। ਸੋ ਆਪਾਂ ਡਿਟਰਮਾਈਂਡ ਆ, ਆਪਾਂ ਨੂੰ ਕਲੀਅਰ ਹੈ ਕਿ ਉਹ ਆਊਟਕਮ ਕਿਵੇਂ ਆ ਰਹੀ ਹੈ ਔਰ ਕਿਸ ਤਰ੍ਹਾਂ ਆ ਰਹੀ ਹੈ। ਠੀਕ, ਉਸੇ ਤਰ੍ਹਾਂ ਕੁਝ ਐਲਗੋਰਿਦਮ ਆਪਣੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਨਾਨ ਡਿਟਰਮਿਨਿਸਟਿਕ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਆਊਟਕਮ ਫਿਕਸਡ ਨਹੀਂ ਹੈ। ਵੀ ਕੈਨ ਨੋਟ ਪ੍ਰੈਡਿਕਟ ਦਾ ਆਊਟਕਮ, ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਸ ਐਲਗੋਰਿਦਮ ਨੇ ਕੀ ਆਊਟਪੁੱਟ ਦੇ ਦੇਣੀ ਹੈ। ਈਚ ਟਾਈਮ ਦਾ ਐਲਗੋਰਿਦਮ ਐਗਜ਼ੀਕਿਊਟਸ, ਹਰ ਵਾਰੀ ਜਦੋਂ ਉਹ ਐਗਜ਼ੀਕਿਊਟ ਹੋਏਗਾ, ਇਟ ਮੇ ਪ੍ਰੋਡਿਊਸ ਡਿਫਰੈਂਟ ਰਿਜ਼ਲਟਸ ਫॉर द ਸੇਮ ਸੈਟ ਆਫ ਇਨਪੁੱਟ। ਕੀ ਤੁਸੀਂ ਸੋਚ ਸਕਦੇ ਹੋ ਕਿ ਇਦਾਂ ਵੀ ਹੋ ਸਕਦਾ ਹੈ ਕਿ ਇੱਕੋ ਤਰ੍ਹਾਂ ਦੀ ਇਨਪੁੱਟ ਵਾਸਤੇ ਆਪਣਾ ਐਲਗੋਰਿਦਮ ਅਲੱਗ-ਅਲੱਗ ਤਰ੍ਹਾਂ ਦੀ ਆਊਟਪੁੱਟ ਦੇਵੇ। ਸੋ ਜੇ ਮੇਰਾ ਐਲਗੋਰਿਦਮ ਇਸ ਤਰ੍ਹਾਂ ਦਾ ਕੰਮ ਕਰਦਾ ਹੈ, ਉਹਨੂੰ ਮੈਂ ਰੱਖਦਾ ਹਾਂ ਨਾਨ ਡਿਟਰਮਿਨਿਸਟਿਕ ਦੀ ਕੈਟੇਗਰੀ ਦੇ ਵਿੱਚ। ਹੁਣ ਨਾਨ ਡਿਟਰਮਿਨਿਸਟਿਕ ਦਾ ਮਤਲਬ ਕੀ ਹੈ ਕਿ ਉਹਦੇ ਬਾਰੇ ਆਪਾਂ ਡਿਟਰਮਾਈਨ ਨਹੀਂ ਕਰ ਸਕਦੇ ਕਿ ਉਹਦੀ ਆਊਟਪੁੱਟ ਕਿਸ ਤਰ੍ਹਾਂ ਦੀ ਆਏਗੀ। ਆਪਾਂ ਦੇਖਦੇ ਹਾਂ ਦੋ ਐਗਜ਼ਾਮਪਲ ਕਿ ਜਿਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਏਗਾ, ਹੋਰ ਜ਼ਿਆਦਾ ਕਲੀਅਰ ਹੋ ਜਾਏਗਾ ਕਿ ਕੀ ਇਹ ਪੋਸੀਬਲ ਹੈ ਕਿ ਹਰ ਵਾਰ ਡਿਫਰੈਂਟ ਆਊਟਪੁੱਟ ਆਵੇ। ਆਨਸਰ ਇਜ਼ ਯੈਸ। ਕਿ ਨਾਨ ਡਿਟਰਮਿਨਿਸਟਿਕ ਜਿਹੜੇ ਐਗਜ਼ਾਮਪਲ ਨੇ, ਸਭ ਤੋਂ ਪਹਿਲੀ ਹੈ ਸਪੈਨਿੰਗ ਟਰੀ ਦੀ ਐਗਜ਼ਾਮਪਲ। ਹੁਣ ਸਪੈਨਿੰਗ ਟਰੀ ਕੀ ਹੈ? ਜੇ ਮੇਰੇ ਕੋਲ ਇੱਕ ਗ੍ਰਾਫ ਦਿੱਤਾ ਹੋਵੇ ਜਿਹਦੇ ਵਿੱਚ ਸੈਟ ਆਫ ਐਜਿਸ ਐਂਡ ਸੈਟ ਆਫ ਵਰਟਿਸਿਸ ਆਪਸ ਦੇ ਵਿੱਚ ਜੁੜੇ ਹੋਏ ਨੇ, ਤਾਂ ਮੈਂ ਇੱਕ ਇਹੋ ਜਿਹਾ ਟਰੀ ਕ੍ਰੀਏਟ ਕਰਨਾ ਹੈ ਗ੍ਰਾਫ ਤੋਂ। ਟਰੀ ਦਾ ਮਤਲਬ ਕੀ ਹੋਏਗਾ ਕਿ ਉਹਦੇ ਵਿੱਚ ਸਾਈਕਲ ਨਹੀਂ ਹੋਏਗਾ, ਪਲੱਸ ਆਲ ਨੋਡਸ ਵਿਲ ਬੀ ਕਨੈਕਟਡ। ਠੀਕ ਹੈ, ਵਿਲ ਬੀ ਕਨੈਕਟਡ। ਸੋ ਇਹ ਮੇਰੀ ਰਿਕੁਆਇਰਮੈਂਟ ਹੈ। ਸੋ ਇਸ ਗ੍ਰਾਫ ਤੋਂ ਕਿੰਨੇ ਸਪੈਨਿੰਗ ਟਰੀ ਬਣ ਸਕਦੇ ਨੇ? ਫੋਰ ਐਗਜ਼ਾਮਪਲ ਇਹ ਵਾਲਾ ਵੀ ਸਪੈਨਿੰਗ ਟਰੀ ਹੈ, ਇਹ ਇੱਕ ਅਲੱਗ ਸਪੈਨਿੰਗ ਟਰੀ ਹੈ, ਇਹ ਅਲੱਗ ਸਪੈਨਿੰਗ ਟਰੀ ਹੈ, ਇਹ ਅਲੱਗ ਸਪੈਨਿੰਗ ਟਰੀ ਹੈ। ਸੋ ਅਲੱਗ-ਅਲੱਗ ਤਰ੍ਹਾਂ ਦੇ ਸਪੈਨਿੰਗ ਟਰੀ ਬਣ ਸਕਦੇ ਨੇ ਡਿਪੈਂਡਿੰਗ ਅਪੋਨ ਕਿ ਮੈਂ ਕਿੱਥੋਂ ਸਟਾਰਟ ਕਰ ਰਿਹਾ ਹਾਂ। ਸੋ ਹੁਣ ਮੈਂ ਸਪੈਨਿੰਗ ਟਰੀ ਬਣਾਉਣ ਵਾਲਾ ਇੱਕ ਐਲਗੋਰਿਦਮ ਸਟਾਰਟ ਕਰਦੇ ਹਾਂ। ਮੇਰਾ ਐਲਗੋਰਿਦਮ ਕੀ ਹੈ? ਵਾਈਲ ਐਨ ਐਜ ਕੈਨ ਬੀ ਰਿਮੂਵਡ, ਮੈਂ ਇੱਕ ਇੱਕ ਐਜ ਰਿਮੂਵ ਕਰਨੀ ਸਟਾਰਟ ਕਰਾਂਗਾ ਜਦ ਤੱਕ ਐਜਿਸ ਰਿਮੂਵ ਕੀਤੀਆਂ ਜਾ ਸਕਦੀਆਂ ਨੇ। ਐਜਿਸ ਰਿਮੂਵ ਕਰਨ ਦਾ ਮਤਲਬ ਕੀ ਹੈ ਕਿ ਜਦੋਂ ਮੈਂ ਇੱਕ ਐਜ ਰਿਮੂਵ ਕਰਾਂਗਾ ਤਾਂ ਮੈਂ ਕੀ ਚੈੱਕ ਕਰਨਾ ਹੈ? ਦੈਟ ਗ੍ਰਾਫ ਇਜ਼ ਸਟਿਲ ਕਨੈਕਟਡ, ਕਿ ਗ੍ਰਾਫ ਦੀ ਕਨੈਕਟੀਵਿਟੀ ਦੀ ਪ੍ਰੋਬਲਮ ਤਾਂ ਨਹੀਂ ਆਈ। ਜੇ ਨਹੀਂ ਆਈ ਤਾਂ ਆਪਾਂ ਉਸ ਐਜ ਨੂੰ ਰਿਮੂਵ ਕਰ ਸਕਦੇ ਹਾਂ, ਤਾਂ ਆਈ ਵਿਲ ਰਿਮੂਵ ਦੈਟ ਐਜ। ਸੋ ਇਸ ਤਰ੍ਹਾਂ ਰਿਮੂਵ ਕਰਦੇ ਕਰਦੇ ਅਲਟੀਮੇਟਲੀ ਮੇਰੇ ਕੋਲ ਇੱਕ ਸਪੈਨਿੰਗ ਟਰੀ ਬਚ ਜਾਏਗਾ। ਠੀਕ ਹੈ, ਫੋਰ ਐਗਜ਼ਾਮਪਲ ਜੇ ਮੈਂ ਇਹਨੂੰ ਹੀ ਸਟਾਰਟ ਕਰਾਂ ਤਾਂ ਸਭ ਤੋਂ ਪਹਿਲਾਂ ਮੈਂ ਇਸ ਐਜ ਨੂੰ ਦੇਖ ਲੈਂਦੇ ਹਾਂ ਵੀ ਆਪਾਂ ਇਹਨੂੰ ਰਿਮੂਵ ਕਰੀਏ ਤਾਂ ਮੇਰੇ ਕੋਲ ਬਾਕੀ ਕੀ ਬਚਿਆ? ਮੇਰੇ ਕੋਲ ਬਾਕੀ ਆਹ ਵਾਲਾ ਗ੍ਰਾਫ ਬਚ ਗਿਆ। ਹੁਣ ਇਸ ਗ੍ਰਾਫ ਦੇ ਨੂੰ, ਇਸ ਐਜ ਨੂੰ ਰਿਮੂਵ ਕਰਨ ਤੋਂ ਬਾਅਦ ਕੀ ਮੇਰੀ ਕੋਈ ਨੋਡ ਇਹੋ ਜਿਹੀ ਹੈ ਜਿਹੜੀ ਕਨੈਕਸ਼ਨ ਤੋਂ ਬਾਹਰ ਹੋ ਗਈ ਜਾਂ ਜਿਹੜੀ ਨਾਟ ਕਨੈਕਟਡ ਹੈ? ਸੋ ਇਹੋ ਜਿਹੀ ਕੋਈ ਨੋਡ ਨਹੀਂ ਬਚੀ, ਤਾਂ ਮੈਂ ਇਸ ਗ੍ਰਾਫ ਨੂੰ ਰਿਮੂਵ, ਇਸ ਲਾਈਨ ਨੂੰ, ਇਸ ਐਜ ਨੂੰ ਰਿਮੂਵ ਕਰ ਸਕਦਾ ਹਾਂ। ਉਸ ਤੋਂ ਬਾਅਦ ਸਪੋਜ਼ ਮੈਂ ਆਹ ਵਾਲੀ ਲਾਈਨ ਚੱਕ ਲੈਂਦੇ ਹਾਂ, ਫਿਰ ਆਪਾਂ ਇਸ ਲਾਈਨ ਨੂੰ ਜੇ ਰਿਮੂਵ ਕਰਦੇ ਹਾਂ ਤਾਂ ਮੇਰਾ ਗ੍ਰਾਫ ਇਸ ਤਰ੍ਹਾਂ ਦਾ ਬਣੇਗਾ। ਸੋ ਜੇ ਇਸ ਤਰ੍ਹਾਂ ਕਰਨ ਦੇ ਨਾਲ ਕੀ ਮੇਰੇ ਗ੍ਰਾਫ ਦੇ ਵਿੱਚ ਕੋਈ ਇਹੋ ਜਿਹੀ ਲਾਈਨ ਹੈ?
कि मेरे ग्राफ ਦੇ ਵਿੱਚ ਕੋਈ ਇਹੋ ਜਿਹੀ ਨੋਡ ਹੈ ਜਿਹੜੀ ਕਿ ਕਨੈਕਟਡ ਨਹੀਂ। ਆਨਸਰ ਇਜ਼ ਅਗੇਨ ਨੋ, ਸੋ ਆਈ ਕੈਨ ਰਿਮੂਵ ਦਿਸ ਆਲਸੋ। ਸੋ ਉਸ ਤੋਂ ਬਾਅਦ ਮੰਨ ਲਓ ਮੈਂ ਆਹ ਵਾਲੀ ਨੋਡ ਚੱਕ ਲੈਣਾ ਹਾਂ, ਤਾਂ ਮੇਰਾ ਜਿਹੜਾ ਗ੍ਰਾਫ ਬਣੇਗਾ ਉਹ ਕੁਝ ਇਸ ਤਰ੍ਹਾਂ ਦਾ ਬਣੇਗਾ। ਠੀਕ ਹੈ, ਕੀ ਇਸ ਤੋਂ ਬਾਅਦ ਮੇਰੀ ਕੋਈ ਇਹੋ ਜਿਹੀ ਨੋਡ ਹੈ ਜਿਹੜੀ ਕਨੈਕਟਡ ਨਹੀਂ ਹੈ? ਆਨਸਰ ਇਜ਼ ਅਗੇਨ ਨੋ। ਸੋ ਇਸ ਤੋਂ ਬਾਅਦ ਮੈਂ ਕੋਈ ਇੱਕ ਹੋਰ ਐਜ ਮੰਨ ਲਓ ਆਹ ਵਾਲੀ ਐਜ ਚੱਕ ਲਈ। ਹੁਣ ਜਦੋਂ ਮੈਂ ਇਸ 'ਤੇ ਗ੍ਰਾਫ ਬਣਾਇਆ ਤਾਂ ਮੇਰੇ ਕੋਲ ਗ੍ਰਾਫ ਇਸ ਤਰ੍ਹਾਂ ਦਾ ਬਣਿਆ। ਤਾਂ ਆਹ ਜਿਹੜੀ ਨੋਡ ਹੈ ਇਹ ਹੁਣ ਡਿਸਕਨੈਕਟ ਹੋ ਗਈ। ਕਿਉਂਕਿ ਇਹ ਡਿਸਕਨੈਕਟ ਹੋ ਗਈ ਦੈਟ ਮੀਨਸ ਆਪਾਂ ਇਸ ਐਜ ਨੂੰ ਰਿਮੂਵ ਨਹੀਂ ਕਰ ਸਕਦੇ ਤੇ ਆਪਣੇ ਕੋਲ ਜੋ ਬਣ ਗਿਆ ਦੈਟ ਇਜ਼ ਦਾ ਸਪੈਨਿੰਗ ਟਰੀ। ਸੋ ਇਹ ਇੱਕ ਸਪੈਨਿੰਗ ਟਰੀ ਹੈ। ਹੁਣ ਜਦੋਂ ਮੈਂ ਇਸ ਸੀਕੁਐਂਸ ਦੇ ਵਿੱਚ ਐਜਿਸ ਨੂੰ ਨੈਕਸਟ ਟਾਈਮ ਜਦੋਂ ਮੈਂ ਪ੍ਰੋਗਰਾਮ ਨੂੰ ਚਲਾਵਾਂਗਾ ਤਾਂ ਹੋ ਸਕਦਾ ਮੈਂ ਇੱਥੋਂ ਸਟਾਰਟ ਕਰਨ ਦੀ ਬਜਾਏ ਇੱਥੋਂ ਸਟਾਰਟ ਕਰ ਲਾਂ, ਜਾਂ ਇੱਥੋਂ ਸਟਾਰਟ ਕਰ ਲਵਾਂ, ਜਾਂ ਇੱਥੋਂ ਸਟਾਰਟ ਹੋ ਜਾਵੇ। ਸੋ ਜਿੱਥੋਂ ਵੀ ਮੇਰਾ ਐਲਗੋਰਿਦਮ ਸਟਾਰਟ ਕਰੇਗਾ ਅਕੋਰਡਿੰਗਲੀ ਜਿਹੜੀਆਂ ਐਜਿਸ ਸਿਲੈਕਟ ਕਰਦਾ ਜਾਏਗਾ ਉਹਦੇ ਹਿਸਾਬ ਨਾਲ ਕਦੇ ਮੇਰਾ ਸਪੈਨਿੰਗ ਟਰੀ ਇਸ ਤਰ੍ਹਾਂ ਦਾ ਬਣੇਗਾ, ਕਦੇ ਇਸ ਤਰ੍ਹਾਂ ਦਾ ਬਣ ਕੇ ਆਏਗਾ, ਕਦੇ ਇਸ ਤਰ੍ਹਾਂ ਦੀ ਸ਼ੇਪ ਆ ਜਾਏਗੀ। ਸੋ ਹਰ ਵਾਰ ਇਹ ਹੋ ਸਕਦਾ ਹੈ ਕਿ ਇੱਕ ਸਪੈਨਿੰਗ ਟਰੀ ਤਾਂ ਬਣੇਗਾ ਪਰ ਉਹ ਡਿਫਰੈਂਟ ਸਪੈਨਿੰਗ ਟਰੀ ਹੋ ਸਕਦਾ ਹੈ। ਸੋ ਇਹੋ ਜਿਹੇ ਐਲਗੋਰਿਦਮ ਨੂੰ ਆਪਾਂ ਕਹਿੰਦੇ ਹਾਂ ਨੋਨ ਡਿਟਰਮਿਨਿਸਟਿਕ ਐਲਗੋਰਿਦਮ। ਹੁਣ ਨੋਨ ਡਿਟਰਮਿਨਿਸਟਿਕ ਕੀ ਹੈ? ਇਹਦੇ ਵਿੱਚ ਆਪਾਂ ਪ੍ਰੈਡਿਕਟ ਨਹੀਂ ਕਰ ਸਕਦੇ ਕਿ ਕਿਹੜਾ ਗ੍ਰਾਫ ਜਾਂ ਕਿਹੜਾ ਸਪੈਨਿੰਗ ਟਰੀ ਬਣ ਜਾਣਾ ਆ। ਸੋ ਹਰ ਵਾਰ ਡਿਫਰੈਂਟ ਸਪੈਨਿੰਗ ਟਰੀ ਬਣਨ ਦੇ ਚਾਂਸਿਸ ਹੈਗੇ ਨੇ। ਸੋ ਰਿਜ਼ਲਟ ਇਜ਼ ਨੈਵਰ ਯੂਨੀਕਲੀ ਡਿਫਾਈਨਡ ਬਟ ਆਲਵੇਜ਼ ਹੈਜ਼ ਦ ਸੇਮ ਨੰਬਰ ਆਫ ਐਜਿਸ। ਇਹ ਗਰੰਟੀ ਹੋਏਗੀ ਕਿ ਨੰਬਰ ਆਫ ਐਜਿਸ ਹਮੇਸ਼ਾ 3 ਰਹਿਣਗੀਆਂ ਇਸ ਕੇਸ ਦੇ ਵਿੱਚ। ਪਰ ਆਪਾਂ ਇਹ ਨਹੀਂ ਆਇਡੈਂਟੀਫਾਈ ਕਰ ਸਕਦੇ, ਇਹ ਨਹੀਂ ਡਿਫਾਈਨ ਕਰ ਸਕਦੇ, ਕਿ ਇਹ ਨਹੀਂ ਡਿਟਰਮਾਈਨ ਕਰ ਸਕਦੇ ਕਿ ਕਿਹੜੀਆਂ ਐਜਿਸ ਆਉਣਗੀਆਂ। So these kind of these kind of algorithms are called non-deterministic algorithm. Similarly ਇੱਕ ਹੋਰ ਐਲਗੋਰਿਦਮ ਹੈ ਪ੍ਰਾਈਮ ਨੰਬਰ ਟੈਸਟਿੰਗ ਦਾ, ਕਿ ਮੈਂ ਇਹ ਚੈੱਕ ਕਰਨਾ ਕਿ ਕੋਈ ਵੀ ਨੰਬਰ ਉਹ ਪ੍ਰਾਈਮ ਹੈ ਕਿ ਨਹੀਂ ਹੈ, ਨੰਬਰ n ਇਜ਼ ਪ੍ਰਾਈਮ ਔਰ ਨੋਟ। ਸੋ ਉਸਨੂੰ ਚੈੱਕ ਕਰਨ ਵਾਸਤੇ ਪ੍ਰਾਈਮ ਨੰਬਰ ਕੀ ਹੁੰਦਾ? ਜਿਹੜਾ ਕਿ ਕਿਸੇ ਵੀ ਦੂਸਰੇ ਨੰਬਰ ਦੇ ਨਾਲ ਡਿਵਾਈਡ ਨਹੀਂ ਹੋ ਸਕਦਾ ਇੱਕ ਤੋਂ ਇਲਾਵਾ। ਇੱਕ ਨੂੰ ਛੱਡ ਕੇ ਕਿਸੇ ਵੀ ਨੰਬਰ ਦੇ ਨਾਲ ਜਿਹੜਾ ਡਿਵਾਈਡ ਨਹੀਂ ਹੁੰਦਾ ਤਾਂ ਉਹਨੂੰ ਆਪਾਂ ਕਹਿੰਦੇ ਆ ਪ੍ਰਾਈਮ ਨੰਬਰ। ਫੋਰ ਐਗਜ਼ਾਮਪਲ ਜੇ ਮੈਂ 17 ਚੈੱਕ ਕਰਨਾ ਹੈ ਪ੍ਰਾਈਮ ਨੰਬਰ ਹੈ ਕਿ ਨਹੀਂ ਹੈ, ਤਾਂ ਮੈਂ 2 ਤੋਂ ਲੈ ਕੇ 16 ਤੱਕ, ਦੈਟ ਮੀਨਸ ਸਟਾਰਟ ਕਰਾਂਗਾ 2 ਤੋਂ ਔਰ ख़त्म ਕਰਾਂਗਾ 17 ਮਾਈਨਸ 1 16। ਸੋ n-1। ਸੋ ਜੇ ਇਹ ਮੇਰਾ n ਹੈ ਤਾਂ ਇਹ ਮੇਰਾ n-1 ਬਣੇਗਾ। ਸੋ ਮੇਰੀ ਵੈਲਿਊ ਜਿਹੜੀ ਚੈੱਕ ਕਰਨ ਵਾਲੀ, ਪਹਿਲਾਂ ਮੈਂ ਇਹਨੂੰ 2 ਨਾਲ ਡਿਵਾਈਡ ਕਰਕੇ ਦੇਖਾਂਗਾ, ਫਿਰ ਮੈਂ 3 ਨਾਲ ਡਿਵਾਈਡ ਕਰਕੇ, ਫਿਰ 4 ਨਾਲ, ਫਿਰ 5 ਨਾਲ, ਚੱਲਦੇ ਚੱਲਦੇ ਮੈਂ 16 ਤੱਕ ਸਾਰੀਆਂ ਵੈਲਿਊ ਦੇ ਨਾਲ ਡਿਵਾਈਡ ਕਰਕੇ ਦੇਖਾਂਗਾ। ਜੇ ਕਿਤੇ ਇਹ ਡਿਵਾਈਡ ਹੋ ਗਿਆ ਤਾਂ ਆਪਾਂ ਕਵਾਂਗੇ ਕਿ ਇਹ ਪ੍ਰਾਈਮ ਨੰਬਰ ਨਹੀਂ ਹੈ, ਅਦਰਵਾਈਜ਼ ਦਿਸ ਇਜ਼ ਏ ਪ੍ਰਾਈਮ ਨੰਬਰ। ਹੁਣ ਮੈਂ ਪ੍ਰਾਈਮ ਨੰਬਰ ਨੂੰ ਚੈੱਕ ਕਰਨ ਵਾਸਤੇ ਮੈਂ ਕੀ ਕਰ ਰਿਹਾ, ਮੈਂ ਇੱਕ ਛੋਟਾ ਜਿਹਾ ਐਲਗੋਰਿਦਮ ਬਣਾ ਲਿਆ ਕਿ ਵੀ ਵਿਲ ਗੈਸ ਐਨ ਇੰਟੀਜਰ k। ਮੈਂ ਇੱਕ k ਨੰਬਰ ਫਾਈਂਡ ਆਊਟ ਕਰਾਂਗਾ ਜਿਹੜਾ ਕਿ 2 ਤੋਂ ਵੱਡਾ ਹੋਏਗਾ ਔਰ 16 ਤੋਂ ਛੋਟਾ ਹੋਏਗਾ ਮੇਰੇ ਕੇਸ ਦੇ ਵਿੱਚ। तो ਜੇ ਮੇਰਾ n17 ਹੈ ਤਾਂ ਮੈਂ ਇੱਕ ਇੰਟੀਜਰ ਨੰਬਰ k ਸਿਲੈਕਟ ਕਰਾਂਗਾ। ਆਈ ਵਿਲ ਗੈਸ ਇਟ। ਐਲਗੋਰਿਦਮ ਕੀ ਕਹਿ ਰਿਹਾ ਕਿ ਮੈਂ ਇੱਕ ਗੈਸ ਲਾਣਾ ਹੈ। तो मैं एक गैस लगावांगा, एक नंबर फाइंड आउट करांगा। हुण उस नंबर दे नूं मैं जदों n दे नाल ओनू n नूं ओहदे नाल डिवाइड करांगा तां जे मेरा आंसर डिवाइड हो जाता है, n डिवाइड हो जाता है, आंसर 0 आ जाता है, तां आपां कहांगे कि प्राइम नंबर नहीं है, अदरवाइज आपां कहांगे प्राइम नंबर है। सो इफ k इज ए डिवीजर ऑफ n तां मैं स्टॉप कर देंगा एल्गोरिदम नूं विद आंसर नो। मैं कहांगा कि ये प्राइम नंबर नहीं हैगा। जे ये कंडीशन फॉल्स हुंदी है अदरवाइज फिर मैं की कहांगा तां भी मैं स्टॉप कर देना है विद आंसर डोंट नो। मैं ये नहीं कहना कि लभ गया, मैं ये कहांगा कि मैनू नहीं पता। ठीक, फॉर एग्जाम्पल फर्स्ट टाइम मैं के की वैल्यू मान लो इत्थे 5 आ गई। सो मैं 17 नूं 5 दे नाल डिवाइड करांगा तां मेरे कोल आंसर जिहड़ा है रिमाइंडर 2 बच गया, हले 0 नहीं आया। दैट मीन ये डिवाइड नहीं हो रहा, 17 5 ते डिवाइड नहीं हो रहा। ਇਹਦਾ मतलब ये नहीं हैगा कि 17 ਜਿਹੜਾ है वो प्राइम नंबर बन गया। ਹੁਣ बाकी ਦੇ नंबर जिवें 2 ਤੋਂ ਲੈ ਕੇ 2 3 4 ਤਾਂ मैं चैक ही नहीं ਕੀਤੇ और 7 6 7 ਤੋਂ ਲੈ ਕੇ 16 ਤੱਕ ਦੇ ਜਿਹੜੇ ਨੰਬਰ ਸੀ ਉਹ ਵੀ ਮੈਂ ਚੈੱਕ ਨਹੀਂ ਕੀਤੇ। ਤਾਂ ਮੈਂ ਸਿਰਫ 5 ਨੰਬਰ ਚੈੱਕ ਕੀਤਾ ਹੈ। ਸੋ 5 ਨੰਬਰ ਦੇ ਨਾਲ ਜੇ ਤਾਂ ਮੇਰਾ डिवाइड हो जाता तो मैनू ये पता लग जाना सीगा कि वो प्राइम नंबर नहीं है। बट जे डिवाइड नहीं होया तो मैं ये नहीं कह सकता कि प्राइम नंबर नहीं है, बल्कि मैं ये कह सकता कि मैनू नहीं पता। ठीक, सो ये मेरा एल्गोरिदम है जिहड़ा कि सिर्फ ये दसेगा कि प्राइम नंबर है कि नहीं है। जे नहीं है तो ये कहेगा कि मैनू नहीं पता, ये नहीं कहेगा कि प्राइम नंबर नहीं है। सो इसका मतलब की हो गया कि ये एल्गोरिदम की खासियत है, इट ऑलवेज गिव अ यूजफुल आंसर।
ਹੁਣ ਜੇ नहीं है तो दस देगा भी नहीं है। ठीक है। सो जे मतलब किसी भी आप गैस किया तो कोई नंबर निकल के आ गया जिसने डिवाइड करता तो आपको सीधा ही पता लग गया कि वह प्राइम नंबर नहीं हैगा। तो जो प्राइम नंबर नहीं हैगा वो डिवाइड हो जाएगा और आपको आंसर पता लग जाएगा। बट जो प्राइम नंबर हैगा और डिवाइड पर अपने नंबर से डिवाइड नहीं होया ਤਾਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਪ੍ਰਾਈਮ ਨੰਬਰ ਨਹੀਂ ਹੈਗਾ। ਸੋ ਇਟ ਨੈਵਰ ਗਿਵਸ ਅ ਰੋਂਗ ਆਂਸਰ। ਇਹ ਹਮੇਸ਼ਾ ਸਹੀ ਆਂਸਰ ਦੇਗਾ, ਰੋਂਗ ਆਂਸਰ ਨਹੀਂ ਹੋਏਗਾ। ਆਲਸੋ ਇਟ ਇਜ਼ ਕੈਪੇਬਲ ਆਫ ਗਿਵਿੰਗ ਅ ਕਰੈਕਟ ਯੂਜ਼ਫੁਲ ਆਂਸਰ ਮਚ ਫਾਸਟਰ ਦੈਨ ਐਨੀ ਡਿਟਰਮਿਨਿਸਟਿਕ ਪ੍ਰਾਈਮੈਲਿਟੀ ਐਲਗੋਰਿਦਮ। ਕੋਈ ਵੀ ਐਲਗੋਰਿਦਮ ਜਿਹੜਾ ਐਲ ਚੈੱਕ ਕਰਦਾ ਹੈ, ਫੋਰ ਐਗਜ਼ਾਮਪਲ ਮੈਂ ਲੂਪ ਵੀ ਲਗਾ ਸਕਦਾ ਸੀ ਕਿ 2 ਤੋਂ ਲੈ ਕੇ n-1 ਤੱਕ ਸਾਰੇ ਨੰਬਰਾਂ ਨੂੰ ਮੈਂ ਟਰਾਈ ਕਰ ਲੈਂਦਾ। ਸੋ ਉਸ ਐਲਗੋਰਿਦਮ ਨਾਲੋਂ ਇਹ ਐਲਗੋਰਿਦਮ ਮਚ ਫਾਸਟਰ ਹੋਏਗਾ, ਕਿਉਂਕਿ ਜੇ ਪਹਿਲੇ ਤੁੱਕੇ ਦੇ ਵਿੱਚ ਮੈਨੂੰ ਪਤਾ ਲੱਗ ਗਿਆ ਤਾਂ ਮੈਨੂੰ ਇੱਕੋ ਸਟੈਪ ਦੇ ਵਿੱਚ ਪਤਾ ਲੱਗ ਜਾਣਾ ਹੈ ਕਿ ਉਹ ਪ੍ਰਾਈਮ ਹੈ ਜਾਂ ਪਤਾ ਲੱਗੇਗਾ ਕਿ ਮੈਨੂੰ ਨਹੀਂ ਪਤਾ। ਠੀਕ। ਸੋ ਆਲਦੋ ਐਲਗੋਰਿਦਮ ਕੁਝ ਕੇਸਿਸ ਦੇ ਵਿੱਚ ਯੂਜ਼ਫੁਲ ਹੋਏਗਾ, ਸਾਰੇ ਕੇਸਿਸ ਦੇ ਵਿੱਚ ਮੇ ਬੀ ਯੂਜ਼ਫੁਲ ਨਾ ਹੋਵੇ, ਬਟ ਇਟ ਇਜ਼ ਮਚ ਫਾਸਟਰ ਦੈਨ ਦਾ ਡਿਟਰਮਿਨਿਸਟਿਕ ਔਰ ਐਨੀ ਕਨਵੈਨਸ਼ਨਲ ਐਲਗੋਰਿਦਮ। ਸੋ ਇਹੋ ਜਿਹੇ ਐਲਗੋਰਿਦਮ ਜਿਹੜੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਨਾਨ ਡਿਟਰਮਿਨਿਸਟਿਕ ਐਲਗੋਰਿਦਮ, ਜਿਨ੍ਹਾਂ ਦੇ ਬਾਰੇ ਆਪਾਂ श्योर नहीं होंगे कि नैक्सट टाइम आउटपुट की आ जानी है। सो इन्नी डिस्कशन तो बाद हुण आपां अपनी कहानी नूं मोड़ांगे पी वर्सिस एन पी, जिहड़ी कि आपां इस विषय का टॉपिक है, अज दे लैक्चर का टॉपिक है। मेन मुद्दा है कि वट आर द प्रॉब्लम जिहड़ियां कि पी ने, वट आर द प्रॉब्लम जिन्हां नूं आपां एन पी कहने आ। सो जिवें कि पहलां भी गल कीती कि अपने कोल दो तरह दी कंपलैक्सिटीज़ है। एक वो कंपलैक्सिटी जिहड़ी कि एल्गोरिदम की कंपलैक्सिटी नूं फाइंड आउट करती है, जिन्हों आपां बिग ओ नोटेशन के नाल मेजर कर सकते हैं। दूसरी तरह की कंपलैक्सिटी जिहड़ी कि प्रॉब्लम के बारे दसदी है कि प्रॉब्लम किन्नी कु हार्ड है जां किन्नी कु ईजी प्रॉब्लम है, उन्होंने कैटेगराइज करती है। तो वो कंपलैक्सिटी है। हुण उस कंपलैक्सिटी नूं जिवें एल्गोरिदमिक कंपलैक्सिटी नूं मेजर करन लई बिग ओ नोटेशन है, प्रॉब्लम कंपलैक्सिटी नूं मेजर करन लई अपने कोल जो टर्मीनोलॉजी है, उस टर्मीनोलॉजी दे विच अपने कोल प्रॉब्लम नूं दो हिस्सिਆਂ ਦੇ ਵਿੱਚ ਵੰਡਿਆ ਜਾਂਦਾ है, पी एंड एन पी। So every problem is divided into two classes, P class and NP class। इत्थे P तो मतलब पॉलीनोमियल है एंड NP तो मतलब नॉन पॉलीनोमियल बिल्कुल भी नहीं है। तो इत्थे खास ख्याल रखना है कि NP तो बहुत सारे बच्चे नॉन पॉलीनोमियल मानते हैं, बट इट इज़ नॉट ए नॉन पॉलीनोमियल, इट इज़ नॉन डिटर्मिनिस्टिक पॉलीनोमियल। ठीक है, मतलब कि ਉਹ नॉन डिटर्मिनिस्टिक एल्गोरिदम ਜਿਹੜੇ पॉलीनोमियल टाइम ਦੇ ਵਿੱਚ ਐਗਜ਼ੀਕਿਊਟ ਹੋ ਸਕਦੇ ਹੈ। तो अपने को दो तरह के एल्गोरिदम हो गए, पॉलीनोमियल एल्गोरिदम, डिटर्मिनिस्टिक एल्गोरिदम ਜਿਹੜੇ कि पॉलीनोमियल टाइम ਦੇ ਵਿੱਚ ਐਗਜ਼ੀਕਿਊਟ ਹੁੰਦੇ ਆ। दूसरे पासे नॉन डिटर्मिनिस्टिक एल्गोरिदम ਜਿਹੜੇ कि पॉलीनोमियल। सो ਜਿਹੜਾ P ਦੀ ਗੱਲ ਕਰਦੇ ਆ, ਕੱਲਾ P है, दैट इज़ बेसिकली डिटर्मिनिस्टिक। ये डिटर्मिनिस्टिक की गल है, इट इज़ डिटर्मिनिस्टिक पॉलीनोमियल, मतलब कि वो सारे डिटर्मिनिस्टिक एल्गोरिदम ਜਿਹੜੇ कि पॉलीनोमियल टाइम ਦੇ ਵਿੱਚ। ਹੁਣ डिटर्मिनिस्टिक ਦਾ मतलब ਕੀ ਹੈ, ਜਿਨ੍ਹਾਂ ਦੇ ਬਾਰੇ ਆਪਾਂ ਨੂੰ ਐਡਵਾਂਸ ਦੇ ਵਿੱਚ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਉਹਦੀ ਆਊਟਪੁੱਟ ਕੀ ਆਏਗੀ। ਉਹ ਸਾਰੇ ਐਲਗੋਰਿਦਮ ਜਦੋਂ ਪੋਲੀਨੋਮੀਅਲ ਟਾਈਮ ਦੇ ਵਿੱਚ ਐਗਜ਼ੀਕਿਊਟ ਹੁੰਦੇ ਆ ਤਾਂ ਆਪਾਂ ਉਹਨਾਂ ਨੂੰ ਕਹਿੰਦੇ ਆ ਡਿਟਰਮਿਨਿਸਟਿਕ ਪੋਲੀਨੋਮੀਅਲ ਜਾਂ ਕੱਲੀ ਕਲਾਸ P, ਦੈਟ ਇਜ਼ P। ਉਹ ਪ੍ਰੋਬਲਮ ਜਿਹੜੀਆਂ P ਕੈਟੇਗਰੀ ਦੇ ਵਿੱਚ ਆਉਂਦੀਆਂ ਨੇ, P ਦਾ ਮਤਲਬ ਪੋਲੀਨੋਮੀਅਲ ਤੋਂ ਹੈ। ਤੇ ਦੂਸਰੇ ਪਾਸੇ ਆਪਣੇ ਕੋਲ ਹੈ ਨॉन डिटर्मिनिस्टिक NP प्रॉब्लम, नॉन डिटर्मिनिस्टिक पॉलीनोमियल, मतलब कि एल्गोरिदम तो नॉन डिटर्मिनिस्टिक है। नॉन डिटर्मिनिस्टिक का मतलब कि वो एल्गोरिदम ਦੇ ਬਾਰੇ ਆਪਾਂ ਐਡਵਾਂਸ ਦੇ ਵਿੱਚ ਨਹੀਂ ਜੱਜ ਕਰ ਸਕਦੇ ਕਿ ਉਹਦੀ ਆਊਟਪੁੱਟ ਕਿਹੋ ਜਿਹੀ ਆਏਗੀ, ਕਿਸੇ ਟਾਈਮ ਕੁਛ ਆ ਸਕਦੀ ਹੈ, ਕਿਸੇ ਟਾਈਮ ਕੁਛ ਆ ਸਕਦੀ ਹੈ। तो एल्गोरिदम तो नॉन डिटर्मिनिस्टिक है, बट ਉਹਦੀ ਐਗਜ਼ੀਕਿਊਸ਼ਨ ਪੋਲੀਨੋਮੀਅਲ ਹੈ। ਪੋਲੀਨੋਮੀਅਲ ਟਾਈਮ ਦੇ ਵਿੱਚ ਉਹ ਆਪਣਾ ਕੰਮ ਖਤਮ ਕਰ ਦਿੰਦਾ ਹੈ ਮੈਕਸੀਮਮ। ठीक। तो यह जे एल्गोरिदम नूं आपां कहने, यह जिहियां प्रॉब्लम नूं आपां कहने NP प्रॉब्लम्स। तो ਜਿਹੜੀਆਂ ਇਹ प्रॉब्लम ने P क्लास और NP क्लास, ये जो जिन्नी भी आपां डिस्कशन करांगे वो सारी दी सारी डिस्कशन एक खास तरह ਦੀਆਂ प्रॉब्लम वास्ते है, दैट इज़ डिसीजन प्रॉब्लम। ਇਹਦੇ ਵਿੱਚ ਆਪਾਂ ऑप्टिमाइजेशन प्रॉब्लम ਨੂੰ ਇਨਕਲੂਡ नहीं करते। ऑप्टिमाइजेशन प्रॉब्लम सैपरेट ने, डिसीजन प्रॉब्लम सैपरेट ने। तो जिन्नी भी प्रॉब्लम की कंपलैक्सिटी आपां कढ रहे हैं वो डिसीजन प्रॉब्लम के बारे है, ना कि ऑप्टिमाइजेशन। तो जिन्नी भी टर्मीनोलॉजी है, इसका खास ख्याल रखना इन्नियां गल्लां दा कि जो आपां NP ਜਾਂ P ਜਾਂ NP हार्ड NP कंप्लीट अगे आउणगीਆਂ टर्मीनोलॉजी दोनों बारे गल करते हैं, तो इन्हां सारियां तां किहड़ियां प्रॉब्लम के बारे गल हो रही है, बेसिकली डिसीजन प्रॉब्लम के बारे गल हो रही है। ऑप्टिमाइजेशन वालियां प्रॉब्लम नूं आपां कंसीडर नहीं करते।
ठीक। सो डिसीजन प्रॉब्लम्स कैन बी सॉल्वड इन पॉलीनोमियल टाइम आर कॉल्ड पी क्लास एल्गोरिदम। वो सारे एल्गोरिदम, वो सारिया प्रॉब्लम ਜਿਹੜੀਆਂ कि डिसीजन प्रॉब्लम ਹੋਣਗੀਆਂ ਤੇ ਜਿਹੜੀਆਂ ਕਿ ਪੋਲੀਨੋਮੀਅਲ ਟਾਈਮ ਦੇ ਵਿੱਚ ਐਗਜ਼ੀਕਿਊਟ ਹੋ ਜਾਣਗੀਆਂ ਉਹਨਾਂ ਨੂੰ ਆਪਾਂ ਕਹਿੰਦੇ ਆ ਪੀ ਕਲਾਸ ਐਲਗੋਰਿਦਮ। ਸੋ ਆਲ ਪੀ ਕਲਾਸ ਐਲਗੋਰਿਦਮ ਆਰ ਡਿਟਰਮਿਨਿਸਟਿਕ ਇਨ ਨੇਚਰ। ਦੈਟ ਮੀਨਸ ਉਹਨਾਂ ਦੇ ਆਊਟਕਮ ਨੂੰ ਆਪਾਂ ਐਡਵਾਂਸ ਦੇ ਵਿੱਚ ਫਾਈਂਡ ਆਊਟ ਕਰ ਸਕਦੇ ਹਾਂ। ਸੋ ਪੀ ਇਜ਼ ਜਸਟ ਅ ਸੈਟ ਆਫ ਟਰੈਕਟੇਬਲ ਡਿਸੀਜਨ ਪ੍ਰੋਬਲਮ। ਟਰੈਕਟੇਬਲ ਦਾ ਮਤਲਬ ਜਿਹੜੀਆਂ ਕਿ ਕੰਪਿਊਟ ਕੀਤੀਆਂ ਜਾ ਸਕਣ। ਟਰੈਕਟੇਬਲ ਕਿਉਂ ਹੈ? ਕਿਉਂਕਿ ਉਹ ਡਿਟਰਮਿਨਿਸਟਿਕ ਹੈ। ਜਿੰਨੀਆਂ ਡਿਟਰਮਿਨਿਸਟਿਕ ਪ੍ਰੋਬਲਮਸ ਹੋਣਗੀਆਂ ਉਹ ਸਾਰੀਆਂ ਟਰੈਕਟੇਬਲ ਹੁੰਦੀਆਂ ਨੇ। ਟਰੈਕਟੇਬਲ ਮਤਲਬ ਕਿਉਂਕਿ ਆਪਾਂ ਨੂੰ ਐਡਵਾਂਸ ਦੇ ਵਿੱਚ ਡਿਟਰਮਾਈਨ ਕਰ ਸਕਦੇ ਹਾਂ ਕਿ ਇਹਦੀ ਆਊਟਪੁੱਟ ਆਏਗੀ। ਠੀਕ। ਸੋ ਜਿਨ੍ਹਾਂ ਦੇ ਬਾਰੇ ਆਊਟਪੁੱਟ ਬਾਰੇ ਪਤਾ ਹੀ ਨਹੀਂ ਹੈ, ਅੰਦਾਜ਼ਾ ਹੀ ਨਹੀਂ ਲੱਗ ਰਿਹਾ, ਤਾਂ ਉਹਨਾਂ ਬਾਰੇ ਮੁਸ਼ਕਿਲ ਹੋ ਜਾਂਦੀ ਹੈ। ਸੋ ਡਿਸੀਜਨ ਪ੍ਰੋਬਲਮ ਜਿਹੜੀਆਂ ਕਿ ਡਿਟਰਮਿਨਿਸਟਿਕ ਨੇ ਤੇ ਜਿਹੜੀਆਂ ਕਿ ਟਰੈਕਟੇਬਲ ਨੇ, ਉਹਨਾਂ ਸਾਰੇ ਨੂੰ ਆਪਾਂ ਪੀ ਕਲਾਸ ਦੀਆਂ ਪ੍ਰੋਬਲਮ ਕਹਿੰਦੇ ਆ। ਵੀ ਕਾਲ ਇਟ ਪੀ ਕਲਾਸ ਪ੍ਰੋਬਲਮ ਵੇਅਰ ਪੀ ਸਟੈਂਡ ਫॉर ਪੋਲੀਨੋਮੀਅਲ। ਦੂਸਰੇ ਪਾਸੇ ਆ ਜਾਈਏ, ਪ੍ਰੋਬਲਮ ਵਿਚ ਕੈਨ ਨਾਟ ਬੀ ਸੋਲਵਡ ਇਨ ਪੋਲੀਨੋਮੀਅਲ ਟਾਈਮ। ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਕਿ ਪੋਲੀਨੋਮੀਅਲ ਟਾਈਮ ਦੇ ਵਿੱਚ ਸੋਲਵ ਨਹੀਂ ਹੋ ਸਕਦੀਆਂ ਯੂਜ਼ਿੰਗ ਡਿਟਰਮਿਨਿਸਟਿਕ ਐਲਗੋਰਿਦਮ, ਬਟ ਕੈਨ ਬੀ ਸੋਲਵਡ ਇਨ ਪੋਲੀਨੋਮੀਅਲ ਟਾਈਮ ਯੂਜ਼ਿੰਗ ਸਮ ਨॉन ਡਿਟਰਮਿਨਿਸਟਿਕ। ਡਿਟਰਮਿਨਿਸਟਿਕ ਦੇ ਨਾਲ ਪੋਲੀਨੋਮੀਅਲ ਪੋਸੀਬਲ ਨਹੀਂ ਹੈ, ਤਾਂ ਆਪਾਂ ਇੱਕ ਦੂਸਰਾ ਰਸਤਾ ਕਰ ਲੈਂਦੇ ਹਾਂ। ਆਪਾਂ ਕਹਿੰਦੇ ਹਾਂ ਵੀ ਡਿਟਰਮਿਨਿਸਟਿਕ ਐਲਗੋਰਿਦਮ ਛੱਡ ਦਿਓ, ਨॉन ਡਿਟਰਮਿਨਿਸਟਿਕ ਐਲਗੋਰਿਦਮ ਚੈੱਕ ਕਰੋ। ਨॉन ਡਿਟਰਮਿਨਿਸਟਿਕ ਐਲਗੋਰਿਦਮ ਦੇ ਨਾਲ ਜੇ ਆਪਾਂ ਉਹਦੀ ਆਊਟਪੁੱਟ ਚੈੱਕ ਕਰ ਸਕੀਏ, ਨॉन ਡਿਟਰਮਿਨਿਸਟਿਕ ਐਲਗੋਰਿਦਮ ਦੇ ਨਾਲ ਜੇ ਆਪਾਂ ਉਹਦਾ ਆਨਸਰ ਲੈ ਕੇ ਆ ਸਕੀਏ ਕਿਹੜੇ ਟਾਈਮ ਦੇ ਵਿੱਚ? ਪੋਲੀਨੋਮੀਅਲ ਟਾਈਮ ਦੇ ਵਿੱਚ। ਹੁਣ ਨॉन ਡਿਟਰਮਿਨਿਸਟਿਕ ਵੀ ਪੋਲੀਨੋਮੀਅਲ ਵੀ ਹੋ ਸਕਦੇ ਨੇ, ਨॉन ਪੋਲੀਨੋਮੀਅਲ ਵੀ ਹੋ ਸਕਦੇ ਨੇ। ਜੇ ਨॉन ਡਿਟਰਮਿਨਿਸਟਿਕ ਐਲਗੋਰਿਦਮ ਪੋਲੀਨੋਮੀਅਲ ਟਾਈਮ ਦੇ ਵਿੱਚ ਆਊਟਪੁੱਟ ਦੇ ਰਿਹਾ ਹੈ ਤਾਂ ਆਪਾਂ ਉਹਨੂੰ ਇੱਕ ਅਲੱਗ ਕੈਟੇਗਰੀ ਦੇ ਵਿੱਚ ਰੱਖਦੇ ਹਾਂ। ਆਪਾਂ ਕਹਿੰਦੇ ਹਾਂ ਐਨਪੀ ਕਲਾਸ ਐਲਗੋਰਿਦਮ ਹੈ। ਤਾਂ ਡੈਫੀਨੇਸ਼ਨ ਇਨਵੋਲਵ ਦਾ ਆਈਡੀਆ ਆਫ ਨॉन ਡਿਟਰਮਿਨਿਸਟਿਕ ਐਲਗੋਰਿਦਮ, ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਡਿਸਕ੍ਰਾਈਬ ਕਰ ਚੁੱਕਾ ਕਿ ਨॉन ਡਿਟਰਮਿਨਿਸਟਿਕ ਦਾ ਮਤਲਬ ਕੀ ਹੈ ਕਿ ਉਹ ਐਲਗੋਰਿਦਮ ਜਿਹਦੀ ਆਊਟਪੁੱਟ ਬਾਰੇ ਆਪਾਂ ਨਹੀਂ ਦੱਸ ਸਕਦੇ। ਔਰ ਇਸ ਗੱਲ ਦਾ ਆਪਾਂ ਨੇ ਖਾਸ ਖਿਆਲ ਰੱਖਣਾ ਹੈ कि NP डज नॉट मीन नॉन पॉलीनोमियल। ये नॉन पॉलीनोमियल नहीं है बल्कि नॉन डिटर्मिनिस्टिक है, नॉन डिटर्मिनिस्टिक पॉलीनोमियल एल्गोरिदम। ठीक। सो ये दो अलग अलग कैटेगरीज हैगियां ने प्रॉब्लम की कंपलैक्सिटी ਨੂੰ फाइंड आउट करने लिए। एक है प्रॉब्लम, एक है पॉलीनोमियल ਤੇ दूसरा है नॉन डिटर्मिनिस्टिक पॉलीनोमियल। Now to understand the NP algorithm, चलो आप एक एग्जाम्पल लैके चलते हैं। NP एल्गोरिदम दोबारा आप समझने वास्ते एक एल्गोरिदम की एग्जाम्पल लैके चलांगे। नॉन डिटरमिनिस्टिक की गल आई है तो इस गल नूं समझना बहुत जरूरी है। इस गल नूं बहुत ध्यान नाल समझो, अदरवाइज ये सारियां गल्लां सारा कंसैप्ट तुहानूं तां ही समझ आएगा जे तुसीं नॉन डिटरमिनिस्टिक एल्गोरिदम नूं समझ लओगे। हुण नॉन डिटरमिनिस्टिक पॉलीनोमियल एल्गोरिदम किवें बनेगा? तो लेट अस कंसीडर कोड। फॉर एग्जाम्पल मेरे को एक एल्गोरिदम है सर्चिंग वास्ते। सो आई वांट टू सर्च एन आइटम फ्रॉम एन एरे। ठीक। हुण एरे दे विचों आइटम नूं फाइंड आउट करने वास्ते मेरे को एक तो है लीनियर सर्च। तो एक लीनियर सर्च ऑलरेडी है जिहड़ी कि एरे दे विचों फाइंड आउट कर सकते हैं। लीनियर सर्च विल टेक ऑफ द ऑर्डर ऑफ एन टाइम। फिर मैं वो थोड़ी जी इंप्रूवमेंट कर ली, मैं वो बाइनरी सर्च का एल्गोरिदम लगा लिया विच टेक्स ऑफ द ऑर्डर ऑफ लॉग एन टाइम। ਹੁਣ ਮੈਂ ਚਾਹੁੰਦਾ ਕਿ ਇਸ ਤੋਂ ਵੀ ਹੋਰ ਟਾਈਮ ਰਿਡਿਊਸ ਹੋ ਜਾਵੇ, ਪਰ ਮੇਰੇ ਕੋਲ ਕੋਈ ਵੀ ਡਿਟਰਮਿਨਿਸਟਿਕ ਐਲਗੋਰਿਦਮ ਨਹੀਂ ਹੈ ਜਿਹੜਾ ਕਿ ਇਸ ਤੋਂ ਘੱਟ ਟਾਈਮ ਲੈ ਸਕੇ ਅੱਜ ਦੀ ਡੇਟ ਦੇ ਵਿੱਚ। ਬਟ ਇਨ ਫਿਊਚਰ ਹੋ ਸਕਦਾ ਕਿ ਕੋਈ ਐਲਗੋਰਿਦਮ ਬਣ ਜਾਵੇ ਜਿਹੜਾ ਕਿ ਇਸ ਤੋਂ ਵੀ ਘੱਟ ਟਾਈਮ ਦੇ ਵਿੱਚ ਲਵੇ। ਤਾਂ ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਡਿਟਰਮਿਨਿਸਟਿਕ ਐਲਗੋਰਿਦਮ ਨਹੀਂ ਹੈ, ਤਾਂ ਮੈਂ ਕੀ ਕਰਦਾ, ਮੈਂ ਇਹ ਸੋਚਦਾ ਕਿ ਚਲੋ ਡਿਟਰਮਿਨਿਸਟਿਕ ਨਹੀਂ ਹੈ ਇਹਨੂੰ ਛੱਡ ਦਿਓ, ਆਪਾਂ ਨॉन ਡਿਟਰਮਿਨਿਸਟਿਕ ਐਲਗੋਰਿਦਮ ਦੇ ਨਾਲ ਦੇਖੀਏ ਕਿ ਕੀ ਇਹਦਾ ਟਾਈਮ ਘੱਟ ਸਕਦਾ ਹੈ। ਹੁਣ ਨॉन ਡਿਟਰਮਿਨਿਸਟਿਕ ਐਲਗੋਰਿਦਮ ਦੇ ਵਿੱਚ ਕੀ ਹੈ ਕਿ ਮੈਂ ਇੱਕ ਸਰਚਿੰਗ ਫੰਕਸ਼ਨ ਬਣਾ ਲਿਆ ਜਿਹੜਾ ਕਿ ਇੱਕ ਐਰੇ ਲਏਗਾ A, ਇੱਕ N ਉਹਦਾ ਸਾਈਜ਼ ਹੋਏਗਾ ਤੇ ਕੀ ਵੈਲਿਊ ਜਿਹੜੀ ਕਿ ਮੈਂ ਫਾइंड ਆਊਟ ਕਰਨੀ ਹੈ ਉਹ 3 ਵੈਲਿਊਜ਼ ਇਨਪੁਟ ਲਏਗਾ ਤੇ ਉਹਨੇ ਉਹਦੀ ਆਊਟਪੁੱਟ ਕੀ ਹੈ ਕਿ ਫਸਟ ਸਟੈਪ ਦੇ ਵਿੱਚ ਆਪਾਂ ਇੱਕ j = ਚੋਇਸ। ਸਪੋਜ਼ ਮੇਰੇ ਕੋਲ ਮੰਨ ਲਓ ਕਿ ਇੱਕ ਚੋਇਸ ਨਾਮ ਦਾ ਫੰਕਸ਼ਨ ਹੈ ਜਿਹੜਾ ਕਿ ਮੈਨੂੰ ਸਮਹਾਉ ਮੈਜੀਕਲੀ ਜਾਦੂ ਦੇ ਨਾਲ ਇਹ ਦੱਸ ਦਿੰਦਾ ਹੈ ਕਿ ਜਿਹੜੀ ਮੈਂ ਆਈਟਮ ਲੱਭ ਰਿਹਾ ਹਾਂ ਉਹ ਕਿਹੜੀ ਲੋਕੇਸ਼ਨ ਤੇ ਪਈ ਹੈ। ठीक। फॉर एग्जाम्पल जो मैं इतने आइटम फाइंड आउट कर रहा, सपोज ये मेरी एरे है
ਤਾਂ ਇਹ 0 1 2 3 ਇਹਦਾ ਇੰਡੈਕਸ ਨੰਬਰ ਹੈ, ਮੈਂ 7 ਫਾਈਂਡ ਆਊਟ ਕਰਨਾ ਹੈ। ਤਾਂ ਚੋਇਸ ਵੈਲਿਊ ਰਿਟਰਨ ਕਰੇਗਾ ਜੇ ਦੀ 1 1 ਕੀ ਚੀਜ਼ ਹੈ, ਇਹ ਇੰਡੈਕਸ ਨੰਬਰ ਹੈ ਜਿੱਥੇ ਮੇਰੀ ਆਈਟਮ ਪਈ ਹੈ। ਤਾਂ ਮੈਂ ਮੰਨ ਕੇ ਚੱਲਦਾ ਕਿ ਮੇਰੇ ਕੋਲ ਇੱਕ ਫੰਕਸ਼ਨ ਹੈ ਚੋਇਸ ਨਾਮ ਦਾ, ਜਿਹੜਾ ਕਿ ਜਾਦੂ ਦੇ ਨਾਲ, ਕੋਈ ਮੈਨੂੰ ਇਹਦਾ ਤਰੀਕਾ ਨਹੀਂ ਪਤਾ ਕਿਵੇਂ ਹੋਏਗਾ ਅੱਜ ਦੀ ਡੇਟ ਦੇ ਵਿੱਚ, ਬਟ ਇਨ ਫਿਊਚਰ ਹੋ ਸਕਦਾ ਕਿ ਸਮਹਾਉ ਕੋਈ ਲੱਭ ਲਵੇ। ਤਾਂ ਮੈਂ ਇਹ ਮੰਨ ਕੇ ਚੱਲਦਾ ਕਿ ਜਾਦੂ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਉਹ ਜਾਦੂ ਨਾਲ ਹੋਏਗਾ। ਇਨ ਫਿਊਚਰ ਹੋ ਸਕਦਾ ਹੈ ਕਿ ਉਹ ਕਿਸੇ ਤਰ੍ਹਾਂ ਉਹਦਾ ਕੋਈ ਤਰੀਕਾ ਲੱਭ ਜਾਵੇ ਕਿ ਉਹ ਆਪਾਂ ਨੂੰ ਐਗਜ਼ੈਕਟ ਇੰਡੈਕਸ ਨੰਬਰ ਦੱਸ ਦੇਵੇ ਜਿੱਥੇ ਕਿ ਵੈਲਿਊ ਪਈ ਹੈ। ਹੁਣ ਜਾਦੂ ਦੇ ਨਾਲ ਉਹਨੇ ਇੱਕ ਵੈਲਿਊ ਮੈਨੂੰ ਦੱਸਤੀ ਜਿਹੜੀ ਕਿ ਜਿਸ ਜਗ੍ਹਾ ਤੇ ਵੈਲਿਊ ਪਈ ਹੈ। ਹੁਣ ਮੈਂ ਚੈੱਕ ਕਰਾਂਗਾ ਕਿ ਜੇ ਤਾਂ ਕੀ ਏ ਜੇ ਦੇ ਕੋਲ ਪਈ ਹੈ, ਮਤਲਬ ਇਹ ਮੇਰੀ ਏ ਐਰੇ ਹੈ, ਜੇ ਇੰਡੈਕਸ ਮੇਰਾ 1 ਨਿਕਲ ਕੇ ਆ ਗਿਆ ਫਸਟ ਵੈਲਿਊ ਤੇ, ਔਰ ਕੀ ਜਿਹੜੀ ਹੈ ਉਹ ਮੈਂ 7 ਫਾਈਂਡ ਆਊਟ ਕਰ ਰਿਹਾ, ਔਰ ਜੇ ਫਸਟ ਇੰਡੈਕਸ ਨੰਬਰ ਤੇ ਵੈਲਿਊ 7 ਪਈ ਹੈ ਤਾਂ ਮੈਂ ਲਿਖਾਂਗਾ ਕਿ ਹਾਂਜੀ ਸਕਸੈਸ ਵੈਲਿਊ ਮਿਲ ਗਈ, ਨਹੀਂ ਤਾਂ ਮੈਂ ਲਿਖਾਂਗਾ ਰਾਈਟ 0 ਔਰ ਮੈਂ ਲਿਖ ਦਾਂਗਾ ਕਿ ਵੈਲਿਊ ਨਹੀਂ ਮਿਲੀ। ਠੀਕ ਹੈ, ਹੁਣ ਇਸ ਸਾਰੀ ਕਹਾਣੀ ਦੇ ਵਿੱਚ ਜਿਹੜਾ ਇਹ ਚੋਇਸ ਫੰਕਸ਼ਨ ਹੈ ਇਹੀ ਇੰਪੋਰਟੈਂਟ ਹੈ। ਠੀਕ, ਸੋ ਇਹ ਜਿਹੜਾ ਆਪਰੇਸ਼ਨ ਹੈ ਇਹ ਆਫ ਦੀ ਆਰਡਰ ਆਫ n ਯੂਨਿਟ ਕਾਂਸਟੈਂਟ ਟਾਈਮ ਦੇ ਵਿੱਚ ਹੋ ਜਾਏਗਾ, ਇਹ ਵੀ 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 ਕਾਂਸਟੈਂਟ ਟਾਈਮ ਦੇ ਵਿੱਚ ਹੋ ਜਾਏਗਾ। ਔਰ ਜਿਹੜਾ ਇਹ ਚੋਇਸ ਫੰਕਸ਼ਨ ਹੈ ਜੇ ਇਹ ਵੀ ਮੇਰਾ ਕਾਂਸਟੈਂਟ ਟਾਈਮ ਦੇ ਵਿੱਚ ਮੈਨੂੰ ਦੱਸ ਦਵੇ ਤਾਂ ਇਹ ਜਿਹੜਾ ਮੇਰਾ ਫਾਈਂਡ ਦਾ ਐਲਗੋਰਿਦਮ ਹੈ ਇਹ ਸਾਰੇ ਦਾ ਸਾਰਾ ਐਲਗੋਰਿਦਮ ਕਾਂਸਟੈਂਟ ਟਾਈਮ ਦੇ ਵਿੱਚ ਐਗਜ਼ੀਕਿਊਟ ਹੋ ਜਾਏਗਾ। ਮੀਨਸ ਸਰਚ ਐਲਗੋਰਿਦਮ ਮੈਂ ਬਣਾ ਲਿਆ ਜਿਹੜਾ ਕਿ ਸਭ ਤੋਂ ਘੱਟ ਟਾਈਮ ਲੈਂਦਾ ਹੈ, ਲੀਨੀਅਰ ਸਰਚ ਤੋਂ ਵੀ ਬਾਈਨਰੀ ਸਰਚ ਤੋਂ ਵੀ। ਹੁਣ ਮੈਂ ਇੱਕ ਨਵਾਂ ਐਲਗੋਰਿਦਮ ਬਣਾ ਲਿਆ ਜਿਹੜਾ ਕਿ ਕਾਂਸਟੈਂਟ ਟਾਈਮ ਲੈਂਦਾ ਹੈ, ਬਟ ਉਹ ਕਾਂਸਟੈਂਟ ਟਾਈਮ ਨॉन ਡਿਟਰਮਿਨਿਸਟਿਕ ਹੈ। ਉਹਦੇ ਵਿੱਚ ਮੈਂ ਇਹ ਨਹੀਂ ਫਾਈਂਡ ਆਊਟ ਕਰ ਸਕਦਾ ਕਿ ਇਹ ਚੋਇਸ ਦੀ ਆਊਟਪੁੱਟ ਕੀ ਆਏਗੀ। ਸੋ ਚੋਇਸ ਦੀ ਆਊਟਪੁੱਟ ਕੁਝ ਵੀ ਹੋ ਸਕਦੀ ਹੈ, ਪਰ ਮੈਂ ਇਹ ਮੰਨ ਕੇ ਚੱਲ ਰਿਹਾ ਕਿ ਜਾਦੂ ਦੇ ਨਾਲ ਕਿ ਉਹ ਆਊਟਪੁੱਟ ਹਮੇਸ਼ਾ ਸਹੀ ਆਏਗੀ। ਠੀਕ, ਸੋ ਉਹ ਆਊਟਪੁੱਟ ਹਮੇਸ਼ਾ ਸਹੀ ਆਏਗੀ ਤਾਂ ਉਹ ਜੇ ਯੂਨਿਟ ਟਾਈਮ ਲੈਂਦਾ ਹੈ। ठीक है, सो हेयर चॉइस इज ए मैजिकल फंक्शन। चॉइस की है विच ऑलवेज रिटर्न द करेक्ट वैल्यू इफ द की एग्जिस्ट इन एरे। जे की वैल्यू हैगी है तो ओदा जो इंडेक्स नंबर है उन्हें ऑलवेज सही सेंड करना है। तो एल्गोरिदम विच इज यूजिंग चॉइस, कोई भी एल्गोरिदम जिवें एन सर्च मेरा एल्गोरिदम है विच इज यूजिंग चॉइस फंक्शन 0 1 और मोर टाइम आर कॉल्ड नॉन डिटरमिनिस्टिक एल्गोरिदम। ਜਿਹੜੇ चॉइस फंक्शन ਨੂੰ यूज कर रहे हैं वो सारे नॉन डिटरमिनिस्टिक हो गए। सो डिटरमिनिस्टिक एल्गोरिदम यूजेस चॉइस फंक्शन 0 टाइम। इत्थे मेरा थोड़ा जिहा गलत हो गया। ठीक, तो चॉइस एल्गोरिदम जेड़ा कि घट्टो घट एक ए नहीं होएगा। चॉइस फंक्शन जो कोई भी एल्गोरिदम घट्टो घट एक ਜਾਂ एक तो ਵੱਧ ਵਾਰ यूज करेगा उस एल्गोरिदम ਨੂੰ ਆਪਾਂ नॉन डिटरमिनिस्टिक ਦੀ ਕੈਟਾਗਰੀ 'ਚ ਰੱਖਾਂਗੇ क्योंकि चॉइस ਕਿਵੇਂ ਬਣਿਆ ਹਾਲੇ ਮੈਨੂੰ ਨਹੀਂ ਪਤਾ। ਹਾਲੇ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ, ਮੈਨੂੰ ਸਿਰਫ ਇੰਨਾ ਪਤਾ ਆ ਕਿ ਸਮਹਾਉ ਮੈਜਿਕ ਦੇ ਨਾਲ ਜਾਦੂ ਦੇ ਨਾਲ ਉਹ ਮੈਨੂੰ ਸਹੀ ਆਨਸਰ ਕੱਢ ਕੇ ਦਿੰਦਾ ਆ। ਠੀਕ, ਸੋ ਕਿਉਂਕਿ ਉਹਨੂੰ ਆਪਾਂ ਡਿਟਰਮਾਈਨ ਨਹੀਂ ਕਰ ਸਕਦੇ ਇਸ ਕਰਕੇ ਉਹ ਨॉन ਡਿਟਰਮਿਨਿਸਟਿਕ ਦੀ ਕੈਟਾਗਰੀ ਦੇ ਵਿੱਚ ਆ ਗਿਆ। ਹੁਣ ਡਿਟਰਮਿਨਿਸਟਿਕ ਐਲਗੋਰਿਦਮ ਕਿਹੜਾ ਹੋਏਗਾ ਜਿੱਥੇ ਮੈਂ ਚੋਇਸ ਫੰਕਸ਼ਨ ਨੂੰ ਹਟਾ ਕੇ ਉਹਦੀ ਥਾਂ ਤੇ ਇੱਕ ਇਹੋ ਜਿਹਾ ਸਟੈਪ ਰੱਖਦੇ ਆ ਜਿਹਦੇ ਬਾਰੇ ਮੈਨੂੰ ਪਤਾ ਹੋਏ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਉਹ ਮੈਨੂੰ ਪਤਾ ਨਹੀਂ ਹੈ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਐਲਗੋਰਿਦਮ ਬਣਿਆ ਭਾਵੇਂ ਕਿ ਇਹ ਆਫ ਦੀ ਆਰਡਰ ਆਫ 1 ਬਣ ਗਿਆ, ਕਾਂਸਟੈਂਟ ਟਾਈਮ ਲੈ ਰਿਹਾ, ਬੈਸਟ ਐਲਗੋਰਿਦਮ ਬਣ ਗਿਆ, ਪਰ ਇਹ ਹਲੇ ਨॉन ਡਿਟਰਮਿਨਿਸਟਿਕ ਹੈ। ਡਿਟਰਮਿਨਿਸਟਿਕ ਕਦੋਂ ਬਣੇਗਾ ਜਦੋਂ ਮੈਂ ਚੋਇਸ ਫੰਕਸ਼ਨ ਨੂੰ 0 ਟਾਈਮ ਮੀਨਸ ਉਹਨੂੰ ਮੈਂ ਹਟਾ ਦਿਆਂਗਾ। ਸੋ ਕੰਪਲੈਕਸਿਟੀ ਕਲਾਸ NP ਇਜ਼ ਦਾ ਸੈਟ ਆਫ ਆਲ ਡਿਸੀਜ਼ਨ ਪ੍ਰੋਬਲਮ। ਹੁਣ ਇੱਥੋਂ ਕੀ ਪਤਾ ਲੱਗਿਆ ਕਿ NP ਕਲਾਸ ਕੀ ਹੈ, ਨॉन ਡਿਟਰਮਿਨਿਸਟਿਕ ਪੋਲੀਨੋਮੀਅਲ ਕਲਾਸ ਕਿਹੜੀ ਹੈ। ਉਸ ਕਲਾਸ ਦੇ ਵਿੱਚ ਕੀ ਇਨਕਲੂਡ ਹੈ, ਉਸ ਕਲਾਸ ਦੇ ਵਿੱਚ ਇਨਕਲੂਡ ਹੈ ਸਾਰੀਆਂ ਡਿਸੀਜ਼ਨ ਪ੍ਰੋਬਲਮ। ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਕਿ ਡਿਸੀਜ਼ਨ ਵਾਲੀਆਂ ਨੇ ਜਿੱਥੇ ਆਨਸਰ ਯੈਸ ਔਰ ਨੋ ਆਏਗਾ, ਜਿਹੜੀਆਂ ਕਿ ਸੋਲਵ ਕੀਤੀਆਂ ਜਾ ਸਕਦੀਆਂ ਨੇ ਨॉन ਡਿਟਰਮਿਨਿਸਟਿਕ ਐਲਗੋਰਿਦਮ ਦੇ ਨਾਲ ਜਿੱਥੇ ਕਿ ਟਾਈਮ ਪੋਲੀਨੋਮੀਅਲ ਲੱਗੇਗਾ ਕਿਉਂਕਿ ਆਰਡਰ 1 ਜਿਹੜਾ ਹੈ ਪੋਲੀਨੋਮੀਅਲ ਟਾਈਮ ਹੈ। ਸੋ ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਕਿ ਡਿਸੀਜ਼ਨ ਮੇਕਿੰਗ ਹੈਗੀਆਂ ਨੇ ਔਰ ਜਿਹੜੀਆਂ ਕਿ ਨॉन ਡਿਟਰਮਿਨਿਸਟਿਕ ਐਲਗੋਰਿਦਮ ਦੇ ਨਾਲ ਪੋਲੀਨੋਮੀਅਲ ਟਾਈਮ ਦੇ ਵਿੱਚ ਸੋਲਵ ਹੋ ਸਕਦੀਆਂ ਨੇ, ਉਹਨਾਂ ਸਾਰੀਆਂ ਪ੍ਰੋਬਲਮ ਨੂੰ ਆਪਾਂ ਕਹਾਂਗੇ NP ਪ੍ਰੋਬਲਮਸ, ਨॉन ਡਿਟਰਮਿਨਿਸਟਿਕ ਪੋਲੀਨੋਮੀਅਲ ਪ੍ਰੋਬਲਮਸ। ਸੋ ਇਹ ਸਾਰੀਆਂ ਗੱਲਾਂ ਤੋਂ ਬਾਅਦ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਕੋਈ ਵੀ ਇਹੋ ਜਿਹਾ ਕੰਪਿਊਟਰ ਨਹੀਂ ਹੈ ਜਿਹੜਾ ਕਿ ਮੈਜੀਕਲ ਫੰਕਸ਼ਨ ਨੂੰ ਐਗਜ਼ੀਕਿਊਟ ਕਰ ਸਕੇ। ਜੇ ਆਪਾਂ ਕਹਿ ਦਿੱਤਾ ਕਿ ਸਾਡੇ ਕੋਲ ਇੱਕ ਮੈਜੀਕਲ ਫੰਕਸ਼ਨ ਹੈ ਪਰ ਉਹਨੂੰ ਐਗਜ਼ੀਕਿਊਟ ਕੌਣ ਕਰੇਗਾ, ਕੋਈ ਵੀ ਕੰਪਿਊਟਰ, ਕਿਉਂਕਿ ਉਹਦੇ ਬਾਰੇ ਤਾਂ ਹਾਲੇ ਪਤਾ ਹੀ ਨਹੀਂ ਕਿ ਉਹਦੇ ਅੰਦਰ ਕੀ ਚੱਲ ਰਿਹਾ। ਸੋ ਕੋਈ ਵੀ ਕੰਪਿਊਟਰ ਇਹੋ ਜਿਹਾ ਨਹੀਂ ਹੈ ਜਿਹੜਾ ਕਿ
ਮੈਜੀਕਲ ਫੰਕਸ਼ਨ ਨੂੰ ਐਗਜ਼ੀਕਿਊਟ ਕਰ ਸਕੇ। ਨੋ ਕਨਵੈਨਸ਼ਨਲ ਕੰਪਿਊਟਰ ਕੈਨ ਕੈਰੀ ਆਊਟ ਦਾ ਚੋਇਸ ਆਪਰੇਸ਼ਨ। ਅੱਜ ਦੀ ਡੇਟ ਦੇ ਵਿੱਚ ਆਪਣੇ ਕੋਲ ਕੋਈ ਵੀ ਇਹੋ ਜਿਹਾ ਕੰਪਿਊਟਰ ਨਹੀਂ ਬਣਿਆ ਹੋਇਆ। ਨੋ ਵਨ ਹੈਜ਼ ਯੈਟ ਸ਼ੋਨ, ਕਿਸੇ ਨੇ ਇਸ ਤਰ੍ਹਾਂ ਸ਼ੋ ਵੀ ਨਹੀਂ ਕੀਤਾ। ਹਾਊ ਈਵਨ ਐਨ ਅਨਕਨਵੈਨਸ਼ਨਲ ਕੰਪਿਊਟਰ, ਮੰਨ ਲਓ ਜਿਵੇਂ ਫਿਊਚਰ ਦੇ ਵਿੱਚ ਆਪਣੀ ਇਨਵੈਂਸ਼ਨਸ ਹੋ ਰਹੀਆਂ ਨੇ, ਨੈਕਸਟ ਕੁਆਂਟਮ ਕੰਪਿਊਟਰ ਹਾਲੇ ਆ ਰਿਹਾ ਆ, ਤਾਂ ਹਾਲੇ ਤੱਕ ਕਿਸੇ ਨੇ ਇਹ ਵੀ, ਕੋਈ ਵੀ ਬੰਦਾ ਇਹ ਵੀ ਸ਼ੋ ਨਹੀਂ ਕਰ ਪਾਇਆ ਕਿ ਕੁਆਂਟਮ ਕੰਪਿਊਟਰ ਜਾਂ ਕੋਈ ਅਨਕਨਵੈਨਸ਼ਨਲ ਕੰਪਿਊਟਰ ਵੀ ਇਹਨੂੰ ਸੋਲਵ ਕਰ ਸਕਦਾ ਹੈ। ਨਾਨ ਡਿਟਰਮਿਨਿਸਟਿਕ ਪੋਲੀਨੋਮੀਅਲ ਟਾਈਮ ਦੇ ਵਿੱਚ ਇਸ ਫੰਕਸ਼ਨ ਨੂੰ, ਜਿਹੜਾ ਚੋਇਸ ਫੰਕਸ਼ਨ ਹੈ, ਉਹਨੂੰ ਐਗਜ਼ੀਕਿਊਟ ਕਰ ਸਕਦਾ ਹੈ। ਸੋ ਇਹੋ ਜਿਹਾ ਕੁਝ ਵੀ ਹਾਲੇ ਤੱਕ ਨਾ ਤਾਂ ਜਨਰੇਟ ਹੋਇਆ ਤੇ ਨਾ ਹੀ ਨੀਅਰ ਫਿਊਚਰ ਕੁਝ ਦਿਖ ਰਿਹਾ ਹੈ। ਸੋ ਇਹਦਾ ਕੀ ਮਤਲਬ ਹੋਇਆ ਕਿ ਜਿਹੜੇ ਨਾਨ ਡਿਟਰਮਿਨਿਸਟਿਕ ਐਲਗੋਰਿਦਮ ਹੈ ਕੀ ਉਹ ਯੂਜ਼ਲੈਸ ਹੈ, ਕਿ ਉਹਨਾਂ ਦਾ ਕੋਈ ਫਾਇਦਾ ਨਹੀਂ, ਸਿਰਫ ਉਹ ਥਿਊਰੀ ਦੇ ਵਿੱਚ ਨੇ। ਵੀ ਕੈਨ ਨੋਟ ਕੋਡ ਦੈਮ ਐਂਡ ਵੀ ਕੈਨ ਨੋਟ ਰਨ ਦੈਮ ਐਨੀਵੇਅਰ। ਸੋ ਉਹਨਾਂ ਦਾ ਫਾਇਦਾ ਕੀ ਹੋਇਆ ਜਦੋਂ ਆਪਾਂ ਚੋਇਸ ਫੰਕਸ਼ਨ ਨਾ ਤਾਂ ਉਹਨਾਂ ਨੂੰ ਬਣਾ ਸਕਦੇ, ਨਾ ਤਾਂ ਉਹਦੇ ਅੰਦਰ ਆਪਾਂ ਨੂੰ ਪਤਾ ਆ ਕੀ ਹੈਗਾ, ਤੇ ਨਾ ਹੀ ਆਪਾਂ ਉਹਨਾਂ ਨੂੰ ਕਿਤੇ ਐਗਜ਼ੀਕਿਊਟ ਕਰ ਸਕਦੇ ਹਾਂ। ਤਾਂ ਕੀ ਨਾਨ ਡਿਟਰਮਿਨਿਸਟਿਕ ਐਲਗੋਰਿਦਮ ਜਿਹੜੇ ਆਪਾਂ ਕੈਟੇਗਰੀ 'ਚ ਰੱਖੇ ਹੋਏ ਨੇ ਉਹ ਸਾਰੇ ਐਲਗੋਰਿਦਮ ਯੂਜ਼ਲੈਸ ਹੋ ਗਏ? ਆਨਸਰ ਇਜ਼ ਕਿ ਇਹ ਸਾਰੇ ਯੂਜ਼ਲੈਸ ਨਹੀਂ ਹੋਏ। ਆਪਾਂ ਨੂੰ ਧਿਆਨ ਦੇਣ ਵਾਲੀ ਗੱਲ ਕੀ ਹੈ ਕਿ ਆਲ ਦਾ ਪੀ ਕਲਾਸ ਪ੍ਰੋਬਲਮਸ ਆਰ ਆਲਸੋ ਐਨ ਪੀ ਕਲਾਸ ਪ੍ਰੋਬਲਮ। ਹੁਣ ਸੋਚਣ ਵਾਲੀ ਗੱਲ ਹੈ, ਦੇਖੋ ਜਿੰਨੀਆਂ ਪੀ ਕਲਾਸ ਪ੍ਰੋਬਲਮਸ ਨੇ ਉਹ ਸਾਰੀਆਂ ਐਨ ਪੀ ਕਲਾਸ ਪ੍ਰੋਬਲਮਸ ਨੇ। ਫॉर ਦੋਜ਼ ਪ੍ਰੋਬਲਮਸ ਵੀ ਡੋਂਟ ਨੋ ਦਾ ਆਨਸਰ ਬਿਫੋਰ ਸਮਵਨ ਡਿਸਕਵਰ देयर ਐਲਗੋਰਿਦਮ। ਠੀਕ, ਸੋ ਜਦੋਂ ਸਭ ਤੋਂ ਪਹਿਲਾਂ ਸਰਚਿੰਗ ਦਾ ਕੋਈ ਐਲਗੋਰਿਦਮ ਨਹੀਂ ਸੀਗਾ, ਤਾਂ ਸਰਚਿੰਗ ਦੇ ਜਿੰਨੇ ਵੀ ਐਲਗੋਰਿਦਮ ਸੀ ਉਹ ਸਾਰੇ ਨਾਨ ਡਿਟਰਮਿਨਿਸਟਿਕ ਐਲਗੋਰਿਦਮ ਸੀਗੇ। ਫਿਰ ਆਪਾਂ ਕਿਸੇ ਬੰਦੇ ਨੇ ਲੀਨੀਅਰ ਸਰਚ ਦਾ ਆਈਡੀਆ ਦੇਤਾ, ਤਾਂ ਉਹ ਨਾਨ ਡਿਟਰਮਿਨਿਸਟਿਕ ਤੋਂ ਨਿਕਲ ਕੇ ਪੋਲੀਨੋਮੀਅਲ ਟਾਈਮ ਦੇ ਵਿੱਚ ਆਪਾਂ ਨੂੰ ਸੋਲਵ ਕਰ ਸਕੇ, ਤਾਂ ਉਹ ਨਾਨ ਡਿਟਰਮਿਨਿਸਟਿਕ ਤੋਂ ਨਿਕਲ ਕੇ ਪੀ ਕੈਟੇਗਰੀ ਦੇ ਵਿੱਚ ਆ ਗਿਆ। ਫਿਰ ਉਸ ਤੋਂ ਬਾਅਦ ਫਰਦਰ ਇੰਪਰੂਵਮੈਂਟਸ ਹੋਈਆਂ, ਤਾਂ ਉਹਦੇ ਵਿੱਚ ਲੌਗ ਐਨ ਟਾਈਮ ਵਾਲਾ ਐਲਗੋਰਿਦਮ, ਜਿਹਨੂੰ ਆਪਾਂ ਬਾਈਨਰੀ ਸਰਚ ਕਹਿੰਦੇ ਆ, ਉਹ ਨਿਕਲ ਕੇ ਆ ਗਿਆ। ਫਿਰ ਫਰਦਰ ਹੋਰ ਇੰਪਰੂਵਮੈਂਟਸ। ਤਾਂ ਇਸ ਤੋਂ ਸਾਬਿਤ ਕੀ ਹੁੰਦਾ ਕਿ ਜਿਹੜਾ ਆਪਾਂ ਪਿੱਛੇ ਐਲਗੋਰਿਦਮ ਸਰਚ ਵਾਲਾ ਬਣਾਇਆ ਹੈ, ਤਾਂ ਕੀ ਉਹ ਵਾਲਾ ਐਲਗੋਰਿਦਮ ਅੱਜ ਨਹੀਂ ਪਤਾ, ਪਰ ਹੋ ਸਕਦਾ ਹੈ ਕੱਲ ਨੂੰ ਉਹੋ ਜਿਹਾ ਕੋਈ ਐਲਗੋਰਿਦਮ ਬਣ ਜਾਵੇ ਤਾਂ ਉਹ ਨਾਨ ਡਿਟਰਮਿਨਿਸਟਿਕ ਵਾਲੀ ਕੈਟੇਗਰੀ 'ਚੋਂ ਨਿਕਲ ਕੇ ਪੋਲੀਨੋਮੀਅਲ ਵਾਲੀ ਕੈਟੇਗਰੀ ਦੇ ਵਿੱਚ ਇਨਕਲੂਡ ਹੋ ਜਾਏਗਾ। ਸੋ ਇਸ ਚੀਜ਼ ਨੂੰ ਜੇ ਆਪਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਜਿੰਨੀਆਂ ਵੀ ਪ੍ਰੋਬਲਮ ਹੈ ਉਹ ਸਾਰੀਆਂ ਨਾਨ ਡਿਟਰਮਿਨਿਸਟਿਕ ਪੋਲੀਨੋਮੀਅਲ ਪ੍ਰੋਬਲਮ ਦੀ ਕੈਟੇਗਰੀ ਦੇ ਵਿੱਚ ਹਨ। ਔਰ ਉਹਨਾਂ ਵਿੱਚੋਂ ਕੁਝ ਪ੍ਰੋਬਲਮ ਇਹੋ ਜਿਹੀਆਂ ਸੀ ਜਿਨ੍ਹਾਂ ਦਾ ਸੋਲੂਸ਼ਨ ਆਪਾਂ ਨੇ ਲੱਭ ਲਿਆ ਪੋਲੀਨੋਮੀਅਲ ਟਾਈਮ ਦੇ ਵਿੱਚ, ਤਾਂ ਬਾਏ ਟਾਈਮ ਉਹ ਕੈਟੇਗਰੀ ਪੀ ਕ੍ਰੀਏਟ ਹੋ ਗਈ। ਸੋ ਪੀ ਪੋਲੀਨੋਮੀਅਲ ਕੈਟੇਗਰੀ ਉਹ ਕੈਟੇਗਰੀ ਹੈ ਜਿਹੜੀਆਂ ਪਹਿਲਾਂ ਅਨਸੋਲਵਡ ਸੀਗੀਆਂ, ਪਰ ਬਾਏ ਟਾਈਮ ਉਹਨਾਂ ਦਾ ਸੋਲੂਸ਼ਨ ਲੱਭ ਗਿਆ ਔਰ ਇਸ ਕੈਟੇਗਰੀ ਤੋਂ ਟਰਾਂਸਫਰ ਹੋ ਕੇ ਪੀ ਕੈਟੇਗਰੀ ਦੇ ਵਿੱਚ ਉਹ ਆ ਗਈਆਂ। ਤਾਂ ਜਿਹੜੀਆਂ ਬਾਕੀ ਇੱਧਰ ਬਚ ਗਈਆਂ, ਪ੍ਰੋਬਲਮ 1, ਪ੍ਰੋਬਲਮ 2, ਪ੍ਰੋਬਲਮ 3, ਜਿਹੜੀਆਂ ਇਸ ਪਾਸੇ ਪਈਆਂ ਨੇ ਹੱਲੇ ਵੀ, ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਨਾਨ ਡਿਟਰਮਿਨਿਸਟਿਕ ਪੋਲੀਨੋਮੀਅਲ ਹੈਗੀਆਂ ਨੇ, ਹੋ ਸਕਦਾ ਹੈ ਕੱਲ ਨੂੰ ਇਹਦਾ ਸੋਲੂਸ਼ਨ ਲੱਭ ਜੇ ਤਾਂ ਇਹ ਵੀ ਪੋਲੀਨੋਮੀਅਲ ਟਾਈਮ ਦੇ ਵਿੱਚ ਇੱਧਰ ਟਰਾਂਸਫਰ ਹੋ ਜਾਏਗੀ। ਸੋ ਇਹਦਾ ਮਤਲਬ ਕੀ ਹੈ ਕਿ ਹੌਲੀ ਹੌਲੀ ਇਹਦਾ ਦਾਇਰਾ, ਜਿਹੜਾ ਪੋਲੀਨੋਮੀਅਲ ਕਲਾਸ ਦਾ ਜੋ ਦਾਇਰਾ ਹੈ ਉਹ ਹੌਲੀ ਹੌਲੀ ਇਨਕਰੀਜ਼ ਹੁੰਦਾ ਜਾਏਗਾ। ਹੁੰਦਾ ਕਦੋਂ ਹੈ? ਤਾਂ ਇੱਕ ਦਿਨ ਆਏਗਾ ਜਦੋਂ ਆਲ ਨੌਨ ਪੋਲੀਨੋਮੀਅਲ ਜਿਹੜੀਆਂ ਆਪਣੀਆਂ ਕੈਟੇਗਰੀਜ਼ ਹੈਗੀਆਂ ਨੇ ਉਹ ਸਾਰੀ ਦੀਆਂ ਸਾਰੀਆਂ ਪੋਲੀਨੋਮੀਅਲ ਦੇ ਵਿੱਚ ਟਰਾਂਸਫਰ ਹੋ ਜਾਣਗੀਆਂ। ਤੇ ਆਪਾਂ ਉਹ ਦਿਨ ਪਰ ਆਏਗਾ ਕਦੋਂ? ਉਹਦੇ ਵਾਸਤੇ ਹੋ ਸਕਦਾ ਟਾਈਮ ਲੱਗ ਜਾਵੇ, ਹੋ ਸਕਦਾ 10 ਸਾਲ, ਹੋ ਸਕਦਾ 20 ਸਾਲ, ਹੋ ਸਕਦਾ ਤੁਹਾਡੀ ਲਾਈਫ ਟਾਈਮ ਦੇ ਵਿੱਚ ਨਾ ਆਵੇ, ਗਾਂ ਤੁਹਾਡੀਆਂ ਅਗਲੀਆਂ ਜਿਹੜੀਆਂ ਪੁਸ਼ਤਾਂ ਨੇ ਉਹ ਕਰ ਪਾਉਣ। ਪਰ ਆਪਾਂ ਇਸ ਉਮੀਦ 'ਤੇ ਬੈਠੇ ਹਾਂ ਕਿ ਜੇ ਪਹਿਲਾਂ ਪ੍ਰੋਬਲਮ ਜਿਹੜੀਆਂ ਸੀਗੀਆਂ ਨਾਨ ਡਿਟਰਮਿਨਿਸਟਿਕ ਪੋਲੀਨੋਮੀਅਲ ਦੇ ਕੈਟੇਗਰੀ 'ਚ ਸੀਗੀਆਂ ਉਹ ਟਰਾਂਸਫਰ ਹੋ ਕੇ ਪੋਲੀਨੋਮੀਅਲ ਦੇ ਵਿੱਚ ਆ ਗਈਆਂ, ਤਾਂ ਹੁਣ ਜਿਹੜੀਆਂ ਬਾਕੀ ਬਚਦੀਆਂ ਨੇ ਹੋ ਸਕਦਾ ਇਨ ਫਿਊਚਰ ਉਹ ਵੀ ਹੌਲੀ ਹੌਲੀ ਇੱਥੇ ਸ਼ਿਫਟ ਹੋ ਜਾਣ। ਸੋ ਫॉर ਦੋਜ਼ ਪ੍ਰੋਬਲਮ ਵੀ ਡੋਂਟ ਨੋ ਦਾ ਆਨਸਰ ਬਿਫੋਰ ਸਮਵਨ ਡਿਸਕਵਰ देयर ਐਲਗੋਰਿਦਮ ਐਟ that time they were also NP class problem. Once their solution is available we shift them to P class. ठीक, सो टूडे वी डोंट हैव द सोल्यूशन फॉर चॉइस। अज की डेट ਦੇ की है कि अपने कोल चॉइस मैथड का कोई भी सोल्यूशन नहीं है, बट मे बी टुमारो, कल किसी ने नहीं देखा, कल हो सकता है कि आप सोल्यूशन लभ लीए, दैन वी विल बी एबल टू सॉल्व दिस प्रॉब्लम, फिर आप इस प्रॉब्लम को सॉल्व कर देंगे, दैन इट विल बी शिफ्टेड टू
P class problem. So thus all P class problems are NP class problem also. जिन्नियां P class वालियां problems ने वो NP दियां ही problems ने. So we can say that P is a subset of NP. So it is also important. So NP ਨੂੰ ਆਪਾਂ ਨੂੰ ਸਮਝਣਾ ਜ਼ਰੂਰੀ ਹੈ. NP ਕੀ ਹੈ? ਨॉन ਡਿਟਰਮਿਨਿਸਟਿਕ ਪੋਲੀਨੋਮੀਅਲ. ਨॉन ਡਿਟਰਮਿਨਿਸਟਿਕ ਮੀਨਸ ਅੱਜ ਦੀ ਡੇਟ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਕਿ ਕਿਵੇਂ ਸੋਲਵ ਹੋਏਗਾ, ਪਰ ਆਪਾਂ ਇੱਕ ਅੰਦਾਜ਼ਾ ਲਗਾ ਕੇ ਚੱਲਦੇ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਉਹ ਪੋਲੀਨੋਮੀਅਲ ਟਾਈਮ ਦੇ ਵਿੱਚ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ, ਪਰ ਕਿਵੇਂ ਉਹ ਆਪਾਂ ਨੂੰ ਨਹੀਂ ਪਤਾ। ਇਨ ਫਿਊਚਰ ਹੋ ਸਕਦਾ ਉਹਦਾ ਕੋਈ ਆਪਾਂ ਨੂੰ ਆਨਸਰ ਲੱਭ ਜਾਵੇ ਤਾਂ ਉਹ NP ਵਾਲੀਆਂ ਪ੍ਰੋਬਲਮ ਪੋਲੀਨੋਮੀਅਲ ਦੇ ਵਿੱਚ ਟ੍ਰਾਂਸਫਰ ਹੋ ਜਾਣਗੇ। ਦੈਟ ਮੀਨਸ ਫਿਰ ਉਹ ਡਿਟਰਮਿਨਿਸਟਿਕ ਪੋਲੀਨੋਮੀਅਲ ਬਣ ਜਾਣਗੀਆਂ। ਨॉन ਡਿਟਰਮਿਨਿਸਟਿਕ ਪੋਲੀਨੋਮੀਅਲ ਤੋਂ ਡਿਟਰਮਿਨਿਸਟਿਕ ਪੋਲੀਨੋਮੀਅਲ ਦੇ ਵਿੱਚ ਉਹਨਾਂ ਦੀ ਸ਼ਿਫਟਿੰਗ ਹੋ ਜਾਏਗੀ। ਤੇ ਇਹਦਾ ਕੀ ਮਤਲਬ ਹੋ ਗਿਆ ਸਿੱਧਾ ਸਿੱਧਾ ਕਿ ਜਿੰਨੀਆਂ ਵੀ P ਕੈਟੇਗਰੀ ਵਾਲੀਆਂ ਪ੍ਰੋਬਲਮਸ ਨੇ ਉਹ ਸਾਰੀਆਂ NP ਕੈਟੇਗਰੀ ਦੀਆਂ ਸਬਸੈਟ ਨੇ। ਹੁਣ ਇਸ਼ੂ ਕੀ ਹੈ? ਵਟ ਪਰਪਸ NP ਕਲਾਸ ਸੋਲਵ। ਫਿਰ ਆਪਾਂ ਨੂੰ NP ਕਲਾਸ ਬਾਰੇ ਪੜ੍ਹਨ ਦਾ ਫਾਇਦਾ ਕੀ ਹੋਇਆ? ਜਦੋਂ ਆਪਾਂ ਦੇਖ ਲਿਆ ਕਿ NP ਕਲਾਸ ਦੇ ਨਾਲ ਨਾ ਤੇ ਆਪਾਂ ਉਹਦਾ ਆਨਸਰ ਲੱਭ ਸਕਦੇ ਹਾਂ ਕਿਉਂਕਿ ਉਹ ਨॉन ਡਿਟਰਮਿਨਿਸਟਿਕ ਹੈ, ਆਪਾਂ ਨੂੰ ਉਹਦਾ ਸੋਲੂਸ਼ਨ ਨਹੀਂ ਪਤਾ, ਨਾ ਆਪਾਂ ਉਹਨੂੰ ਕਿਤੇ ਐਗਜ਼ੀਕਿਊਟ ਕਰ ਸਕਦੇ ਹਾਂ, ਨਾ ਆਪਾਂ ਉਹਦੇ ਸੈਟ ਆਫ ਇੰਸਟਰਕਸ਼ਨ ਫਾਈਂਡ ਆਊਟ ਕਰ ਸਕਦੇ ਹਾਂ, ਤਾਂ ਫਿਰ NP ਕਲਾਸ ਕਾਹਦੇ ਲਈ ਪੜ੍ਹ ਰਹੇ ਹਾਂ? ਸੋ ਆਨਸਰ ਇਜ਼ ਕਿ ਕੈਨ ਬੀ ਯੂਜ਼ ਟੂ ਰਿਲੇਟ ਟੂ ਐਲਗੋਰਿਦਮ। ਇਹਦੇ ਨਾਲ ਆਪਾਂ ਦੋ ਅਲੱਗ-ਅਲੱਗ ਪ੍ਰੋਬਲਮਸ ਨੂੰ ਰਿਲੇਟ ਕਰ ਸਕਦੇ ਹਾਂ। ਆਪਾਂ ਇਹ ਦੱਸ ਸਕਦੇ ਹਾਂ ਕਿ ਜੇ P1 ਫਸਟ ਪ੍ਰੋਬਲਮ ਜਿਹੜੀ ਆ ਉਹ NP ਕੈਟੇਗਰੀ ਦੀ ਹੈ ਤੇ ਜੇ P2 ਪ੍ਰੋਬਲਮ ਵੀ P1 ਵਰਗੀ ਹੈ, ਜੇ ਆਪਾਂ ਦੋਨਾਂ ਨੂੰ ਰਿਲੇਟ ਕਰ ਪਾਈਏ ਤਾਂ ਆਪਾਂ ਕਹਿ ਸਕਦੇ ਹਾਂ ਕਿ P2 ਪ੍ਰੋਬਲਮ ਵੀ NP ਕੈਟੇਗਰੀ ਦੀ ਹੈ। ਤਾਂ ਕੀ ਆਪਾਂ ਉਹਦਾ ਸੋਲੂਸ਼ਨ ਲੱਭਣਾ ਹੈ, ਕੀ ਆਪਾਂ ਨੂੰ ਪੋਲੀਨੋਮੀਅਲ ਸੋਲੂਸ਼ਨ ਮਿਲ ਸਕਦਾ ਹੈ ਕਿ ਨਹੀਂ ਮਿਲ ਸਕਦਾ, ਇਸ ਚੀਜ਼ ਬਾਰੇ ਆਪਾਂ ਨੂੰ ਆਈਡੀਆ ਹੋ ਜਾਏਗਾ। ਸੋ ਦਿਸ ਵਿਲ ਹੈਲਪ ਇਫ ਦਾ ਸੋਲੂਸ਼ਨ ਆਫ ਵਨ ਐਲਗੋਰਿਦਮ ਵਿਲ ਬੀ ਫਾਈਂਡ। ਠੀਕ ਹੈ। ਸੋ ਜੇ ਆਪਾਂ ਉਹਨਾਂ ਨੂੰ ਕਲਾਸ ਦੇ ਵਿੱਚ ਬੰਨ੍ਹ ਦਈਏ ਕਿ P1 ਪ੍ਰੋਬਲਮ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ P2 ਪ੍ਰੋਬਲਮ ਹੈ, ਜਾਂ P2 ਪ੍ਰੋਬਲਮ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ P1 ਪ੍ਰੋਬਲਮ ਹੈ, ਔਰ ਜੇ ਮੈਨੂੰ ਇਨ ਫਿਊਚਰ P1 ਦਾ ਸੋਲੂਸ਼ਨ ਮਿਲ ਜਾਂਦਾ ਹੈ ਸੇਮ ਤਰੀਕੇ ਦੇ ਨਾਲ ਮੈਂ P2 ਦਾ ਸੋਲੂਸ਼ਨ ਵੀ ਕੱਢ ਸਕਦਾ ਹਾਂ। ਸੋ ਇਹਨਾਂ ਨੂੰ ਰਿਲੇਟ ਕਰਨ ਦਾ ਪਰਪਸ ਕੀ ਹੈ? ਜੇ ਮੈਂ ਇਹ ਕਹਿ ਪਾਵਾਂ ਕਿ P1 ਪ੍ਰੋਬਲਮ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ P2 ਪ੍ਰੋਬਲਮ ਹੈ, ਇਹਦਾ ਮਤਲਬ ਕੀ ਹੋਏਗਾ ਕਿ ਜੇ ਮੈਂ P1 ਦਾ ਸੋਲੂਸ਼ਨ ਲੱਭ ਲੈਣਾ ਆ ਤਾਂ P2 ਦਾ ਸੋਲੂਸ਼ਨ ਆਪਣੇ ਆਪ ਲੱਭਿਆ ਗਿਆ, ਜਾਂ ਜੇ ਕੋਈ ਬੰਦਾ P2 ਦਾ ਸੋਲੂਸ਼ਨ ਲੱਭ ਲੈਂਦਾ ਆ ਤਾਂ P1 ਦਾ ਸੋਲੂਸ਼ਨ ਆਪਣੇ ਆਪ ਲੱਭਿਆ ਗਿਆ। ਸੋ ਕਲਾਸਾਂ ਨੂੰ ਰਿਲੇਟ ਕਰਕੇ ਆਪਾਂ ਨੂੰ ਇੱਕ ਬਹੁਤ ਵੱਡਾ ਬੈਨੀਫਿਟ ਹੁੰਦਾ ਹੈ ਕਿ ਸਾਰੀਆਂ ਕਲਾਸਿਸ ਦਾ ਸਾਰੀਆਂ ਪ੍ਰੋਬਲਮ ਦਾ ਅਲੱਗ-ਅਲੱਗ ਸੋਲੂਸ਼ਨ ਕੱਢਣ ਦੀ ਬਜਾਏ ਆਪਾਂ ਇੱਕ ਕਲਾਸ ਦਾ ਸੋਲੂਸ਼ਨ ਜੇ ਕੱਢ ਲਈਏ ਸਮਹਾਓ ਕਿਸੇ ਤਰ੍ਹਾਂ, ਤਾਂ ਬਾਕੀ ਕਲਾਸਿਸ ਨੂੰ ਆਪਾਂ ਰਿਲੇਟ ਕਰਕੇ ਉਹਨਾਂ ਦਾ ਸੋਲੂਸ਼ਨ ਵੀ ਫਾਈਂਡ ਆਊਟ ਕਰ ਸਕਦੇ ਹਾਂ। ਸੋ ਟਿਲ ਦੈਨ ਇਫ ਵਨ ਐਲਗੋਰਿਦਮ ਕੈਨ ਬੀ ਰਿਲੇਟਡ ਟੂ ਅਨਦਰ we can get the idea that no polynomial solution exists. So जब तक सोल्यूशन नहीं मिलता तब तक रिलेट करने का की बेनिफिट होएगा, जब तक सोल्यूशन नहीं मिलता तब तक रिलेट करके ਆਪਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਇਸ ਪ੍ਰੋਬਲਮ ਦਾ ਜੇ ਮੈਂ ਇੱਕ ਹੋਰ ਪ੍ਰੋਬਲਮ ਲਿਆਂਦੀ P3 ਤੇ ਮੈਨੂੰ ਪਤਾ ਕਿ P1 P2 NP ਹੈ, ਤਾਂ ਮੈਂ ਜੇ P3 ਨੂੰ ਸਾਬਿਤ ਕਰ ਦਿਆਂ ਕਿ ਉਹ P2 ਦੇ ਵਰਗੀ ਪ੍ਰੋਬਲਮ ਹੈ ਤਾਂ ਮੈਨੂੰ ਇੱਕ ਚੀਜ਼ ਤਾਂ ਪਤਾ ਲੱਗ ਜਾਏਗੀ ਕਿ ਉਹਦੇ ਵਾਸਤੇ ਕੋਈ ਵੀ ਫਿਲਹਾਲ ਪੋਲੀਨੋਮੀਅਲ ਸੋਲੂਸ਼ਨ ਐਗਜ਼ਿਸਟ ਨਹੀਂ ਕਰ ਰਿਹਾ, ਕਿਉਂਕਿ ਜੇ ਦੋਨੋਂ ਚੀਜ਼ਾਂ ਰਿਲੇਟ ਹੋ ਜਾਂਦੀਆਂ ਨੇ ਇਹਦਾ ਸਿੱਧਾ ਹੀ ਮਤਲਬ ਹੈ ਜਾਂ ਤਾਂ ਇਹਦਾ ਪੋਲੀਨੋਮੀਅਲ ਸੋਲੂਸ਼ਨ ਐਗਜ਼ਿਸਟ ਨਹੀਂ ਕਰ ਰਿਹਾ, ਔਰ ਜੇ ਇਹਦਾ ਮੈਂ ਪੋਲੀਨੋਮੀਅਲ ਸੋਲੂਸ਼ਨ ਫਾਈਂਡ ਆਊਟ ਕਰ ਲਿਆ ਤਾਂ ਇਹਦਾ ਮਤਲਬ ਕੀ ਹੈ ਕਿ ਜੇ P3 ਮੇਰੀ P2 ਦੇ ਬਰਾਬਰ ਵਰਗੀ ਹੈ ਤਾਂ ਇਹਦਾ ਮਤਲਬ ਕੀ ਹੈ ਕਿ P2 ਦਾ ਵੀ ਮੈਨੂੰ ਪੋਲੀਨੋਮੀਅਲ ਸੋਲੂਸ਼ਨ ਮਿਲ ਜਾਏਗਾ ਔਰ P1 ਦਾ ਵੀ ਮੈਨੂੰ ਪੋਲੀਨੋਮੀਅਲ ਸੋਲੂਸ਼ਨ ਮਿਲ ਜਾਏਗਾ। ਸੋ ਜੇ ਮੈਂ ਕਲਾਸ ਦੇ ਵਿੱਚੋਂ ਕਿਸੇ ਵੀ ਪ੍ਰੋਬਲਮ ਦਾ ਸੋਲੂਸ਼ਨ ਪੋਲੀਨੋਮੀਅਲ ਟਾਈਮ ਦੇ ਵਿੱਚ ਫਾਈਂਡ ਆਊਟ ਕਰ ਲਿਆ ਤਾਂ ਮੈਂ ਬਾਕੀ ਪ੍ਰੋਬਲਮ ਦਾ ਸੋਲੂਸ਼ਨ ਵੀ ਪੋਲੀਨੋਮੀਅਲ ਟਾਈਮ ਦੇ ਵਿੱਚ ਫਾਈਂਡ ਆਊਟ ਕਰ ਲਵਾਂਗਾ। ਜਾਂ ਜੇ ਮੈਨੂੰ ਇੱਕ ਦਾ ਪੋਲੀਨੋਮੀਅਲ ਸੋਲੂਸ਼ਨ ਨਹੀਂ ਮਿਲਿਆ, ਇਹਦਾ ਕਹਿਣ ਦਾ ਮਤਲਬ ਕੀ ਹੈ ਕਿ ਜੇ ਮੈਨੂੰ ਨਵੀਂ ਪ੍ਰੋਬਲਮ ਵੀ ਲੱਭਦੀ ਹੈ P3 ਤੇ ਜਿਹਦਾ ਮੈਂ ਸਾਬਿਤ ਕਰ ਦੇਵਾਂ ਕਿ ਉਹ P2 ਵਰਗੀ ਹੈ ਜਾਂ P1 ਵਰਗੀ ਹੈ, ਜਿੱਥੋਂ ਮੈਨੂੰ ਘੱਟੋ ਘੱਟ ਇਹ ਤਾਂ ਕਲੀਅਰ ਹੋ ਜਾਏਗਾ ਕਿ P3 ਦਾ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਪੋਲੀਨੋਮੀਅਲ ਸੋਲੂਸ਼ਨ ਐਗਜ਼ਿਸਟ ਨਹੀਂ ਕਰ ਰਿਹਾ। ਐਂਡ ਇਨਸਟੈਡ ਆਫ ਫਾਈਂਡਿੰਗ ਅ ਸੋਲੂਸ਼ਨ ਵੀ ਕੈਨ ਟਰਾਈ ਟੂ ਵੈਰੀਫਾਈ ਦਾ ਆਨਸਰ। ਸੋਲੂਸ਼ਨ ਲੱਭਣ ਦੀ ਬਜਾਏ ਆਪਾਂ ਇਹੋ ਜਿਹਾ ਐਲਗੋਰਿਦਮ ਬਣਾਵਾਂਗੇ ਜਿਹੜਾ ਕਿ ਆਨਸਰ ਨੂੰ ਵੈਰੀਫਾਈ ਕਰ ਸਕੇ। ਹੁਣ ਇਹ ਵੈਰੀਫਿਕੇਸ਼ਨ ਵਾਲਾ ਕੰਸੈਪਟ ਜਿਹੜਾ ਹੈ ਇਹ ਵੀ ਇੰਪੋਰਟੈਂਟ ਹੈ। ਜਿਹੜੇ ਨॉन ਡਿਟਰਮਿਨਿਸਟਿਕ ਐਲਗੋਰਿਦਮ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਸੋਲੂਸ਼ਨ ਲੱਭਣ ਦੀ ਬਜਾਏ ਇੱਕ ਡਿਟਰਮਿਨਿਸਟਿਕ ਐਲਗੋਰਿਦਮ ਬਣਾਉਣ ਦੀ ਬਜਾਏ ਉਹਨਾਂ ਦਾ ਆਪਾਂ ਵੈਰੀਫਿਕੇਸ਼ਨ ਵਾਲਾ ਐਲਗੋਰਿਦਮ ਬਣਾਉਂਦੇ ਆ ਕਿ ਪ੍ਰੋਬਲਮ ਨੂੰ ਆਪਾਂ
ਮੰਨ ਲਓ ਜੇ ਪ੍ਰੋਬਲਮ ਦਾ ਆਪਾਂ ਨੂੰ ਕੋਈ ਆਨਸਰ ਦੱਸ ਦੇਵੇ ਤਾਂ ਆਪਾਂ ਵੈਰੀਫਾਈ ਤਾਂ ਕਰ ਸਕੀਏ ਨਾ ਵੀ ਇਹ ਪ੍ਰੋਬਲਮ ਦਾ ਆਨਸਰ ਸਹੀ ਹੈ ਕਿ ਨਹੀਂ ਹੈ। ਸੋ ਉਹ ਜਿਹੜਾ ਵੈਰੀਫਿਕੇਸ਼ਨ ਵਾਲਾ ਕੰਸੈਪਟ ਹੈ, ਵੈਰੀਫਿਕੇਸ਼ਨ ਦਾ ਜਿਹੜਾ ਪ੍ਰੋਗਰਾਮ ਹੋਏਗਾ ਦੈਟ ਵਿਲ ਰਨ ਇਨ ਅ ਪੋਲੀਨੋਮੀਅਲ। ਸੋ ਇਸ ਤੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਆਪਾਂ ਜਦੋਂ ਪੋਲੀਨੋਮੀਅਲ ਨਾਨ ਡਿਟਰਮਿਨਿਸਟਿਕ ਪੋਲੀਨੋਮੀਅਲ ਐਨਪੀ ਕਲਾਸ ਵਾਲੀ ਪ੍ਰੋਬਲਮ ਨੂੰ ਫਾਈਂਡ ਆਊਟ ਕਰ ਲੈਂਦੇ ਆ ਤਾਂ ਆਪਾਂ ਨੂੰ ਇੱਕ ਬੈਨੀਫਿਟ ਇਹ ਹੋਏਗਾ ਕਿ ਉਹਨਾਂ ਨੂੰ ਆਪਸ ਦੇ ਵਿੱਚ ਰਿਲੇਟ ਕਰ ਦਈਏ। ਰਿਲੇਟ ਕਰਨ ਦੇ ਨਾਲ ਜਿਹੜਾ ਕੰਸੈਪਟ ਹੈ ਜੁੜਿਆ ਹੋਇਆ ਉਹ ਹੈ ਰਿਡਕਸ਼ਨ ਦਾ ਕੰਸੈਪਟ। ਹੁਣ ਰਿਡਕਸ਼ਨ ਦਾ ਕੰਸੈਪਟ ਬਹੁਤ ਹੀ ਸਿੰਪਲ ਹੈ। ਆਈਡੀਆ ਆਫ ਰਿਡਕਸ਼ਨ ਇਜ਼ ਵੈਰੀ ਮਚ ਸਿੰਪਲ। ਟੂ ਸੋਲਵ ਅ ਪ੍ਰੋਬਲਮ ਯੂਜ਼ ਐਨ ਐਲਗੋਰਿਦਮ ਫॉर ਅਨਦਰ ਪ੍ਰੋਬਲਮ। ਰਿਡਕਸ਼ਨ ਦਾ ਮਤਲਬ ਕੀ ਹੈ ਕਿ ਇੱਕ ਪ੍ਰੋਬਲਮ P ਨੂੰ ਮੈਂ ਸੋਲਵ ਕਰਨਾ ਹੈ ਪਰ ਮੇਰੇ ਕੋਲ ਉਹਦਾ ਕੋਈ ਐਲਗੋਰਿਦਮ ਨਹੀਂ ਹੈ। P2 ਦਾ ਇੱਕ ਐਲਗੋਰਿਦਮ ਮੇਰੇ ਕੋਲ ਐਗਜ਼ਿਸਟ ਕਰ ਰਿਹਾ ਹੈ ਤਾਂ P1 ਨੂੰ ਸੋਲਵ ਕਰਨ ਲਈ ਮੈਂ P2 ਦੇ ਐਲਗੋਰਿਦਮ ਨੂੰ ਯੂਜ਼ ਕਰਾਂ ਤੇ ਉਹਦੇ ਨਾਲ ਮੈਂ ਆਪਣੀ P1 ਦੀ ਪ੍ਰੋਬਲਮ ਸੋਲਵ ਕਰ ਲਾਂ ਤਾਂ ਇਸ ਕੰਸੈਪਟ ਨੂੰ ਆਪਾਂ ਕਹਿੰਦੇ ਆ ਰਿਡਕਸ਼ਨ। ਰਿਡਕਸ਼ਨ ਕੀ ਹੈ? ਟੂ ਸੋਲਵ ਅ ਪ੍ਰੋਬਲਮ, ਜਿਵੇਂ ਕਿ ਇਸ ਕੇਸ ਦੇ ਵਿੱਚ P1, ਟੂ ਸੋਲਵ ਅ ਪ੍ਰੋਬਲਮ ਯੂਜ਼ ਐਨ ਐਲਗੋਰਿਦਮ ਫॉर ਅਨਦਰ ਪ੍ਰੋਬਲਮ। ਦੂਸਰੀ ਪ੍ਰੋਬਲਮ ਨੂੰ ਸੋਲਵ ਕਰਨ ਵਾਲਾ ਐਲਗੋਰਿਦਮ ਯੂਜ਼ ਕਰੋ ਕਾਹਦੇ ਵਾਸਤੇ? ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਲਈ। ਸੋ ਮੇਰੇ ਕੋਲ ਇੱਕ ਹੋਰ ਪ੍ਰੋਬਲਮ ਹੈ, ਜੇ ਉਹਦਾ ਐਲਗੋਰਿਦਮ ਮੈਂ ਸਮਹਾਉ ਯੂਜ਼ ਕਰ ਲਵਾਂ P1 ਨੂੰ ਸੋਲਵ ਕਰਨ ਦੇ ਵਾਸਤੇ ਤਾਂ ਮੈਂ ਕਹਾਂਗਾ ਕਿ ਮੈਂ P1 ਨੂੰ ਰਿਡਿਊਸ ਕਰਤਾ P2 ਦੇ ਵਿੱਚ। P1 ਨੂੰ ਰਿਡਿਊਸ ਕਰਤਾ P2 ਦੇ ਵਿੱਚ। ਸੋ ਹੇਅਰ ਇਜ਼ ਐਨ ਐਗਜ਼ਾਮਪਲ। ਆਪਾਂ ਇਸ ਚੀਜ਼ ਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਅਸਿਊਮ ਵੀ ਵਾਂਟ ਟੂ ਕੰਪਿਊਟ ਦਾ ਸਮ ਆਫ ਅ ਲਿਸਟ ਆਫ n ਨੈਚੁਰਲ ਨੰਬਰ। ਫੋਰ ਐਗਜ਼ਾਮਪਲ ਮੇਰੇ ਕੋਲ ਹੈ 1 + 2 + 3 + 4 + 5 + 6 ਅਪ ਟੂ ਮੰਨ ਲਓ 10 ਤੱਕ ਮੈਂ ਸਮ ਕੱਢਣਾ ਹੈ। ਨਾਓ ਆਈ ਵਾਂਟ ਟੂ ਫਾਈਂਡ ਦਾ ਸਮ ਆਫ ਅ ਲਿਸਟ ਆਫ n ਨੈਚੁਰਲ ਨੰਬਰ ਐਂਡ ਦਿੱਤਾ ਕੀ ਹੋਇਆ? ਦਿਸ ਇਜ਼ ਮਾਈ ਪ੍ਰੋਬਲਮ 1। ਪ੍ਰੋਬਲਮ 2 ਕੀ ਹੈ? ਵੀ ਹੈਵ ਐਨ ਐਲਗੋਰਿਦਮ ਸਮ that return the sum of two given number। ਮੇਰੇ ਕੋਲ ਇੱਕ sum ਨਾਮ ਦਾ ਫੰਕਸ਼ਨ ਹੈ ਜਿਹੜਾ ਕਿ a ਔਰ b ਵੈਲਿਊਜ਼ ਲੈਂਦਾ ਹੈ ਔਰ ਉਹਨਾਂ ਦਾ ਜੋ ਜੋੜ ਹੈ ਉਹ ਰਿਟਰਨ ਕਰਦਾ ਹੈ। ਫੋਰ ਐਗਜ਼ਾਮਪਲ ਜੇ ਮੈਂ ਇੱਥੇ 3 ਔਰ 5 ਪਾਸ ਕਰਾਂ ਤਾਂ ਇਹ 8 ਰਿਟਰਨ ਕਰੇਗਾ। ਸੋ ਇਹ ਐਲਗੋਰਿਦਮ ਮੇਰੇ ਕੋਲ ਆਲਰੇਡੀ ਐਗਜ਼ਿਸਟਿੰਗ ਹੈ ਜਿਹੜਾ ਕਿ ਸੈਕਿੰਡ ਪ੍ਰੋਬਲਮ ਦਾ ਹੈ। ਹੁਣ ਸੈਕਿੰਡ ਪ੍ਰੋਬਲਮ ਇੱਥੇ ਕੀ ਹੈ? ਐਡ ਟੂ ਨੰਬਰ, ਦੋ ਨੰਬਰਾਂ ਨੂੰ ਐਡ ਕਰਨਾ। ਠੀਕ। ਸੋ ਐਡ ਟੂ ਨੰਬਰ ਵਾਸਤੇ ਮੇਰੇ ਕੋਲ ਸਮ ਮੈਥਡ ਬਣਿਆ ਹੋਇਆ ਹੈ ਜਿਹੜਾ ਕਿ ਦੋ ਵੈਲਿਊਜ਼ ਲਏਗਾ ਔਰ ਉਹਨਾਂ ਦਾ ਸਮ ਜਿਹੜਾ ਹੈ ਉਹ ਰਿਟਰਨ ਕਰੇਗਾ। ਹੁਣ ਇਸ ਐਲਗੋਰਿਦਮ ਨੂੰ ਯੂਜ਼ ਕਰਕੇ ਕੀ ਮੈਂ ਆਪਣੀ P1 ਪ੍ਰੋਬਲਮ ਨੂੰ ਸੋਲਵ ਕਰ ਸਕਦਾ ਜਿਹਦੇ ਵਿੱਚ ਮੈਂ ਇੱਕ ਸੀਕੁਐਂਸ ਹੈ ਜਿਹੜੀ ਉਹਦਾ ਸਮ ਫਾਈਂਡ ਆਊਟ ਕਰਨਾ ਹੈ? ਤਾਂ ਆਨਸਰ ਇਜ਼ ਯੈਸ। it is very simple, we can sum to add the numbers in the list। answer is yes। sum list ਨਾਮ ਦਾ ਮੈਂ ਇੱਕ ਆਪਣਾ ਪ੍ਰੋਗਰਾਮ ਬਣਾਇਆ ਐਲਗੋਰਿਦਮ, ਸਮ ਨੂੰ 0 ਤੋਂ ਇਨੀਸ਼ੀਅਲਾਈਜ਼ ਕਰ ਲਿਆ। ਫॉर i from 1 to n, 1 ਤੋਂ ਲੈ ਕੇ n ਵੈਲਿਊ ਤੱਕ ਮੈਂ i ਦੀ ਵੈਲਿਊ ਚੇਂਜ ਕਰਾਂਗਾ। ਸਮ s ਇਜ਼ ਇਕੁਅਲ ਟੂ ਸਮ s xi। ਜੋ ਐਗਜ਼ਿਸਟਿੰਗ ਸਮ ਹੈ ਉਹ ਟ੍ਰਾਂਸਫਰ ਕਰਤਾ ਔਰ ਜੋ ith ਲੋਕੇਸ਼ਨ ਤੇ ਜੋ ਵੈਲਿਊ ਪਈ ਹੈ ਉਹ ਟ੍ਰਾਂਸਫਰ ਕਰਤੀ। ਸੋ ਐਗਜ਼ਿਸਟਿੰਗ ਸਮ 0, 0 + 1 ਸਮ 1 ਹੋ ਜਾਏਗਾ। ਨੈਕਸਟ ਟਾਈਮ 1, 1 + 2 ਸਮ 3 ਹੋ ਜਾਏਗਾ। ਨੈਕਸਟ ਟਾਈਮ 3, 3 + 3 ਸਮ 4 ਹੋ ਜਾਏਗਾ ਐਂਡ ਸੋ ਔਨ। ਸੋ ਸਮ ਮੈਥਡ ਨੂੰ ਲੈ ਕੇ ਮੈਂ ਆਪਣਾ ਨਵਾਂ ਮੈਥਡ ਕ੍ਰੀਏਟ ਕਰ ਲਿਆ। ਸੋ ਹੇਅਰ ਵੀ ਆਰ ਯੂਜ਼ਿੰਗ ਦਾ ਸਮ in our algorithm as a subroutine। we do not care about how sum work। ਆਪਾਂ ਇਹ ਨਹੀਂ ਧਿਆਨ ਕਰਦੇ ਕਿ sum ਨੇ internally ਕਿਵੇਂ ਕੰਮ ਕੀਤਾ। ਠੀਕ ਹੈ। so it acts like a black box for us। we do not care what is going on inside the sum। ਆਪਾਂ ਨੂੰ ਇਹ ਜਦ ਤੱਕ sum ਜਿਹੜਾ ਹੈ ਆਪਾਂ ਨੂੰ ਸਹੀ ਆਨਸਰ ਦੇਈ ਜਾਂਦਾ ਹੈ ਆਪਾਂ ਨੇ ਇਹ ਧਿਆਨ ਕਰਨ ਦੀ ਲੋੜ ਨਹੀਂ ਹੈ ਕਿ sum ਦੇ ਅੰਦਰ ਕੀ ਚੱਲ ਰਿਹਾ। ਆਪਾਂ ਨੂੰ ਪਤਾ ਹੈ ਕਿ ਆਪਾਂ ਉਹਨੂੰ ਦੋ ਵੈਲਿਊਜ਼ ਦੇਵਾਂਗੇ ਉਹਨੇ ਆਪਾਂ ਨੂੰ ਆਨਸਰ ਦੇ ਦੇਣਾ ਹੈ। ਠੀਕ। ਤਾਂ ਇੱਕ ਐਲਗੋਰਿਦਮ, ਸੋ ਸਾਰੇ ਕੰਸੈਪਟ ਦੇ ਵਿੱਚ ਸਮਝਣ ਵਾਲੀ ਗੱਲ ਕੀ ਹੈ ਰਿਡਕਸ਼ਨ ਦੇ ਵਿੱਚ ਕਿ ਜਦੋਂ ਆਪਾਂ ਇੱਕ ਐਲਗੋਰਿਦਮ ਨੂੰ ਯੂਜ਼ ਕਰਕੇ ਦੂਸਰੇ ਐਲਗੋਰਿਦਮ ਦੀ ਪ੍ਰੋਬਲਮ ਨੂੰ ਸੋਲਵ ਕਰੀਏ ਤਾਂ ਇਸ ਕੰਸੈਪਟ ਨੂੰ ਆਪਾਂ ਕਹਿੰਦੇ ਆ ਰਿਡਕਸ਼ਨ। ਠੀਕ ਹੈ। ਸੋ ਆਪਾਂ ਹੁਣ ਥੋੜਾ ਜਿਹਾ ਇਹਨੂੰ ਹੋਰ ਐਕਸਪੈਂਡ ਕਰ ਲਈਏ, ਥੋੜਾ ਹੋਰ ਜਨਰਲਾਈਜ਼ ਕਰ ਲਈਏ। ਸੋ ਲੈਟ ਅਸ ਡਿਨੋਟ ਆਵਰ ਸਮ ਐਲਗੋਰਿਦਮ ਐਜ਼ x। ਮੰਨ ਲਓ ਜਿਹੜਾ ਸਮ ਐਲਗੋਰਿਦਮ ਸੀ ਉਹਦਾ ਨਾਮ ਹੈ x ਤੇ ਜਿਹੜਾ ਸਮ ਲਿਸਟ ਐਲਗੋਰਿਦਮ ਹੈ ਉਹਦਾ ਨਾਮ ਹੈ y। ਠੀਕ। ਸੋ ਦੁਬਾਰਾ ਦੇਖ ਲੈਂਦੇ ਆ। ਇਹ ਮੇਰਾ ਸਮ ਲਿਸਟ ਐਲਗੋਰਿਦਮ ਹੈ, ਇਹ ਮੇਰਾ ਸਮ ਐਲਗੋਰਿਦਮ ਹੈ। ਸੋ ਇਹ ਮੇਰਾ ਹੋ ਗਿਆ y ਔਰ ਇਹ ਹੋ ਗਿਆ ਮੇਰਾ x। ਠੀਕ। ਸੋ ਇੱਕ ਹੋ ਗਿਆ y ਤੇ ਇੱਕ ਹੋ ਗਿਆ x। we convert the input of y to the input of x and use the output of x to compute output of y। y ਦੀ input, ਐਲਗੋਰਿਦਮ ਦੀ input ਕੀ ਹੈ ਮੇਰੀ
एल्गोरिदम सम लिस्ट इनपुट की है, इट इज़ अ लिस्ट ऑफ सम वैल्यूज 1 2 3 4 5। सो दिस इज़ द इनपुट ऑफ दिस इज़ द इनपुट ऑफ माई सम लिस्ट। ओके, हुण इस इनपुट ਨੂੰ मैं कन्वर्ट ਕੀਤਾ उस इनपुट ਦੇ ਵਿੱਚ ਜਿਹੜੀ ਮੈਨੂੰ ਸਮ ਵਾਸਤੇ ਚਾਹੀਦੀ ਸੀ। सो आई कन्वर्ट द इनपुट ऑफ y टू द इनपुट ऑफ x। ठीक, सो आई कन्वर्ट the input of y to the input of x and use the output of x। तो जो x ਦੀ आउटपुट आई, जो ਇੱਥੇ ਮੈਨੂੰ x ਦੀ ਆਉਟਪੁੱਟ ਇਸ ਸਮ ਦੀ ਜੋ ਮੈਨੂੰ ਆਉਟਪੁੱਟ ਮਿਲੀ, ਉਸ ਆਉਟਪੁੱਟ ਨੂੰ ਮੈਂ ਫਾਈਨਲੀ ਕਨਵਰਟ ਕੀਤਾ ਆਪਣੇ y ਦੀ ਆਉਟਪੁੱਟ ਵਾਸਤੇ। ठीक, सो the and use the output of x to compute the output of y। Thus, if a problem y can be reduced to problem x in polynomial time, ਹੁਣ ਜੇ ਸਾਰਾ ਪ੍ਰੋਸੈਸ ਪੋਲੀਨੋਮੀਅਲ ਟਾਈਮ ਦੇ ਵਿੱਚ ਹੋ ਜਾਵੇ, ਦੈਟ ਮੀਨਸ y ਪ੍ਰੋਬਲਮ ਨੂੰ x ਪ੍ਰੋਬਲਮ ਦੇ ਵਿੱਚ ਮੈਂ ਪੋਲੀਨੋਮੀਅਲ ਟਾਈਮ ਦੇ ਵਿੱਚ ਕਨਵਰਟ ਕਰਦੇ ਹਾਂ, then we denote it that y less than equal to px। ਇਹਦਾ ਮਤਲਬ ਕੀ ਹੈ, ਇਹ ਜਿਹੜਾ ਕਨਸੈਪਟ ਹੈ ਇਹਨੂੰ ਕਿਵੇਂ ਰੀਡ ਕੀਤਾ ਜਾਂਦਾ, ਵੀ ਰੀਡ ਇਟ ਐਜ਼ y is polynomial time reducible to x। ਇਹਦਾ ਮਤਲਬ ਕੀ ਹੈ, ਇਹਨੂੰ ਕਿਵੇਂ ਰੀਡ ਕਰਾਂਗੇ ਕਿ y ਜਿਹੜਾ ਹੈ ਪੋਲੀਨੋਮੀਅਲ ਟਾਈਮ ਦੇ ਵਿੱਚ x ਦੇ ਵਿੱਚ ਰਿਡਿਊਸ ਹੋ ਸਕਦਾ ਹੈ। ਸੋ y is reducible to x in polynomial time, ਔਰ y is ਹੁਣ ਇਹ p ਜਿਹੜਾ ਹੈ, p denotes ਕਰ ਰਿਹਾ polynomial time ਨੂੰ। ਠੀਕ, it also means that y is at least as hard as x, because if you can solve x you can also solve y। ਇਹਦਾ ਇੱਕ ਹੋਰ ਮਤਲਬ ਕੀ ਹੋ ਗਿਆ ਕਿ y ਓਨਾ ਹੀ ਹਾਰਡ ਹੈ, y ਨੂੰ ਸੋਲਵ ਕਰਨਾ ਓਨਾ ਹੀ ਮੁਸ਼ਕਿਲ ਹੈ ਜਿੰਨਾ ਸੋਲਵ ਕਰਨਾ ਮੁਸ਼ਕਿਲ x ਨੂੰ ਹੈ, ਕਿਉਂਕਿ y ਨੂੰ ਆਪਾਂ ਕਨਵਰਟ ਕਰਤਾ x ਦੇ ਵਿੱਚ। ਠੀਕ, ਸੋ y ਨੂੰ ਆਪਾਂ ਕਨਵਰਟ ਕੀਤਾ x ਦੇ। ਡਾਇਗਰਾਮੈਟਿਕਲੀ ਕੀ ਹੈ, ਦਿਸ ਇਜ਼ ਐਲਗੋਰਿਦਮ ਆਫ y, ਦਿਸ ਇਜ਼ ਐਲਗੋਰਿਦਮ ਆਫ x। ਇਹ ਆਪਣਾ ਸਮ ਐਲਗੋਰਿਦਮ ਹੈ, ਇਹ ਆਪਣਾ ਸਮ ਲਿਸਟ ਐਲਗੋਰਿਦਮ ਹੈ। ਸੋ ਸਮ ਲਿਸਟ ਐਲਗੋਰਿਦਮ ਦੀ ਜੋ ਇਨਪੁਟ ਸੀਗੀ y, ਉਹ ਆਪਾਂ ਟਰਾਂਸਫਾਰਮ ਕੀਤੀ, x ਦੇ ਵਿੱਚ ਇਨਪੁਟ ਬਣਾਈ, x ਦੇ ਇਨਪੁਟ ਦੇ ਵਿੱਚੋਂ ਉਹਨੂੰ x ਦੇ ਐਲਗੋਰਿਦਮ ਦੇ ਵਿੱਚੋਂ ਪਾਸ ਕੀਤਾ, ਜੋ ਉਹਦੀ ਆਉਟਪੁੱਟ ਆਈ ਉਹਨੂੰ y ਦੀ ਆਉਟਪੁੱਟ ਦੇ ਵਿੱਚ ਕਨਵਰਟ ਕੀਤਾ। ਸੋ ਇਸ ਸਾਰੇ ਪ੍ਰੋਸੈਸ ਦੇ ਵਿੱਚ ਆਪਾਂ y ਵਾਲੀ ਪ੍ਰੋਬਲਮ ਨੂੰ x ਵਾਲੀ ਪ੍ਰੋਬਲਮ ਦੇ ਹਿਸਾਬ ਦੇ ਨਾਲ ਸੋਲਵ ਕੀਤਾ। ਸੋ ਜਿਹੜੇ ਇਹ ਟਰਾਂਸਫਾਰਮੇਸ਼ਨ ਹੈ ਕਿ y ਤੋਂ x ਦੀ ਪ੍ਰੋਬਲਮ, y ਦੀ ਇਨਪੁਟ ਨੂੰ x ਦੀ ਇਨਪੁਟ ਦੇ ਵਿੱਚ ਟਰਾਂਸਫਾਰਮ ਕਰਨਾ ਸੀਗਾ, ਜੇ ਇਹ ਟਰਾਂਸਫਾਰਮੇਸ਼ਨ ਪੋਲੀਨੋਮੀਅਲ ਟਾਈਮ ਦੇ ਵਿੱਚ ਹੋ ਜਾਵੇ, ਜੇ ਇਹ ਟਰਾਂਸਫਾਰਮੇਸ਼ਨ ਪੋਲੀਨੋਮੀਅਲ, ਜੇ ਆਪਾਂ ਕੋਈ ਇਹੋ ਜਿਹਾ ਤਰੀਕਾ ਲੱਭ ਲਈਏ ਕਿ ਜਿਹੜੀ ਇਹ ਟਰਾਂਸਫਾਰਮੇਸ਼ਨ ਹੈ ਇਹ ਪੋਲੀਨੋਮੀਅਲ ਟਾਈਮ ਲਵੇ, ਤਾਂ ਆਪਾਂ ਕਹਾਂਗੇ ਕਿ y is reducible to x in polynomial time। ਸੋ ਇਹ ਆਪਣੀ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਆਪਾਂ ਨੇ ਸਮਝਣੀ ਹੈ। ਇਟ ਆਲਸੋ ਮੀਨਸ, ਇਹਦਾ ਇੱਕ ਦੂਸਰਾ ਮੀਨਿੰਗ ਇਹ ਵੀ ਹੈ ਕਿ y ਓਨੀ ਹੀ ਹਾਰਡ ਹੈ ਜਿੰਨੀ x ਹੈ। ਮਤਲਬ ਕਿ ਜੇ ਆਪਾਂ x ਨੂੰ ਸੋਲਵ ਕਰ ਸਕਦੇ ਹਾਂ ਤਾਂ y ਨੂੰ ਵੀ ਸੋਲਵ ਕਰ ਸਕਦੇ ਹਾਂ। ਜੇ ਮੇਰਾ x ਪੋਲੀਨੋਮੀਅਲ ਟਾਈਮ ਦੇ ਵਿੱਚ ਸੋਲਵ ਹੋਏਗਾ, ਜੇ ਮੇਰਾ x ਪੋਲੀਨੋਮੀਅਲ ਟਾਈਮ ਦੇ ਵਿੱਚ ਸੋਲਵ ਹੁੰਦਾ ਆ, ਤੇ ਇਹ ਟਰਾਂਸਫਾਰਮੇਸ਼ਨ ਵੀ ਪੋਲੀਨੋਮੀਅਲ ਹੈ। ਪੋਲੀਨੋਮੀਅਲ ਪਲੱਸ ਪੋਲੀਨੋਮੀਅਲ ਇਜ਼ ਇਕੁਅਲ ਟੂ ਪੋਲੀਨੋਮੀਅਲ। ਸੋ ਇਹਦਾ ਮਤਲਬ ਕੀ ਹੈ ਕਿ ਜੇ ਮੈਂ ਟਰਾਂਸਫਾਰਮੇਸ਼ਨ ਪੋਲੀਨੋਮੀਅਲ ਦੇ ਵਿੱਚ ਕਰ ਦੇਵਾਂ, ਅੱਗੇ x ਐਲਗੋਰਿਦਮ ਵੀ ਪੋਲੀਨੋਮੀਅਲ ਦੇ ਵਿੱਚ ਸੋਲਵ ਹੋ ਰਿਹਾ ਹੈ, ਤਾਂ ਇਹ ਮੇਰਾ ਟੋਟਲ ਐਲਗੋਰਿਦਮ ਕੀ ਹੈ, ਇਟ ਕੈਨ ਬੀ ਸੋਲਵਡ ਇਨ ਪੋਲੀਨੋਮੀਅਲ ਟਾਈਮ। ਸੋ ਇਹਦਾ ਸਿੱਧਾ ਮਤਲਬ ਕੀ ਹੋ ਗਿਆ ਕਿ ਜੇ x ਪੋਲੀਨੋਮੀਅਲ ਦੇ ਵਿੱਚ ਸੋਲਵ ਹੁੰਦਾ ਤਾਂ y ਵੀ ਪੋਲੀਨੋਮੀਅਲ ਦੇ ਵਿੱਚ ਸੋਲਵ ਹੋ ਜਾਏਗਾ। ਸੋ ਜੇ ਮੈਂ ਇੱਕ ਨਵੀਂ ਪ੍ਰੋਬਲਮ ਆਉਂਦੀ ਹੈ P3, ਤੇ ਜੇ ਮੈਂ ਸਾਬਿਤ ਕਰ ਦੇਵਾਂ ਕਿ P3 ਮੇਰੀ P1 ਦੇ ਨਾਲ, ਜੇ ਮੈਂ ਰਿਡਿਊਸ ਕਰ ਦੇਵਾਂ P3 ਨੂੰ P1 ਦੇ ਵਿੱਚ ਰਿਡਿਊਸ ਕਰ ਦੇਵਾਂ, ਔਰ ਮੈਨੂੰ ਇਹ ਪਤਾ ਹੈ ਕਿ P1 ਜਿਹੜੀ ਮੇਰੀ ਪੋਲੀਨੋਮੀਅਲ ਟਾਈਮ ਦੇ ਵਿੱਚ ਸੋਲਵ ਹੋ ਜਾਂਦੀ ਹੈ, ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਮੇਰੀ ਨਵੀਂ ਪ੍ਰੋਬਲਮ ਵੀ ਪੋਲੀਨੋਮੀਅਲ ਟਾਈਮ ਦੇ ਵਿੱਚ ਸੋਲਵ ਹੋ ਜਾਏਗੀ। ਸੋ ਰਿਡਕਸ਼ਨ ਕਰਨ ਦਾ ਇਹੀ ਇੱਕ ਸਭ ਤੋਂ ਵੱਡਾ ਬੈਨੀਫਿਟ ਆਪਾਂ ਨੂੰ। ਇਸੇ ਬੈਨੀਫਿਟ ਨੂੰ ਲੈ ਕੇ ਆਪਾਂ ਰਿਡਕਸ਼ਨ ਨੂੰ ਇੱਕ ਟੂਲ ਦੇ ਤੌਰ ਤੇ ਵਰਤਾਂਗੇ, ਇਹ ਚੈੱਕ ਕਰਨ ਲਈ ਕਿ ਕੋਈ ਪ੍ਰੋਬਲਮ ਕਿੰਨੀ ਕੁ ਹਾਰਡ ਹੈ।
ਸੋ ਰਿਡਕਸ਼ਨ ਵਾਲੇ ਕਨਸੈਪਟ ਦੇ ਨਾਲ ਆਪਾਂ ਇਹ ਸਾਬਿਤ ਕਰ ਸਕਦੇ ਹਾਂ ਕਿ ਦੋ ਪ੍ਰੋਬਲਮ ਜਾਂ ਕੋਈ ਨਵੀਂ ਪ੍ਰੋਬਲਮ ਜਿਹੜੀ ਆਪਾਂ ਫਾਈਂਡ ਆਊਟ ਕੀਤੀ ਹੈ ਉਹ ਕਿੰਨੀ ਕੁ ਹਾਰਡ ਹੈ ਜਾਂ ਕਿੰਨੀ ਕੁ ਈਜ਼ੀ ਹੈ। ਸੋ ਜੇ ਮੇਰੀ ਪ੍ਰੋਬਲਮ ਪੋਲੀਨੋਮੀਅਲ ਟਾਈਮ ਦੇ ਵਿੱਚ ਇੱਕ ਇਹੋ ਜਿਹੀ ਪ੍ਰੋਬਲਮ ਦੇ ਵਿੱਚ ਰਿਡਿਊਸ ਹੋ ਸਕਦੀ ਹੈ ਜਿਹੜੀ ਕਿ ਪੋਲੀਨੋਮੀਅਲ ਟਾਈਮ ਦੇ ਵਿੱਚ ਸੋਲਵ ਹੋ ਜਾਵੇ ਤਾਂ ਮੈਂ ਕਹਾਂਗਾ ਕਿ ਮੇਰੀ ਪ੍ਰੋਬਲਮ ਈਜ਼ੀ ਹੈ। ਜੇ ਮੇਰੀ ਪ੍ਰੋਬਲਮ ਪੋਲੀਨੋਮੀਅਲ ਟਾਈਮ ਦੇ ਵਿੱਚ ਇੱਕ ਇਹੋ ਜਿਹੀ ਪ੍ਰੋਬਲਮ ਦੇ ਵਿੱਚ ਰਿਡਿਊਸ ਹੋ ਸਕਦੀ ਹੈ ਕਿ ਜਿਹਦਾ ਹੱਲੇ ਪੋਲੀਨੋਮੀਅਲ ਸੋਲੂਸ਼ਨ ਨਹੀਂ ਲੱਭਿਆ ਤਾਂ ਮੈਂ ਕਹਾਂਗਾ ਕਿ ਮੇਰੀ ਪ੍ਰੋਬਲਮ ਹਾਰਡ ਹੈ। ਸੋ ਰਿਡਕਸ਼ਨ ਕੀ ਹੈ? ਰਿਡਕਸ਼ਨ ਕੈਨ ਬੀ ਐਕਟ ਐਜ਼ ਏ ਟੂਲ ਫॉर प्रूविंग द हार्डनेस ऑफ द प्रॉब्लम। तो मेरी प्रॉब्लम है P और एक प्रॉब्लम ਜਿਹੜੀ ਕਿ ਪੋਲੀਨੋਮੀਅਲ ਟਾਈਮ ਦੇ ਵਿੱਚ ਸੋਲਵ ਹੋ ਜਾਂਦੀ ਹੈ P1, ਇੱਕ ਪ੍ਰੋਬਲਮ ਜਿਹੜੀ ਐਕਸਪੋਨੈਂਸ਼ੀਅਲ ਟਾਈਮ ਦੇ ਵਿੱਚ ਸੋਲਵ ਹੁੰਦੀ ਹੈ। ਸੋ ਜੇ ਮੈਂ ਆਪਣੀ ਪ੍ਰੋਬਲਮ ਰਿਡਿਊਸ ਕਰਕੇ ਇਹੋ ਜਿਹੀ ਪ੍ਰੋਬਲਮ ਦੇ ਵਿੱਚ ਰਿਡਿਊਸ ਕਰਦਾ, ਟਰਾਂਸਫਾਰਮ ਕਰਦਾ ਜਿਹੜੀ ਕਿ ਪੋਲੀਨੋਮੀਅਲ ਟਾਈਮ 'ਚ ਸੋਲਵ ਹੋ ਜਾਂਦੀ ਹੈ ਤਾਂ ਮੈਂ ਕਹਾਂਗਾ ਕਿ ਮੇਰੀ ਪ੍ਰੋਬਲਮ ਇਜ਼ ਅ ਈਜ਼ੀ ਪ੍ਰੋਬਲਮ। ਜੇ ਮੈਂ ਇਹਨੂੰ ਰਿਡਿਊਸ ਕਰਕੇ ਇਹੋ ਜਿਹੀ ਪ੍ਰੋਬਲਮ ਦੇ ਵਿੱਚ ਕਨਵਰਟ ਕਰ ਦੇਵਾਂ ਜਿਹੜੀ ਕਿ ਐਕਸਪੋਨੈਂਸ਼ੀਅਲ ਟਾਈਮ ਦੇ ਵਿੱਚ ਸੋਲਵ ਹੁੰਦੀ ਹੈ ਫਿਰ ਮੈਂ ਕਹਾਂਗਾ ਕਿ ਮੇਰੀ ਪ੍ਰੋਬਲਮ ਜਿਹੜੀ ਹੈ ਉਹ ਹਾਰਡ ਪ੍ਰੋਬਲਮ ਹੈ। ਸੋ ਆਪਣੀ ਪ੍ਰੋਬਲਮ ਨੂੰ ਕੈਟੇਗਰਾਈਜ਼ ਕਰਨ ਵਾਸਤੇ ਮੈਂ ਰਿਡਕਸ਼ਨ ਦਾ ਸਹਾਰਾ ਲੈ ਸਕਦਾ ਹਾਂ। ਰਿਡਕਸ਼ਨ ਨੂੰ ਐਜ਼ ਏ ਟੂਲ ਆਪਾਂ ਯੂਜ਼ ਕਰ ਸਕਦੇ ਹਾਂ ਇਹ ਫਾਈਂਡ ਆਊਟ ਕਰਨ ਲਈ ਕਿ ਕਿੰਨੀ ਕੁ ਪ੍ਰੋਬਲਮ ਮੇਰੀ ਹਾਰਡ ਹੈ ਜਾਂ ਈਜ਼ੀ ਹੈ। ਸੋ ਐਜ਼ ਏ ਫਸਟ ਸਟੈਪ ਵੀ ਸੈਟਲ ਫॉर ਰਿਲੇਟਿਵ ਜਜਮੈਂਟ। ਸਭ ਤੋਂ ਪਹਿਲਾਂ ਜਦੋਂ ਵੀ ਕੋਈ ਨਵੀਂ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਰਿਲੇਟਿਵ ਜਜਮੈਂਟ ਦੇ ਵੱਲ ਚੱਲਦੇ ਹਾਂ। ਆਪਾਂ ਇਹ ਕਹਿੰਦੇ ਹਾਂ ਕਿ ਪ੍ਰੋਬਲਮ ਯੂ ਇਜ਼ ਐਟ ਲੀਸਟ ਐਜ਼ ਹਾਰਡ ਐਜ਼ ਪ੍ਰੋਬਲਮ ਐਚ, ਕਿ ਪ੍ਰੋਬਲਮ ਜਿਹੜੀ ਨਵੀਂ ਪ੍ਰੋਬਲਮ ਆਈ ਹੈ ਯੂ ਅਨਨੋਨ ਪ੍ਰੋਬਲਮ ਹੈ that is at least hard, ਘੱਟੋ ਘੱਟ ਇੰਨੀ ਕੁ ਹਾਰਡ ਹੈ ਜਿੰਨੀ ਕਿ H ਪ੍ਰੋਬਲਮ ਹਾਰਡ ਹੈ। suppose that there are two problem H and U, we know that H is hard। ਆਪਾਂ ਨੂੰ ਇਹ ਪਤਾ ਹੈ ਕਿ H ਜਿਹੜੀ ਹੈ ਉਹ ਹਾਰਡ ਪ੍ਰੋਬਲਮ ਹੈ and it cannot be solved in polynomial time। ਇਹ ਵੀ ਪਤਾ ਹੈ ਕਿ polynomial time ਦੇ ਵਿੱਚ ਸੋਲਵ ਨਹੀਂ ਹੋਏਗੀ। so on the other hand the complexity of U is unknown। ਇੱਕ ਨਵੀਂ ਪ੍ਰੋਬਲਮ ਮੈਂ ਫਾਈਂਡ ਆਊਟ ਕਰ ਲਈ U ਜਿਹਦੀ ਕੰਪਲੈਕਸਿਟੀ ਮੈਨੂੰ ਹਲੇ ਨਹੀਂ ਪਤਾ and I want to prove that ਕਿ U is also hard। ਮੈਂ ਇਹ ਦੱਸਣਾ ਚਾਹ ਰਿਹਾ ਕਿ U ਜਿਹੜੀ ਹੈ ਉਹ ਵੀ ਹਾਰਡ ਪ੍ਰੋਬਲਮ ਹੈ। ਤਾਂ ਮੇਰੇ ਕੋਲ ਕੀ ਤਰੀਕਾ ਹੋਏਗਾ? if somehow I can reduce the problem U to problem H। ਜੇ ਮੈਂ U ਨੂੰ ਰਿਡਿਊਸ ਕਰਕੇ H ਪ੍ਰੋਬਲਮ ਦੇ ਵਿੱਚ ਲੈ ਆਵਾਂ ਤਾਂ ਮੈਂ ਕਹਿ ਸਕਦਾ ਕਿ ਕਿਉਂਕਿ H ਪ੍ਰੋਬਲਮ ਹਾਰਡ ਹੈ ਤਾਂ ਮੈਂ ਕਹਿ ਸਕਦਾ ਕਿ ਮੇਰੀ U ਪ੍ਰੋਬਲਮ ਵੀ ਹਾਰਡ ਪ੍ਰੋਬਲਮ ਹੈ। ਠੀਕ ਹੈ। ਸੋ ਇਫ ਵੀ ਕੈਨ ਐਫੀਸ਼ੀਐਂਟਲੀ ਰਿਡਿਊਸ ਅ ਪ੍ਰੋਬਲਮ A to another problem B then A should not be more difficult than B to solve। ਸੋ ਸਿੱਧੀ ਜੀ ਗੱਲ ਕੀ ਹੈ ਕਿ ਜੇ ਮੈਂ A ਪ੍ਰੋਬਲਮ ਨੂੰ B ਪ੍ਰੋਬਲਮ ਬਣਾ ਦਿੱਤਾ ਤੇ A ਪ੍ਰੋਬਲਮ ਦੀ ਸੋਲਵੇਬਿਲਿਟੀ ਕਿ A ਪ੍ਰੋਬਲਮ ਦਾ ਸੋਲੂਸ਼ਨ ਕਿੰਨਾ ਕੁ ਹਾਰਡ ਹੋਏਗਾ? ਉਨਾ ਹੀ ਹਾਰਡ ਹੋਏਗਾ ਜਿੰਨਾ B ਪ੍ਰੋਬਲਮ ਦਾ ਸੋਲੂਸ਼ਨ ਹੈ ਕਿਉਂਕਿ ਦੋਨੋਂ ਇੱਕ ਦੂਜੇ ਵੱਲ ਰਿਡਿਊਸ ਹੋ ਚੁੱਕੀਆਂ ਨੇ। ਸੋ ਇਫ B ਇਜ਼ ਏ ਹਾਰਡ ਪ੍ਰੋਬਲਮ ਤਾਂ A ਵੀ ਹਾਰਡ ਹੋਏਗੀ। ਜੇ B ਸੌਫਟ ਪ੍ਰੋਬਲਮ ਹੈ, ਈਜ਼ੀ ਪ੍ਰੋਬਲਮ ਹੈ ਤਾਂ A ਵੀ ਈਜ਼ੀ ਹੋਏਗੀ। ਸੋ ਇਸ ਸਾਰੀ ਕਹਾਣੀ ਨੂੰ ਸਮਝਣ ਵਾਸਤੇ, ਇਸ ਸਾਰੀ ਕਹਾਣੀ ਵਾਸਤੇ ਆਪਾਂ ਨੂੰ ਕੀ ਚਾਹੀਦਾ ਹੈ? ਘੱਟੋ ਘੱਟ ਇੱਕ ਪ੍ਰੋਬਲਮ ਇਹੋ ਜਿਹੀ ਚਾਹੀਦੀ ਹੈ ਜਿਹੜੀ ਕਿ ਆਪਾਂ ਸ਼ੋਰ ਹੋਈਏ ਕਿ ਹਾਂ ਵੀ ਆਹ ਪ੍ਰੋਬਲਮ ਇਹੋ ਜਿਹੀ ਹੈ ਜਿਹੜੀ ਕਿ ਹਾਰਡ ਹੈ, ਜਿਹਨੂੰ ਆਪਾਂ ਹਾਰਡ ਦੀ ਕੈਟੇਗਰੀ 'ਚ ਰੱਖੀਏ ਕਿਉਂਕਿ ਸਾਰੀਆਂ ਪ੍ਰੋਬਲਮ ਆਪਾਂ ਇੱਕ ਦੂਸਰੇ ਵਿੱਚ ਕਨਵਰਟ ਨਹੀਂ ਕਰ ਸਕਦੇ। ਆਪਾਂ ਇਹ ਨਹੀਂ ਕਹਿ ਸਕਦੇ ਕਿ A B 'ਚ ਕਨਵਰਟ ਹੋ ਗਈ, B C 'ਚ ਕਨਵਰਟ ਹੋ ਗਈ, C A 'ਚ ਕਨਵਰਟ ਹੋ ਗਈ ਤੇ ਫਿਰ ਹਾਰਡ ਕਿਹੜੀ ਹੈ? ਸੋ ਆਪਾਂ ਨੂੰ ਇੱਕ ਬੈਂਚ ਮਾਰਕ, ਇੱਕ ਪ੍ਰੋਬਲਮ ਘੱਟੋ ਘੱਟ ਇਹੋ ਜਿਹੀ ਚਾਹੀਦੀ ਹੈ ਜਿਹਨੂੰ ਆਪਾਂ ਕਹਿ ਸਕੀਏ, ਜਿਹਨੂੰ ਆਪਾਂ ਪ੍ਰੂਵ ਕਰ ਸਕੀਏ ਕਿ ਆਹ ਪ੍ਰੋਬਲਮ ਹਾਰਡ ਪ੍ਰੋਬਲਮ ਹੈ ਤੇ ਬਾਕੀ ਸਾਰੀਆਂ ਪ੍ਰੋਬਲਮ ਨੂੰ ਜੇ ਆਪਾਂ ਉਹਦੇ ਵਿੱਚ ਕਨਵਰਟ ਕਰ ਸਕੀਏ, ਉਹਦੇ 'ਚ ਰਿਡਿਊਸ ਕਰ ਸਕੀਏ ਤਾਂ ਆਪਾਂ ਆਟੋਮੈਟਿਕਲੀ ਕਹਿ ਸਕਦੇ ਹਾਂ ਕਿ ਬਾਕੀ ਪ੍ਰੋਬਲਮ ਵੀ ਹਾਰਡ ਪ੍ਰੋਬਲਮ ਹੈਗੀਆਂ ਨੇ। ਤਾਂ ਆਪਾਂ ਨੂੰ ਜ਼ਰੂਰਤ ਕੀ ਹੈ? ਸਭ ਤੋਂ ਪਹਿਲਾਂ ਇੱਕ ਇਹੋ ਜਿਹੀ ਪ੍ਰੋਬਲਮ ਦੀ ਜਿਹੜੀ ਕਿ ਪ੍ਰੂਵ ਹੋ ਚੁੱਕੀ ਹੋਵੇ ਕਿ ਇਹ ਹਾਰਡ ਪ੍ਰੋਬਲਮ ਹੈ। ਸੋ ਦੋ ਸਾਇੰਟਿਸਟ ਸੀਗੇ, ਕੁਕ ਐਂਡ ਲੇਵਿਨ। ਦੋ ਸਾਇੰਟਿਸਟ ਹੈ ਜਿਨ੍ਹਾਂ ਨੇ ਪ੍ਰੂਵ ਕੀਤਾ ਕਿ ਸਰਕਟ ਸੈਟਿਸਫਾਈਬਿਲਿਟੀ ਵਾਲੀ ਜਿਹੜੀ ਪ੍ਰੋਬਲਮ ਹੈ ਉਹ NP ਹਾਰਡ ਪ੍ਰੋਬਲਮ ਹੈ। सर्कल satisfiability की चीज़ है कि ਬੂਲੀਅਨ ਵੈਲਿਊਜ਼, ਦਿਸ ਇਜ਼ ਬੇਸਿਕਲੀ ਅ ਪ੍ਰੋਬਲਮ ਦੈਟ ਇਨਕਲੂਡ ਬੂਲੀਅਨ ਵੈਲਿਊਜ਼। ਉਹ ਵੈਲਿਊਜ਼ ਦੇ ਹਿਸਾਬ ਨਾਲ ਆਪਾਂ ਇੱਕ ਲੌਜਿਕ ਕ੍ਰੀਏਟ ਕਰ ਲੈਂਦੇ ਹਾਂ। ਫੋਰ ਐਗਜ਼ਾਮਪਲ ਮੇਰੇ ਕੋਲ 3 ਵੈਲਿਊਜ਼ ਨੇ x1 x2 x3 ਔਰ ਜੇ ਮੈਂ ਲੌਜਿਕ ਬਣਾਵਾਂ ਕਿ x1 और x2 ਦਾ ਬਾਰ और x3 एंड एक लॉजिक ए हो गया एंड x1 ਦਾ ਬਾਰ और x2 और x3 ਦਾ ਬਾਰ एक लॉजिक ए हो गया। तो दिस इज माई एक्सप्रेशन। ਤਾਂ x1 x2 x3 बिकॉज बूलियन वैल्यू ने ਜਾਂ ਤਾਂ 0 होएगा ਜਾਂ 1 होएगा, 0 और 1 0 और 1।
ਤਾਂ ਇਹਨਾਂ ਦੀਆਂ ਕਿਹੜੀਆਂ ਵੈਲਿਊਜ਼ ਵਾਸਤੇ ਇਸ ਐਕਸਪ੍ਰੈਸ਼ਨ ਦੀ ਆਨਸਰ ਟਰੂ ਨਿਕਲੇਗਾ। x1 x2 x3 ਦੀਆਂ ਕਿਹੜੀਆਂ ਵੈਲਿਊਜ਼ ਵਾਸਤੇ ਇਸ ਐਕਸਪ੍ਰੈਸ਼ਨ ਦਾ ਆਨਸਰ ਟਰੂ ਨਿਕਲੇਗਾ, ਉਹ ਵੈਲਿਊਜ਼ ਨੂੰ ਫਾਈਂਡ ਆਊਟ ਕਰਨਾ, that is called circuit satisfiability means ਇਹਨਾਂ ਦੀਆਂ ਕਿਹੜੀਆਂ ਵੈਲਿਊਜ਼ ਇਸ ਐਕਸਪ੍ਰੈਸ਼ਨ ਨੂੰ ਸੈਟਿਸਫਾਈ ਕਰਨਗੀਆਂ। ਸੈਟਿਸਫਾਈ ਦਾ ਮਤਲਬ ਕੀ ਹੋ ਗਿਆ ਕਿ ਇਸ ਐਕਸਪ੍ਰੈਸ਼ਨ ਨੂੰ ਟਰੂ ਬਣਾਉਣਗੀਆਂ। ਸੋ ਉਹਨਾਂ ਵੈਲਿਊਜ਼ ਨੂੰ ਫਾਈਂਡ ਆਊਟ ਕਰਨਾ। ਸੋ ਕੁੱਕ ਐਂਡ ਲੈਵਿਨ ਦੋ ਸਾਇੰਟਿਸਟ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪ੍ਰੂਵ ਕੀਤਾ ਕਿ ਜਿਹੜੀ ਇਹ ਪ੍ਰੋਬਲਮ ਹੈ ਸਰਕਟ ਸੈਟਿਸਫਾਈਏਬਿਲਟੀ ਵਾਲੀ, ਇਹ ਪ੍ਰੋਬਲਮ NP ਹਾਰਡ ਦੀ ਕੈਟੇਗਰੀ ਵਿੱਚ ਆਉਂਦੀ ਹੈ। ਉਹਨਾਂ ਨੇ ਮੈਥੇਮੈਟਿਕਲੀ ਪ੍ਰੂਵ ਕਰਤਾ। ਤਾਂ ਉਸ ਤੋਂ ਬਾਅਦ ਕੀ ਹੋਇਆ, this problem act as a base problem and is being used to prove that other problems are hard problem। ਹੁਣ ਕੋਈ ਵੀ ਪ੍ਰੋਬਲਮ ਆਉਂਦੀ ਹੈ, ਨਵੀਂ ਪ੍ਰੋਬਲਮ ਆ ਗਈ P1, ਤਾਂ ਮੈਂ ਪ੍ਰੂਵ ਕਰਨਾ ਹੈ ਕਿ P1 ਹਾਰਡ ਪ੍ਰੋਬਲਮ ਹੈ, ਤਾਂ ਮੈਨੂੰ ਕੀ ਕਰਨਾ ਪਏਗਾ, I only need to reduce the P1 to circuit satisfiability problem। तो जे मैं समहाउ P1 ਨੂੰ ਸਰਕਟ ਸੈਟਿਸਫਾਈਬਿਲਿਟੀ ਪ੍ਰੋਬਲਮ ਦੇ ਵਿੱਚ ਰਿਡਿਊਸ ਕਰ ਦੇਵਾਂ ਤਾਂ ਮੈਂ ਇਹ ਕਹਿ ਸਕਦਾ ਕਿ P1 ਵੀ ਹਾਰਡ ਪ੍ਰੋਬਲਮ ਹੈ। ਸੋ ਰਿਡਕਸ਼ਨ ਦਾ ਜੋ ਕੰਸੈਪਟ ਹੈ ਉਹ ਐਜ਼ ਏ ਟੂਲ ਯੂਜ਼ ਹੁੰਦਾ ਹੈ ਹਾਰਡਨੈਸ ਨੂੰ ਪ੍ਰੂਵ ਕਰਨ ਲਈ। ਹਾਰਡਨੈਸ ਨੂੰ ਪ੍ਰੂਵ ਕਰਨ ਲਈ ਆਪਾਂ ਨੂੰ ਇੱਕ ਬੇਸ ਐਲਗੋਰਿਦਮ ਚਾਹੀਦਾ ਹੈ। ਤਾਂ ਸਰਕਟ ਸੈਟਿਸਫਾਈਬਿਲਿਟੀ ਦਾ ਜਿਹੜਾ ਐਲਗੋਰਿਦਮ ਹੈ ਜੋ ਕਿ ਕੁੱਕ ਔਰ ਲੈਵਿਨ ਨੇ ਪ੍ਰੋਵਾਈਡ ਕੀਤਾ ਸੀ, ਪ੍ਰੂਵ ਕੀਤਾ ਸੀ, ਉਸ ਐਲਗੋਰਿਦਮ ਨੂੰ ਆਪਾਂ ਬੇਸ ਐਲਗੋਰਿਦਮ ਮੰਨ ਕੇ ਚੱਲਦੇ ਹਾਂ। ਕਿਸੇ ਵੀ ਪ੍ਰੋਬਲਮ ਨੂੰ ਜੇ ਪ੍ਰੂਵ ਕਰਨਾ ਹੋਏ ਕਿ ਉਹ ਹਾਰਡ ਪ੍ਰੋਬਲਮ ਹੈ ਤਾਂ ਆਪਾਂ ਉਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰਕਟ ਸੈਟਿਸਫਾਈਬਿਲਿਟੀ ਦੇ ਵਿੱਚ। ਜੇ ਉਹ ਰਿਡਿਊਸ ਹੋ ਜਾਂਦੀ ਹੈ ਪੋਲੀਨੋਮੀਅਲ ਟਾਈਮ ਦੇ ਵਿੱਚ ਤਾਂ ਆਪਾਂ ਕਹਿੰਦੇ ਹਾਂ ਕਿ ਉਹ ਪ੍ਰੋਬਲਮ ਹਾਰਡ ਪ੍ਰੋਬਲਮ ਹੈ। ਸੋ ਇਹਦੇ ਨਾਲ ਹੀ ਜੁੜਿਆ ਹੋਇਆ ਹੈ NP ਕੰਪਲੀਟ ਦਾ ਕੰਸੈਪਟ। ਹੁਣ ਦੋ ਇੰਪੋਰਟੈਂਟ ਕੰਸੈਪਟ ਆਉਣ ਲੱਗੇ ਨੇ ਜਿਹੜੇ ਕਿ ਇਸ ਸਾਰੀ ਚੀਜ਼ ਨਾਲ ਜੁੜੇ ਹੋਏ ਨੇ, ਰਿਡਕਸ਼ਨ ਦੇ ਕੰਸੈਪਟ ਨਾਲ ਵੀ ਜੁੜੇ ਹੋਏ ਨੇ। Now that we have a relative way of comparing the difficulty of problem, ਠੀਕ ਹੈ, ਆਪਾਂ ਦੋ ਆਪਣੇ ਕੋਲ ਪ੍ਰੋਬਲਮਸ ਹੈਗੀਆਂ ਨੇ ਔਰ ਆਪਣੇ ਕੋਲ ਤਰੀਕਾ ਹੈਗਾ ਕਿ ਉਹਨਾਂ ਦੀ ਡਿਫਿਕਲਟੀ ਨੂੰ ਕੰਪੇਅਰ ਕਰਨ ਦਾ। ਤਰੀਕਾ ਕੀ ਹੈ ਕਿ ਆਪਾਂ ਆਪਣੀ ਪ੍ਰੋਬਲਮ ਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਾਂਗੇ। ਆਫਟਰ ਰਿਡਕਸ਼ਨ ਜੇ ਮੇਰੀ ਪ੍ਰੋਬਲਮ ਹਾਰਡ ਵਾਲੀ ਪ੍ਰੋਬਲਮ ਦੇ ਨਾਲ ਮੈਚ ਕਰ ਜਾਂਦੀ ਹੈ ਤਾਂ ਮੈਂ ਕਹਾਂਗਾ ਕਿ ਮੇਰੀ ਪ੍ਰੋਬਲਮ ਹਾਰਡ ਹੈ। ਜੇ ਉਹ ਰਿਡਿਊਸ ਹੋ ਕੇ ਈਜ਼ੀ ਵਾਲੀ ਪ੍ਰੋਬਲਮ ਬਣ ਜਾਂਦੀ ਹੈ, ਪੋਲੀਨੋਮੀਅਲ ਪ੍ਰੋਬਲਮ ਬਣ ਜਾਂਦੀ ਹੈ, ਤਾਂ ਮੈਂ ਕਹਾਂਗਾ ਕਿ ਮੇਰੀ ਪ੍ਰੋਬਲਮ ਈਜ਼ੀ ਹੈ। ਠੀਕ, ਸੋ ਆਪਣੇ ਕੋਲ ਤਰੀਕਾ ਆ ਗਿਆ ਕੰਪੇਅਰ ਕਰਨ ਦਾ। ਕੀ ਚੀਜ਼, ਡਿਫਿਕਲਟੀ ਨੂੰ। ਕਾਹਦੀ ਡਿਫਿਕਲਟੀ, ਪ੍ਰੋਬਲਮ ਦੀ ਡਿਫਿਕਲਟੀ ਨੂੰ, ਕਿਉਂਕਿ ਕਿੰਨੀ ਕੁ ਡਿਫਿਕਲਟ ਹੈ ਸੋਲਵ ਕਰਨ ਦੇ ਲਈ। So we can ask which problem are most difficult among the problems in NP। ਨਵਾਂ ਕੁਐਸਚਨ ਮਾਈਂਡ ਦੇ ਵਿੱਚ ਆਉਂਦਾ ਹੈ ਕਿ NP ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਔਖੀ ਪ੍ਰੋਬਲਮ ਕਿਹੜੀ ਹੈ। ਜਿਹੜੀਆਂ ਉਹ ਸਭ ਤੋਂ ਔਖੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ NP ਕੰਪਲੀਟ ਪ੍ਰੋਬਲਮਸ। NP ਕੰਪਲੀਟ ਕਿਹੜੀਆਂ ਨੇ, ਉਹ ਸਾਰੀਆਂ NP ਪ੍ਰੋਬਲਮਸ ਜਿਹੜੀਆਂ ਕਿ ਸਭ ਤੋਂ ਜ਼ਿਆਦਾ ਮੁਸ਼ਕਿਲ ਨੇ ਸੋਲਵ ਕਰਨੀਆਂ। ठीक, सो NP ਕੰਪਲੀਟ ਪ੍ਰੋਬਲਮ ਆਰ ਦਾ ਮੋਸਟ ਡਿਫਿਕਲਟ NP ਪ੍ਰੋਬਲਮ। NP ਪ੍ਰੋਬਲਮ ਦੇ ਵਿੱਚੋਂ ਕੁਝ ਪ੍ਰੋਬਲਮ ਜਿਹੜੀਆਂ ਕਿ P ਕੈਟੇਗਰੀ 'ਚ ਟ੍ਰਾਂਸਫਰ ਹੋ ਗਈਆਂ, ਉਹਨਾਂ ਦੇ ਵਿੱਚੋਂ ਕੁਝ ਪ੍ਰੋਬਲਮ ਨੇ ਜਿਹੜੀਆਂ ਕਿ NP ਦੇ ਵਿੱਚ ਹੈਗੀਆਂ ਨੇ ਔਰ ਜਿਨ੍ਹਾਂ ਨੂੰ ਸੋਲਵ ਕਰਨਾ ਬਹੁਤ ਡਿਫਿਕਲਟ ਹੈ, ਮੋਸਟ ਡਿਫਿਕਲਟ ਪ੍ਰੋਬਲਮ, ਉਹਨਾਂ ਨੂੰ ਆਪਾਂ ਕਹਿੰਦੇ ਆ NP ਕੰਪਲੀਟ ਪ੍ਰੋਬਲਮ। ਸੋ ਇਫ ਵੀ ਕੈਨ ਸੋਲਵ ਐਨ NP ਕੰਪਲੀਟ ਪ੍ਰੋਬਲਮ ਐਫੀਸ਼ੀਐਂਟਲੀ, ਮਤਲਬ ਪੋਲੀਨੋਮੀਅਲ ਟਾਈਮ ਦੇ ਵਿੱਚ, ਤਾਂ ਜੇ ਮੈਂ NP ਕੰਪਲੀਟ ਪ੍ਰੋਬਲਮ ਨੂੰ ਐਫੀਸ਼ੀਐਂਟਲੀ ਪੋਲੀਨੋਮੀਅਲ ਟਾਈਮ ਦੇ ਵਿੱਚ ਐਗਜ਼ੀਕਿਊਟ ਕਰ ਦੇਵਾਂ, ਸੋਲਵ ਕਰ ਦੇਵਾਂ, ਇਹਦਾ ਮਤਲਬ ਕੀ ਹੈ ਕਿ ਜਿੰਨੀਆਂ ਵੀ NP ਦੇ ਅੰਦਰ ਪ੍ਰੋਬਲਮ ਨੇ ਉਹ ਸਾਰੀਆਂ ਹੀ ਸੋਲਵ ਹੋ ਜਾਣਗੀਆਂ। ਸਾਰਾ ਝਗੜਾ ਹੀ ਖਤਮ ਹੋ ਜਾਏਗਾ, ਸਾਰੀ ਪ੍ਰੋਬਲਮ ਹੀ ਖਤਮ ਹੋ ਜਾਏਗੀ। ਪਰ ਇਹੋ ਜਿਹਾ ਹਾਲੇ ਤੱਕ ਹੋਇਆ ਨਹੀਂ। ਮੋਰ ਫਾਰਮਲੀ ਵੀ ਕੈਨ ਸੇ ਦੈਟ ਅ ਡਿਸੀਜ਼ਨ ਪ੍ਰੋਬਲਮ, ਬਾਰ-ਬਾਰ ਇੱਕੋ ਗੱਲ ਧਿਆਨ ਰੱਖਣੀ ਹੈ ਕਿ ਇਹ NP ਵਾਲਾ ਜਿਹੜਾ ਕੰਸੈਪਟ ਹੈ ਇਹ ਸਿਰਫ ਡਿਸੀਜ਼ਨ ਪ੍ਰੋਬਲਮ ਵਾਸਤੇ ਹੈ, ਆਪਟੀਮਾਈਜੇਸ਼ਨ ਪ੍ਰੋਬਲਮ ਵਾਸਤੇ ਨਹੀਂ ਹੈ, ਸਿਰਫ ਤੇ ਸਿਰਫ ਡਿਸੀਜ਼ਨ ਪ੍ਰੋਬਲਮ। ਠੀਕ, ਸੋ ਡਿਸੀਜ਼ਨ ਪ੍ਰੋਬਲਮ X ਇਜ਼ ਕਾਲਡ NP ਕੰਪਲੀਟ ਇਫ ਇਟ ਸੈਟਿਸਫਾਈ ਟੂ ਕੰਡੀਸ਼ਨ। ਪਹਿਲੀ ਕੰਡੀਸ਼ਨ ਕੀ ਹੈ ਕਿ X ਇਜ਼ ਇਨ NP, ਜਿਹੜੀ X ਹੈ ਉਹ X ਪ੍ਰੋਬਲਮ ਜਿਹੜੀ ਹੈ ਉਹ NP ਦੇ ਵਿੱਚ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਉਹ P ਪ੍ਰੋਬਲਮ ਦੇ ਸੈੱਟ ਦੇ ਵਿੱਚ ਨਹੀਂ ਹੋਣੀ ਚਾਹੀਦੀ। ਦੂਸਰੀ ਜਿਹੜੀ ਕੰਡੀਸ਼ਨ ਹੈ ਫॉर ਆਲ NP ਪ੍ਰੋਬਲਮਸ y ਦੇ ਵਿੱਚ y1 y2 y3 ਸਾਰੀਆਂ ਪ੍ਰੋਬਲਮ ਆ ਜਾਂਦੀਆਂ। ਫॉर ਬਾਕੀ ਸਾਰੀਆਂ y ਪ੍ਰੋਬਲਮ
y is polynomial time reducible to x, y1 ਵੀ x ਦੇ ਵਿੱਚ ਰਿਡਿਊਸ ਹੋ ਸਕਦੀ ਹੋਵੇ, y2 ਵੀ x ਦੇ ਵਿੱਚ ਰਿਡਿਊਸ ਹੋ ਸਕਦੀ ਹੋਵੇ, y3 ਵੀ ਹੋ ਸਕਦੀ ਹੋਵੇ, y4 ਵੀ ਹੋ ਸਕਦੀ ਹੋਵੇ, 5 ਵੀ ਹੋ ਸਕਦੀ ਹੋਵੇ, ਔਰ ਜਿਹੜੀਆਂ ਰਿਡਕਸ਼ਨ ਹੈ ਉਹ ਪੋਲੀਨੋਮੀਅਲ ਟਾਈਮ ਹੋਵੇ। that means y is reducible, polynomially reducible to problem x। ਤਾਂ ਆਪਾਂ ਕਵਾਂਗੇ ਕਿ ਜਿਹੜੀ x ਪ੍ਰੋਬਲਮ ਹੈ ਉਹ NP ਕੰਪਲੀਟ ਪ੍ਰੋਬਲਮ ਹੈ। if this hold then x can be used to solve every problem in NP। ਇਹਦਾ ਕੀ ਮਤਲਬ ਹੈ ਕਿ ਜੇ ਮੈਂ x ਦਾ ਸੋਲੂਸ਼ਨ ਲੱਭ ਲਵਾਂ ਤਾਂ ਮੈਨੂੰ y1 ਦਾ ਵੀ ਲੱਭ ਜਾਏਗਾ, y2 ਦਾ ਵੀ ਲੱਭ ਜਾਏਗਾ, y3 ਦਾ ਵੀ ਲੱਭ ਜਾਏਗਾ, ਐਂਡ ਕਿਸੇ ਵੀ ਪ੍ਰੋਬਲਮ ਜਿਹੜੀ ਕਿ NP ਦੇ ਅੰਦਰ ਐਗਜ਼ਿਸਟ ਕਰ ਰਹੀ ਹੈ ਸਭ ਦਾ ਸੋਲੂਸ਼ਨ ਲੱਭ ਜਾਏਗਾ। in other word we can prove a new problem is NP complete by reducing some other NP complete problem to it। so ਜੇ ਮੈਂ ਸਾਬਿਤ ਕਰਨਾ ਹੋਵੇ ਕਿ ਮੇਰੀ ਪ੍ਰੋਬਲਮ NP ਕੰਪਲੀਟ ਹੈ ਤਾਂ ਜੋ ਐਗਜ਼ਿਸਟਿੰਗ NP ਕੰਪਲੀਟ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਮੈਂ ਰਿਡਿਊਸ ਕਰਾਂਗਾ NP ਤੇ ਰਿਡਿਊਸ ਕਰਾਂਗਾ ਆਪਣੀ ਪ੍ਰੋਬਲਮ ਦੇ ਵਿੱਚ, ਜਿਸ ਤੋਂ ਮੇਰਾ ਸਾਬਿਤ ਹੋ ਜਾਏਗਾ ਕਿ ਮੇਰੀ ਪ੍ਰੋਬਲਮ ਵੀ NP ਕੰਪਲੀਟ ਪ੍ਰੋਬਲਮ ਹੈ। ਇਸ ਤੋਂ ਬਾਅਦ ਇੱਕ ਹੋਰ ਕੈਟੇਗਰੀ ਆਉਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ NP ਹਾਰਡ। NP ਹਾਰਡ ਔਰ NP ਕੰਪਲੀਟ ਬਹੁਤ ਧਿਆਨ ਨਾਲ ਸਮਝਣ ਵਾਲੀ ਗੱਲ ਹੈ। ਹੁਣ ਇਫ ਅ ਪ੍ਰੋਬਲਮ ਸੈਟਿਸਫਾਈ ਦਾ ਸੈਕਿੰਡ ਕੰਡੀਸ਼ਨ in the definition of NP completeness, second condition ਕੀ ਹੈ this one, ਠੀਕ ਹੈ। for all NP problem, ਸਾਰੀਆਂ ਪ੍ਰੋਬਲਮ ਜਿਹੜੀਆਂ ਕਿ NP ਕੈਟੇਗਰੀ ਦੇ ਵਿੱਚ ਫਾਲ ਕਰ ਰਹੀਆਂ ਨੇ, ਜੇ ਉਹ ਸਾਰੀਆਂ ਪ੍ਰੋਬਲਮ X ਦੇ ਵਿੱਚ ਕਨਵਰਟ ਹੋ ਸਕਦੀਆਂ ਨੇ ਤਾਂ ਆਪਾਂ ਕਹਿੰਦੇ ਆ ਕਿ ਉਹ NP ਹਾਰਡ ਪ੍ਰੋਬਲਮ ਹੈ। ਪਰ ਪਹਿਲੀ ਕੰਡੀਸ਼ਨ ਜ਼ਰੂਰੀ ਨਹੀਂ ਕਿ ਸੈਟਿਸਫਾਈ ਹੋਵੇ। ਪਹਿਲੀ ਕੰਡੀਸ਼ਨ ਕੀ ਹੈ x ਇਜ਼ ਇਨ NP, ਕਿ x NP ਦਾ ਹਿੱਸਾ ਹੈ। ਹੁਣ ਕੁਝ ਪ੍ਰੋਬਲਮ ਇਹੋ ਜਿਹੀਆਂ ਨੇ ਜਿਹੜੀਆਂ ਕਿ NP ਦਾ ਹਿੱਸਾ ਨਹੀਂ ਹੈ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, ਇਹ ਡਿਸੀਜ਼ਨ ਪ੍ਰੋਬਲਮ ਨੇ। ਡਿਸੀਜ਼ਨ ਪ੍ਰੋਬਲਮ ਜਦੋਂ ਆਪਾਂ ਪ੍ਰੋਬਲਮ ਦੀ ਗੱਲ ਕਰ ਰਹੇ ਹਾਂ, I am talking about the decision problem, but there are some other problem ਜਿਹੜੀਆਂ ਕਿ ਡਿਸੀਜ਼ਨ ਪ੍ਰੋਬਲਮ ਨਹੀਂ ਹੈਗੀਆਂ, ਜਿਨ੍ਹਾਂ ਨੂੰ ਆਪਟੀਮਾਈਜ਼ੇਸ਼ਨ ਪ੍ਰੋਬਲਮ ਵੀ ਕਹਿੰਦੇ ਆ ਆਪਾਂ। ਸੋ ਆਪਟੀਮਾਈਜ਼ੇਸ਼ਨ ਪ੍ਰੋਬਲਮ, ਸੋ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਕਿ ਬਾਕੀ ਦੀਆਂ ਪ੍ਰੋਬਲਮਸ ਨੇ ਉਹ ਆਹ ਵਾਲੀਆਂ ਪ੍ਰੋਬਲਮਸ ਹੋ ਗਈਆਂ। ਆਪਟੀਮਾਈਜ਼ੇਸ਼ਨ ਪ੍ਰੋਬਲਮ ਵੀ ਹੋ ਗਈਆਂ ਤੇ ਡਿਸੀਜ਼ਨ ਪ੍ਰੋਬਲਮ ਵੀ ਹੋ, ਸਾਰੀਆਂ ਪ੍ਰੋਬਲਮ ਇਹਦੇ ਵਿੱਚ ਆ ਗਈਆਂ। ਠੀਕ, ਸੋ NP ਹਾਰਡ ਪ੍ਰੋਬਲਮ, ਕੋਈ ਵੀ ਪ੍ਰੋਬਲਮ ਨੂੰ ਆਪਾਂ NP ਹਾਰਡ ਕਦੋਂ ਕਵਾਂਗੇ? ਜਦੋਂ ਜ਼ਰੂਰੀ ਨਹੀਂ ਕਿ ਉਹ NP ਪ੍ਰੋਬਲਮ ਹੋਵੇ, ਉਹ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਹੈ, ਪਰ NP ਦੇ ਅੰਦਰ ਜਿੰਨੀਆਂ ਵੀ ਪ੍ਰੋਬਲਮ ਨੇ P1 P2 P3 ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਨੇ ਉਹ ਸਾਰੀਆਂ ਪ੍ਰੋਬਲਮਸ ਨੂੰ ਆਪਾਂ ਇੱਥੇ ਗਲਤ ਹੋ ਗਿਆ, ਦਿਸ ਇਜ਼ x2, ਦਿਸ ਇਜ਼ x3। ਠੀਕ ਹੈ, ਸੋ ਜਿੰਨੀਆਂ ਵੀ NP ਦੇ ਅੰਦਰ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਆਪਾਂ ਰਿਡਿਊਸ ਕਰਕੇ ਜੇ P ਪ੍ਰੋਬਲਮ ਦੇ ਵਿੱਚ ਰਿਡਿਊਸ ਕਰ ਸਕੀਏ ਤਾਂ ਆਪਾਂ ਕਵਾਂਗੇ ਕਿ P ਪ੍ਰੋਬਲਮ ਇਜ਼ NP ਹਾਰਡ ਪ੍ਰੋਬਲਮ। NP ਕੰਪਲੀਟ ਔਰ NP ਹਾਰਡ ਦੋਨਾਂ ਦੇ ਵਿੱਚ ਕੀ ਫਰਕ ਹੈ ਕਿ NP ਕੰਪਲੀਟ ਪ੍ਰੋਬਲਮ ਜਿਹੜੀ ਆ ਉਹ NP ਪ੍ਰੋਬਲਮ ਹੋਏਗੀ, ਨॉन डिटर्मिनिस्टिक पॉलीनोमियल प्रॉब्लम होएगी। पर NP हार्ड का मतलब की है कि जरूरी नहीं कि वो डिसीजन वाली प्रॉब्लम होवे, वो ऑप्टिमाइजेशन वाली प्रॉब्लम भी हो सकती है और डिसीजन वाली प्रॉब्लम भी हो सकती है। सो NP हार्ड का मतलब की है कि एक यह जी प्रॉब्लम जिन्हों कि आप NP वालियां जिन्नियां भी प्रॉब्लम हैगियां ने, एवरी प्रॉब्लम इन NP इज पॉलीनोमियली टाइम रिड्यूसिबल टू PI, ਤਾਂ ਆਪਾਂ ਨੂੰ ਕਵਾਂਗੇ ਕਿ ਉਹ NP ਹਾਰਡ ਪ੍ਰੋਬਲਮ ਹੈ। ਨੋਟ ਦੈਟ ਦਿਸ ਡਜ਼ ਨਾਟ ਰਿਕੁਆਇਰ PI ਟੂ ਬੀ ਇਨ NP, ਜਿਹੜੀ ਪਹਿਲੀ ਕੰਡੀਸ਼ਨ ਹੈ ਕਿ ਜ਼ਰੂਰੀ ਨਹੀਂ ਕਿ PI NP ਦਾ ਹਿੱਸਾ ਹੋਵੇ, PI NP ਤੋਂ ਬਾਹਰ ਵੀ ਹੋ ਸਕਦੀ ਹੈ। ਦੈਟ ਮੀਨਸ ਉਹ ਡਿਟਰਮਿਨਿਸਟਿਕ ਵੀ ਹੋ ਸਕਦੀ ਹੈ ਔਰ ਨॉन ਡਿਟਰਮਿਨਿਸਟਿਕ ਵੀ ਹੋ ਸਕਦੀ ਹੈ। ਦ ਪ੍ਰੋਬਲਮ ਵਿਚ ਕੈਨ ਬੀ ਵੈਰੀਫਾਈਡ ਇਨ ਪੋਲੀਨੋਮੀਅਲ ਟਾਈਮ, ਉਹ ਇੱਕ ਇਹੋ ਜਿਹੀ ਪ੍ਰੋਬਲਮ ਹੈ ਜਿਹੜੀ ਕਿ ਪੋਲੀਨੋਮੀਅਲ ਟਾਈਮ ਦੇ ਵਿੱਚ ਵੈਰੀਫਾਈ ਤਾਂ ਹੋ ਸਕਦੀ ਹੈ ਪਰ ਉਹ ਸੋਲਵ ਨਹੀਂ ਹੋ ਸਕਦੀ। ਸੋ NP ਹਾਰਡਨੈਸ ਇਜ਼ ਅ ਵੇ ਆਫ ਸੇਇੰਗ ਦੈਟ ਪ੍ਰੋਬਲਮ ਇਜ਼ ਡਿਫਿਕਲਟ। ਸੋ ਦਿਸ ਇਜ਼ ਕਿ ਪ੍ਰੋਬਲਮ ਬਹੁਤ ਡਿਫਿਕਲਟ ਹੈ, ਆਪਾਂ ਕਵਾਂਗੇ NP ਹਾਰਡ ਹੈ। So these include the decision as well as optimization problem, and they are not only hard to solve but they are hard to verify as well। ਸੋ ਆਪਾਂ ਨੂੰ ਵੈਰੀਫਾਈ ਕਰਨਾ, ਵੈਰੀਫਾਈ ਦਾ ਮਤਲਬ ਕੀ ਹੈ ਕਿ ਜੇ ਮੈਨੂੰ ਆਨਸਰ ਪਤਾ ਲੱਗ ਜੇ ਤਾਂ ਕੀ ਮੈਂ ਵੈਰੀਫਾਈ ਕਰ ਸਕਦਾ ਕਿ ਆਨਸਰ ਸਹੀ ਹੈ ਕਿ ਗਲਤ ਹੈ। ਠੀਕ, ਸੋ ਵੈਰੀਫਾਈ ਕਰਨਾ ਵੀ ਹਾਰਡ ਹੈ। ਤਾਂ NP ਕੰਪਲੀਟ ਪ੍ਰੋਬਲਮ ਦੀ ਖਾਸੀਅਤ ਕੀ ਹੈ ਕਿ ਉਹਨਾਂ ਨੂੰ ਵੈਰੀਫਾਈ ਆਪਾਂ ਪੋਲੀਨੋਮੀਅਲ ਟਾਈਮ ਦੇ ਵਿੱਚ ਕਰ ਸਕਦੇ ਹਾਂ, ਪਰ ਜਿਹੜੀ NP ਹਾਰਡ ਪ੍ਰੋਬਲਮ ਹੈ ਉਹਨਾਂ ਨੂੰ ਤਾਂ ਵੈਰੀਫਾਈ ਕਰਨਾ ਵੀ ਮੁਸ਼ਕਿਲ ਹੈ।
ਉਹਨਾਂ ਦੀ ਵੈਰੀਫਿਕੇਸ਼ਨ ਵੀ ਮੁਸ਼ਕਿਲ ਹੈ। ਨਾ ਤਾਂ ਆਪਾਂ ਉਹਨਾਂ ਨੂੰ ਵੈਰੀਫਾਈ ਕਰ ਸਕਦੇ ਹਾਂ, ਨਾ ਹੀ ਆਪਾਂ ਉਹਨਾਂ ਨੂੰ ਸੋਲਵ ਕਰ ਸਕਦੇ ਹਾਂ। ਸੋ ਆਪਣੇ ਕੋਲ ਜਿਹੜੀਆਂ ਕੈਟੇਗਰੀਜ਼ ਹੋ ਗਈਆਂ, ਸਭ ਤੋਂ ਪਹਿਲਾਂ ਪੋਲੀਨੋਮੀਅਲ, ਦੁਬਾਰਾ ਧਿਆਨ ਦਿਓ, ਪੋਲੀਨੋਮੀਅਲ ਜਿਹੜੀਆਂ ਕਿ ਪੋਲੀਨੋਮੀਅਲ ਟਾਈਮ 'ਚ ਸੋਲਵ ਹੋ ਸਕਦੀਆਂ ਨੇ। NP ਜਿਹੜੀਆਂ ਕਿ ਪੋਲੀਨੋਮੀਅਲ ਟਾਈਮ 'ਚ ਸੋਲਵ ਨਹੀਂ ਹੋ ਸਕਦੀਆਂ। ਅੱਜ ਦੀ ਡੇਟ ਦੇ ਵਿੱਚ ਆਪਾਂ ਨੂੰ ਐਕਸਪੋਨੈਂਸ਼ੀਅਲ ਐਲਗੋਰਿਦਮ ਉਹਨਾਂ ਦੇ ਪਤਾ ਨੇ, ਬਟ ਇਨ ਫਿਊਚਰ ਆਪਾਂ ਐਕਸਪੈਕਟ ਕਰਦੇ ਹਾਂ ਕਿ ਨਾਨ ਡਿਟਰਮਿਨਿਸਟਿਕ ਪੋਲੀਨੋਮੀਅਲ ਐਲਗੋਰਿਦਮ ਆਪਾਂ ਨੂੰ ਇਨ ਫਿਊਚਰ ਪੋਲੀਨੋਮੀਅਲ ਦੇ ਵਿੱਚ ਕਨਵਰਟ ਹੋ ਜਾਣਗੇ। ਬਟ ਅੱਜ ਦੀ ਡੇਟ ਦੇ ਵਿੱਚ ਜਾਂ ਤਾਂ ਐਕਸਪੋਨੈਂਸ਼ੀਅਲ ਐਲਗੋਰਿਦਮ ਪਤਾ ਹੈ, ਜਾਂ ਆਪਾਂ ਨੂੰ ਨਾਨ ਡਿਟਰਮਿਨਿਸਟਿਕ ਪੋਲੀਨੋਮੀਅਲ ਐਲਗੋਰਿਦਮ ਉਹਨਾਂ ਦੇ ਪਤਾ ਨੇ, ਔਰ ਉਹਨਾਂ ਨੂੰ ਆਪਾਂ ਵੈਰੀਫਾਈ ਪੋਲੀਨੋਮੀਅਲ ਟਾਈਮ ਦੇ ਵਿੱਚ ਕਰ ਸਕਦੇ ਹਾਂ। ਸੋਲਵ ਤਾਂ ਨਹੀਂ ਕਰ ਸਕਦੇ, ਪਰ ਵੈਰੀਫਾਈ ਕਰ ਸਕਦੇ ਹਾਂ। ਵੈਰੀਫਾਈ ਦਾ ਮਤਲਬ ਕੀ ਹੈ ਕਿ ਜੇ ਮੇਰੇ ਕੋਲ ਇੱਕ ਪਾਥ ਹੋਵੇ ਕਿ ਆ ਨੋਡਸ ਹੈਗੀਆਂ ਨੇ ਔਰ ਇਹ ਮੇਰੇ ਕੋਲ ਪਾਥ ਬਣਿਆ ਹੋਇਆ ਹੈ, ਤੇ ਮੈਨੂੰ ਕੋਈ ਪਾਥ ਦੱਸ ਦੇਵੇ, ਮੈਂ ਇਹ ਫਾਈਂਡ ਆਊਟ ਕਰਨਾ ਕਿ ਇਸ ਨੋਡ ਤੋਂ ਫਾਈਨਲ ਨੋਡ ਡੈਸਟੀਨੇਸ਼ਨ ਤੱਕ ਜੋ ਪਾਥ ਹੈਗੇ ਨੇ ਉਹਨਾਂ ਦੇ ਵਿੱਚੋਂ ਮਿਨੀਮਮ ਵਾਲਾ ਪਾਥ ਕਿਹੜਾ ਹੈ, ਉਹਨੂੰ ਸੋਲਵ ਕਰਨ ਲਈ ਮੈਨੂੰ ਲੱਗੇਗਾ ਐਕਸਪੋਨੈਂਸ਼ੀਅਲ ਟਾਈਮ। ਬਟ ਜੇ ਮੈਨੂੰ ਕੋਈ ਇਹ ਦੱਸ ਦੇਵੇ ਕਿ ਆਹ ਵਾਲਾ ਪਾਥ ਜਿਹੜਾ ਹੈ ਇਹ ਮਿਨੀਮਮ ਹੈ, ਤਾਂ ਉਹਨੂੰ ਵੈਰੀਫਾਈ ਕਰਨ ਲਈ ਕਿ ਉਹ ਮਿਨੀਮਮ ਹੈ ਕਿ ਨਹੀਂ ਹੈ, ਮੈਂ ਪੋਲੀਨੋਮੀਅਲ ਟਾਈਮ ਦੇ ਵਿੱਚ ਉਹਨੂੰ ਫਾਈਂਡ ਆਊਟ ਕਰਕੇ ਦੱਸ ਸਕਦਾ ਕਿ ਇਹ ਆਨਸਰ ਸਹੀ ਹੈ ਕਿ ਨਹੀਂ। ਸੋ ਡਿਸੀਜ਼ਨ ਪ੍ਰੋਬਲਮ ਹੋ ਜਾਂਦੀ ਹੈ। ਤਾਂ ਜਦੋਂ ਆਪਾਂ ਉਸ ਚੀਜ਼ ਨੂੰ ਆਪਾਂ ਕਰਦੇ ਹਾਂ, ਸੋ ਦੈਟ ਮੀਨਸ ਕਿ ਉਹਨੂੰ ਸੋਲਵ ਕਰਨਾ ਤਾਂ ਹਾਰਡ ਹੈ, ਬਟ ਉਹਨੂੰ ਵੈਰੀਫਾਈ ਕਰਨਾ ਈਜ਼ੀ ਹੈ। ਠੀਕ। ਤੀਸਰਾ ਕੇਸ ਆ ਜਾਂਦਾ ਹੈ NP ਹਾਰਡ ਵਾਲਾ, ਜਿਹਦੇ ਵਿੱਚ ਸੋਲਵ ਕਰਨਾ ਵੀ ਹਾਰਡ ਹੈ ਔਰ ਵੈਰੀਫਾਈ ਕਰਨਾ ਵੀ ਹਾਰਡ ਹੈ। ਉਹਦੇ ਵਿੱਚ ਸਾਰੀਆਂ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ, ਇਕੱਲੇ ਡਿਸੀਜ਼ਨ ਦੀ ਨਹੀਂ ਗੱਲ ਕਰਦੇ, ਵੀ ਆਰ ਟਾਕਿੰਗ ਅਬਾਊਟ ਐਵਰੀ ਕਾਈਂਡ ਆਫ ਪ੍ਰੋਬਲਮ। ਠੀਕ। ਸੋ ਆਪਣੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੀ ਕਲਾਸੀਫਿਕੇਸ਼ਨ ਆਪਾਂ ਕਰ ਸਕਦੇ ਹਾਂ ਈਜ਼ੀ, ਹਾਰਡ, ਵੈਰੀ ਹਾਰਡ। ਈਜ਼ੀ ਪੋਲੀਨੋਮੀਅਲ ਹੋ ਗਈਆਂ, ਕੰਪਲੀਟ ਵਾਲੀਆਂ ਜਿਹੜੀਆਂ ਨੇ ਉਹ ਹਾਰਡ ਹੋ ਗਈਆਂ, ਔਰ NP ਹਾਰਡ ਮਤਲਬ ਕਿ ਬਹੁਤ ਡਿਫੀਕਲਟ ਨੇ। ਕੰਪਲੀਟ ਵਾਲੀਆਂ ਸੋਲਵ ਨਹੀਂ ਹੋ ਸਕਦੀਆਂ, ਵੈਰੀਫਾਈ ਹੋ ਸਕਦੀਆਂ ਨੇ। NP ਹਾਰਡ ਨਾ ਤਾਂ ਸੋਲਵ ਹੋ ਸਕਦੀਆਂ ਨੇ ਈਜ਼ੀਲੀ, ਨਾ ਹੀ ਵੈਰੀਫਾਈ ਹੋ ਸਕਦੀਆਂ ਨੇ ਈਜ਼ੀਲੀ। ਸੋ ਦੈਟ ਇਜ਼ ਦਾ ਹਾਰਡੈਸਟ ਪ੍ਰੋਬਲਮ ਆਫ ਆਲ ਦਾ ਪ੍ਰੋਬਲਮਸ। ਸੋ ਇਨਫੋਰਮਲੀ ਆਪਾਂ ਪ੍ਰੋਬਲਮ ਜਿਹੜੀ ਹੈ ਦੈਟ ਇਜ਼ ਇਨ NP ਇਫ ਇਟ ਇਜ਼ ਈਜ਼ੀ ਟੂ ਵੈਰੀਫਾਈ ਇਟਸ ਸੋਲੂਸ਼ਨ। ਸੋ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰੋਬਲਮ NP ਹੋਏਗੀ ਜੇ ਇਹਦਾ ਸੋਲੂਸ਼ਨ ਵੈਰੀਫਾਈ ਕਰਨਾ ਸੌਖਾ ਹੋਏਗਾ, ਪਰ ਉਹਨੂੰ ਸੋਲਵ ਕਰਨਾ ਔਖਾ ਹੋਏਗਾ। ਦੂਸਰੇ ਪਾਸੇ ਪ੍ਰੋਬਲਮ ਇਜ਼ ਹਾਰਡ ਇਫ ਇਟ ਇਜ਼ ਡਿਫਿਕਲਟ ਟੂ ਸੋਲਵ ਔਰ ਫਾਈਂਡ ਅ ਸੋਲੂਸ਼ਨ। ਜੇ ਆਪਾਂ ਉਹਦਾ ਸੋਲੂਸ਼ਨ ਨਹੀਂ ਲੱਭ ਸਕਦੇ, ਨਾ ਹੀ ਵੈਰੀਫਾਈ ਕਰ ਸਕਦੇ ਹਾਂ, ਦੈਨ ਇਟ ਇਜ਼ ਹਾਰਡ। ਤੇ ਪ੍ਰੋਬਲਮ ਇਜ਼ ਕੰਪਲੀਟ ਇਫ ਇਟ ਇਜ਼ ਬੋਥ NP ਐਂਡ NP ਹਾਰਡ, ਦੈਟ ਇਜ਼ ਈਜ਼ੀ ਟੂ ਵੈਰੀਫਾਈ ਬਟ ਹਾਰਡ ਟੂ ਫਾਈਂਡ ਦਾ ਸੋਲੂਸ਼ਨ। ਵੈਰੀਫਾਈ ਕਰਨਾ ਤਾਂ ਸੌਖਾ ਹੈ ਤੇ ਸੋਲੂਸ਼ਨ ਫਾਈਂਡ ਆਊਟ ਕਰਨਾ ਹਾਰਡ ਹੈ। ਸੋ ਐਗਜ਼ਾਮਪਲ ਆ ਜਿਹੜਾ ਚਾਰਟ ਜਿਹੜਾ ਆਪਣਾ ਬਣ ਗਿਆ, ਇਸ ਨੂੰ ਤੁਸੀਂ ਧਿਆਨ ਨਾਲ ਯਾਦ ਰੱਖਿਓ। ਇਹ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਆਪਣੀਆਂ NP ਪ੍ਰੋਬਲਮਸ, ਇਹ ਸਾਰੀਆਂ ਪ੍ਰੋਬਲਮ ਹੈਗੀਆਂ ਨੇ ਆਪਣੀਆਂ P ਪ੍ਰੋਬਲਮ ਜਿਹੜੀਆਂ ਕਿ NP ਦਾ ਸਬਸੈਟ ਹੈ। ਕੁਝ ਪ੍ਰੋਬਲਮਸ ਹੈਗੀਆਂ ਨੇ ਜਿਹੜੀਆਂ ਕਿ ਡਿਸੀਜ਼ਨ ਪ੍ਰੋਬਲਮ ਨਹੀਂ ਹੈਗੀਆਂ, NP ਪ੍ਰੋਬਲਮ ਹੈਗੀਆਂ ਨੇ। ਕੁਝ ਪ੍ਰੋਬਲਮ NP ਹਾਰਡ ਵਾਲੀਆਂ ਪ੍ਰੋਬਲਮਸ, ਠੀਕ ਹੈ, ਉਹ ਹੈਗੀਆਂ ਨੇ NP ਕੰਪਲੀਟ, ਜਿੱਥੇ ਇੰਟਰਸੈਕਸ਼ਨ ਹੁੰਦੀ ਹੈ। ਦੈਟ ਮੀਨਸ ਆਹ ਵਾਲੀਆਂ ਪ੍ਰੋਬਲਮ ਉਹ ਨੇ ਜਿਹੜੀਆਂ ਕਿ ਸੋਲਵ ਕਰਨੀਆਂ ਤਾਂ ਹਾਰਡ ਹੈ, ਬਟ ਵੈਰੀਫਾਈ ਕਿਉਂਕਿ ਉਹ NP ਵਾਲੀ ਕੈਟੇਗਰੀ ਦੇ ਵਿੱਚ ਇੰਟਰਸੈਕਟ ਕਰ ਰਹੀਆਂ ਨੇ, ਉਹਨਾਂ ਨੂੰ ਵੈਰੀਫਾਈ ਆਪਾਂ ਕਰ ਸਕਦੇ ਹਾਂ ਈਜ਼ੀਲੀ। ਤਾਂ ਆਹ ਜਿਹੜੀਆਂ ਪ੍ਰੋਬਲਮ ਨੇ ਜਿਨ੍ਹਾਂ ਨੂੰ ਨਾ ਤਾਂ ਵੈਰੀਫਾਈ ਈਜ਼ੀਲੀ ਕਰ ਸਕਦੇ ਹਾਂ, ਨਾ ਹੀ ਉਹਨਾਂ ਨੂੰ ਆਪਾਂ ਸੋਲਵ ਈਜ਼ੀਲੀ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਕਰਕੇ ਆਹ ਇੱਕ ਚਾਰਟ ਵੀ ਬਣ ਗਿਆ। ਚਾਰਟ ਦੇ ਵਿੱਚ ਆਪਾਂ ਪ੍ਰੋਬਲਮ ਦੀ ਟਾਈਪ ਲਿਖਤੀ। P ਟਾਈਪ ਦੀਆਂ ਜਿਹੜੀਆਂ ਪ੍ਰੋਬਲਮ ਨੇ ਵੈਰੀਫਾਈ ਵੀ ਈਜ਼ੀਲੀ ਹੋ ਜਾਂਦੀਆਂ ਨੇ, ਸੋਲਵ ਵੀ ਈਜ਼ੀਲੀ ਹੋ ਜਾਂਦੀਆਂ ਨੇ। NP ਟਾਈਪ ਜਿਹੜੀਆਂ ਪ੍ਰੋਬਲਮ ਨੇ ਵੈਰੀਫਾਈ ਤਾਂ ਈਜ਼ੀਲੀ ਹੋ ਜਾਂਦੀਆਂ ਨੇ, ਸੋਲਵ ਕੁਝ ਪ੍ਰੋਬਲਮ ਈਜ਼ੀਲੀ ਸੋਲਵ ਹੋ ਜਾਂਦੀਆਂ ਨੇ, ਕੁਝ ਪ੍ਰੋਬਲਮ ਈਜ਼ੀਲੀ ਸੋਲਵ ਨਹੀਂ ਹੋ ਸਕਦੀਆਂ। ਕੰਪਲੀਟ ਵੈਰੀਫਾਈ ਤਾਂ ਈਜ਼ੀਲੀ ਹੋ ਜਾਂਦੀਆਂ ਨੇ, ਬਟ ਸੋਲਵ ਨਹੀਂ ਹੋ ਸਕਦੀਆਂ। ਹਾਰਡ ਵੈਰੀਫਾਈ ਵੀ ਨਹੀਂ ਹੋ ਸਕਦੀਆਂ ਤੇ ਸੋਲਵ ਤਾਂ ਹੋ ਹੀ ਨਹੀਂ ਸਕਦੀਆਂ। ਵੈਰੀਫਾਈ ਯੈਸ ਔਰ ਨੋ ਤਾਂ ਲਿਖਿਆ ਗਿਆ ਕਿਉਂਕਿ ਕੁਝ ਹਾਰਡ ਪ੍ਰੋਬਲਮ ਜਿਹੜੀਆਂ ਨੇ ਉਹ ਇੰਟਰਸੈਕਟ ਕਰ ਰਹੀਆਂ ਨੇ NP ਦੇ ਨਾਲ, ਤਾਂ ਕੁਝ ਹਾਰਡ ਪ੍ਰੋਬਲਮ ਜਿਹੜੀਆਂ ਉਹ NP ਕੰਪਲੀਟ ਵੀ ਹੁੰਦੀਆਂ ਨੇ। ਇਸ ਕਰਕੇ ਇੱਥੇ ਯੈਸ ਔਰ ਨੋ ਲਿਖਿਆ ਗਿਆ ਕਿ ਕੁਝ ਹਾਰਡ ਪ੍ਰੋਬਲਮ ਨੂੰ ਵੈਰੀਫਾਈ ਕਰਨਾ ਤਾਂ ਈਜ਼ੀ ਹੁੰਦਾ ਹੈ, ਬਟ ਸਾਰੀਆਂ ਹਾਰਡ ਪ੍ਰੋਬਲਮ ਨੂੰ ਵੈਰੀਫਾਈ ਕਰਨਾ ਵੀ ਈਜ਼ੀ ਨਹੀਂ ਹੁੰਦਾ। ਔਰ ਇੱਥੇ ਵੀ ਯੈਸ ਨੋ ਲਿਖਿਆ ਗਿਆ ਇਸੇ ਕਰਕੇ NP, ਕਿਉਂਕਿ ਕੁਝ NP ਪ੍ਰੋਬਲਮ ਜਿਹੜੀਆਂ ਨੇ ਉਹ P ਪ੍ਰੋਬਲਮਸ ਵੀ ਹੁੰਦੀਆਂ ਨੇ, ਤਾਂ P ਪ੍ਰੋਬਲਮ ਜਿਹੜੀਆਂ ਨੇ ਉਹ ਸੋਲਵ ਕਰਨੀਆਂ ਈਜ਼ੀ ਹੈ,
NP ਪ੍ਰੋਬਲਮ ਜਿਹੜੀਆਂ ਨੇ ਉਹ ਸੋਲਵ ਕਰਨੀਆਂ ਹਾਰਡ ਹੈ। ਸੋ ਇਸ ਕਰਕੇ ਇਹ ਜਿਹੜਾ ਚਾਰਟ ਹੈ ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ, ਜਿਹੜਾ ਕਿ ਤੁਹਾਨੂੰ ਈਜ਼ੀ ਰਹੇਗਾ ਕਿ ਆਪਣੇ ਐਗਜ਼ਾਮ ਦੇ ਵਿੱਚ ਆਨਸਰ ਲਿਖਣ ਦੇ ਲਈ ਇਹਨਾਂ ਗੱਲਾਂ ਦਾ ਤੁਸੀਂ ਖਾਸ ਖਿਆਲ ਰੱਖਣਾ ਹੈ। ਸੋ P, NP, NP ਕੰਪਲੀਟ, NP ਹਾਰਡ, ਇਹ ਸਾਰੀਆਂ ਗੱਲਾਂ, ਇਹ ਸਾਰੀਆਂ ਚੀਜ਼ਾਂ ਪ੍ਰੋਬਲਮ ਦੀ ਕੰਪਲੈਕਸਿਟੀ ਨੂੰ ਡਿਫਾਈਨ ਕਰਨ ਵਾਸਤੇ ਹੈ। ਸੋ ਆਪਣੇ ਕੋਲ ਦੋ ਤਰ੍ਹਾਂ ਦੀਆਂ ਕੰਪਲੈਕਸਿਟੀ ਹੈ, ਇੱਕ ਐਲਗੋਰਿਦਮ ਦੀ ਕੰਪਲੈਕਸਿਟੀ ਹੈ, ਇੱਕ ਪ੍ਰੋਬਲਮ ਦੀ ਕੰਪਲੈਕਸਿਟੀ ਹੈ। ਐਲਗੋਰਿਦਮ ਦੀ ਕੰਪਲੈਕਸਿਟੀ ਆਪਾਂ ਟਾਈਮ ਦੇ ਹਿਸਾਬ ਨਾਲ ਜਾਂ ਸਪੇਸ ਦੇ ਹਿਸਾਬ ਨਾਲ ਬਿਗ O ਨੋਟੇਸ਼ਨ ਦੇ ਨਾਲ ਮੇਜ਼ਰ ਕਰਦੇ ਹਾਂ। ਜਿਹੜੀ ਪ੍ਰੋਬਲਮ ਦੀ ਕੰਪਲੈਕਸਿਟੀ ਹੈ ਕਿ ਪ੍ਰੋਬਲਮ ਕਿੰਨੀ ਕੁ ਹਾਰਡ ਹੈ, ਪ੍ਰੋਬਲਮ ਕਿੰਨੀ ਕੁ ਈਜ਼ੀ ਹੈ ਸੋਲਵ ਕਰਨੀ, ਉਸ ਚੀਜ਼ ਦਾ ਜਿਹੜਾ ਅੰਦਾਜ਼ਾ ਆ ਆਪਾਂ ਇੱਕ ਟਰਮੀਨੋਲੋਜੀ P, NP, NP ਕੰਪਲੀਟ ਤੇ NP ਹਾਰਡ ਤੋਂ ਲਗਾਉਂਦੇ ਆ। ਸੋ P ਮਤਲਬ ਕਿ ਜਿਹੜੀਆਂ ਕਿ ਪ੍ਰੋਬਲਮ ਜਿਹੜੀਆਂ ਪੋਲੀਨੋਮੀਅਲ ਟਾਈਮ 'ਚ ਸੋਲਵ ਹੋ ਸਕਦੀਆਂ ਨੇ, NP ਮਤਲਬ ਕਿ ਪ੍ਰੋਬਲਮ ਜਿਹੜੀਆਂ ਨੋਨ ਡਿਟਰਮਿਨਿਸਟਿਕ ਪੋਲੀਨੋਮੀਅਲ ਟਾਈਮ 'ਚ ਸੋਲਵ ਹੁੰਦੀਆਂ ਨੇ, NP ਕੰਪਲੀਟ ਜਿਨ੍ਹਾਂ ਨੂੰ ਸੋਲਵ ਕਰਨਾ ਮੁਸ਼ਕਿਲ ਹੈ ਬਟ ਵੈਰੀਫਾਈ ਕਰਨਾ ਈਜ਼ੀ ਹੈ, NP ਹਾਰਡ ਜਿਨ੍ਹਾਂ ਨੂੰ ਸੋਲਵ ਕਰਨਾ ਹਾਰਡ ਹੈ ਐਜ਼ ਵੈਲ ਐਜ਼ ਵੈਰੀਫਾਈ ਕਰਨਾ ਵੀ ਹਾਰਡ ਹੈ। ਔਰ ਜਿਹੜੀ P, NP ਤੇ NP ਕੰਪਲੀਟ ਦੀ ਜਿਹੜੀ ਟਰਮੀਨੋਲੋਜੀ ਹੈ ਉਹ ਸਿਰਫ ਡਿਸੀਜ਼ਨ ਪ੍ਰੋਬਲਮਸ ਵਾਸਤੇ ਹੈ। NP ਹਾਰਡ ਦੇ ਵਿੱਚ ਡਿਸੀਜ਼ਨ ਤੇ ਆਪਟੀਮਾਈਜ਼ੇਸ਼ਨ ਦੋਨੋਂ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ।